किसान आगू सरदार सुखमंदर सिंह जी पिछले दिनी दिल्ली किसान अंदोलन विच कुर्बान हो गए। उन्हां दी याद विच एक धार्मिक समागम दा आयोजन उन्हां दे समूह परिवार वल्लों, जिन्हां विच सूबा प्रधान सरदार हरमीत सिंह कादियां, मनदीप कौर, हरिंदरजीत सिंह, जसप्रीत कौर, बेअंत सिंह, मनप्रीत कौर, अवनीत सिंह, बलवीर सिंह ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਧੂਰਕੋਟ ਰਣਸੀ ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਸੁਖਮੰਦਰ ਸਿੰਘ ਜੀ ਦਾ ਜਨਮ 3 ਜੁਲਾਈ 1963 ਨੂੰ ਮਾਤਾ ਗਿਆਨ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਦਲੀਪ ਸਿੰਘ ਜੀ ਦੇ ਘਰ ਪਿੰਡ ਮਹਿਣਾ ਮੋਗਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਨਿੱਘੇ ਇਨਸਾਨ ਸਨ। ਆਪ ਜੀ ਨੇ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਸਨ 1980 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਤੋਂ 10ਵੀਂ ਪਾਸ ਕੀਤੀ। ਉਪਰੰਤ ਆਪ ਜੀ ਨੇ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਦੇ ਧੰਦੇ ਨੂੰ ਅਪਣਾ ਕੇ ਪਰਿਵਾਰ ਨਾਲ ਖੇਤੀਬਾੜੀ ਕਰਨ ਲੱਗੇ। ਪਰ ਕੁਝ ਸਮਾਂ ਬਾਅਦ ਹੀ ਆਪ ਜੀ ਆਪਣੇ ਪਿਤਾ ਜੀ ਦੇ ਨਾਨਕੇ ਪਿੰਡ ਚਲੇ ਗਏ ਅਤੇ ਮਾਸਟਰ ਜੀਤ ਸਿੰਘ ਜੀ ਹੁਣਾਂ ਦੇ ਗ੍ਰਹਿ ਪਿੰਡ ਧੂਰਕੋਟ ਰਣਸੀ ਵਿਖੇ ਰਹਿਣ ਲੱਗੇ। ਆਪ ਜੀ ਦਾ ਵਿਆਹ ਸਰਦਾਰਨੀ ਮਨਦੀਪ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਗ੍ਰਹਿ ਇੱਕ ਬੇਟੇ ਹਰਿੰਦਰਜੀਤ ਸਿੰਘ ਅਤੇ 2 ਬੇਟੀਆਂ ਜਸਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਪਿਤਾ ਜੀ ਦੇ ਨਾਮ ਨੂੰ ਰੌਸ਼ਨ ਕਰ ਰਹੇ ਹਨ। ਸਰਦਾਰ ਸੁਖਮੰਦਰ ਸਿੰਘ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਰਹਿੰਦੇ ਸਨ। ਆਪ ਜੀ ਨੇ ਜਿੱਥੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ, ਉੱਥੇ ਹੀ ਨਾਲ ਭਾਰਤੀ ਕਿਸਾਨ ਯੂਨੀਅਨ ਵਿੱਚ ਇੱਕ ਸੇਵਾਦਾਰ ਵਜੋਂ ਆਪਣੀ ਡਿਊਟੀ ਨਿਭਾਈ। ਆਪ ਜੀ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਨੇ ਕਿਸਾਨ ਮਜ਼ਦੂਰਾਂ ਦੇ ਕੋਲਾਂ ਵਿੱਚ ਵੱਡਾ ਯੋਗਦਾਨ ਪਾਇਆ। ਸਰਦਾਰ ਸੁਖਮੰਦਰ ਸਿੰਘ ਜੀ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
कि दिन आ रहे हैं कि जा रहे हैं अपने अपनी जगह, समा आ रहे हैं कि समा जा रहे हैं। कुछ जाने हुए समय में देख के अपने अपनी जगह सारी जुबानी का प्रमाण है। जाग रहे हो जाग रहे हो जाग रहे हो रे मना जाग ले हो गाफिल सोया वो तने उजिया संग ही सो भी संग ना जिन जियो पिया सोरी जके मनावे सब प्रकृति कर हाथ जिन जियो दिया Oh
एक मरनी वो है कि गुरमुख एक सिमरन का रसी है तो भगत जो अपने आप को लीन करता है वो भी एक मैं छोटी जी उदाहरण देना। वैसे आप जिन्हें बैठ रहे हैं क्योंकि आप सतगुरु शीश नवाते हैं, गुरु चरणों च मथे टेकते हैं, सतगुरु तो मंगते हैं दाता मेहर करो कृपा करो मेरे ते दया करो, मैनू ज्ञान बख्शो जिस ज्ञान नाल मैं ध्यान लावां तो मैनू अपने आप की समझ आवे, मैनू ये पता लगे कि दुर्लभ मानक जन्म है होए ना बार ज्यों बन फल पाके भोए गिरे हैं बहुत ना लग गया है कि मैंने समझ आ सके कि जन्म में जीवन दुर्लभ। और इस विषय पर भी थोड़ा सा विचार कर लेना गुरु प्यारी साहब
ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਭਟਕ ਜਾਂਦੇ ਨੇ, ਜਿਹੜੇ ਲੋਕ ਗੁਰਾਹੇ ਪੈ ਜਾਂਦੇ ਨੇ, ਮੈਂ ਬਿਲਕੁਲ ਲਿਖ ਕੇ ਦੇਣ ਨੂੰ ਤਿਆਰ ਹਾਂ, ਉਹ ਸੱਚ ਹੈ ਕਿ ਉਹ ਭੁੱਲ ਜਾਂਦੇ ਨੇ ਕਿ ਇਹ ਜ਼ਿੰਦਗੀ ਜਿਹੜੀ ਉਹ ਜ਼ਿੰਦਗੀ ਹੈ ਜਿਹੜੀ ਰੱਬ ਨੇ ਬੜੇ ਪ੍ਰੇਮ ਦੇ ਨਾਲ ਇਹਨਾਂ 83,99,999 ਜਨਮ ਲੈਣ ਤੋਂ ਬਾਅਦ ਪਰਮਾਤਮਾ ਨੇ ਇੱਕ ਢਾਂਚਾ ਬਣਾਇਆ ਜਿਹਨੂੰ ਬੰਦਾ ਕਿਹਾ। ਗੁਰੂ ਪਿਆਰੇ ਸਾਧ ਸੰਗਤ, ਮੈਂ ਸੱਚ ਕਹਿੰਦਾ ਕਿ ਇਨਸਾਨ ਦੀ ਜਿਹੜੀ ਅਪਰੋਚ ਹੈ, ਜਿਹੜੀ ਪਹੁੰਚ ਹੈ, ਗਿਆਨ ਦੀ ਪਹੁੰਚ, ਉਹ ਸਾਡੀ ਗਿਆਨ ਦੀ ਪਹੁੰਚ ਅਧੂਰੀ ਕਰਕੇ ਸਾਡੇ ਕੋਲ ਗਿਆਨ ਵੀ ਜਿਹੜਾ ਹੈ ਉਹ ਗਿਆਨ ਵੀ ਅਧੂਰਾ ਰਹਿ ਜਾਂਦਾ ਹੈ। ਪਰ ਜੇਕਰ ਅਸੀਂ ਸਤਿਗੁਰ ਨੂੰ ਪੁੱਛੀਏ, ਮੈਂ ਸ਼੍ਰੀਨਗਰ ਵੱਲ ਗਿਆ ਸੀ ਇਸ ਵਾਰ, ਜੰਮੂ ਕਸ਼ਮੀਰ ਸੇ, ਮੈਨੂੰ ਉੱਥੇ ਇੱਕ ਬੰਦੇ ਨੇ ਪ੍ਰਸ਼ਨ ਕੀਤਾ ਕਿ ਮਹਾਂਪੁਰਸ਼ੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਗੱਲ ਸੱਚ ਹੈ? ਮੈਂ ਕਿਹਾ ਮੈਂ ਨਹੀਂ, ਮੈਨੂੰ ਕੀ ਅਕਲ, ਮੈਂ ਕੀ ਜਾਣਦਾ, ਮੈਨੂੰ ਕੁਝ ਪਤਾ ਨਹੀਂ, ਮੈਂ ਤਾਂ ਆਪਣੇ ਸਤਿਗੁਰ ਤੋਂ ਸੁਣਿਆ। ਮੈਨੂੰ ਮੇਰੇ ਸਤਿਗੁਰ ਨੇ ਦੱਸਿਆ, ਮੇਰੇ ਗੁਰੂ ਨੇ ਦੱਸਿਆ, ਤੂੰ ਕਈ ਜਨਮਾਂ ਦਾ ਤੁਰਿਆ ਫਿਰਦਾ, ਕਈ ਜਨਮ ਲੈ ਚੁੱਕਾ, ਕਈ ਜਨਮ ਤੇਰੇ ਮਿਟ ਚੁੱਕੇ ਨੇ, ਉਹਨਾਂ ਜਨਮਾਂ ਤੋਂ ਬਾਅਦ ਮੈਨੂੰ ਤੇਰੇ ਤੇ ਦਇਆ ਆ ਗਈ ਕਿਉਂਕਿ ਤੂੰ ਮੈਨੂੰ ਅਰਦਾਸ ਕੀਤੀ, ਤੂੰ ਮੈਨੂੰ ਅਰਦਾਸ ਕੀਤੀ ਔਰ ਮੈਨੂੰ ਲਿਆ ਗਿਆ ਤਾ, ਮੇਰੇ ਤੇ ਮਿਹਰ ਕਰੋ, ਮੈਂ ਤੇਰਾ ਨਾਮ ਜਪਾਂਗਾ, ਤੇਰਾ ਨਾਮ ਧਿਆਵਾਂਗਾ, ਮੈਂ ਤੇਰੀ ਪ੍ਰਾਪਤੀ ਕਰਾਂਗਾ, ਤਾਂ ਮੈਨੂੰ ਦਇਆ ਆਈ, ਤਾਂ ਮੈਂ ਤੈਨੂੰ ਇਹ ਜਨਮ ਦਿੱਤਾ। ਮੈਨੂੰ ਕਹਿੰਦਾ ਮਹਾਰਾਜ ਪ੍ਰਮਾਣ ਦਿਓ। ਮੈਂ ਸਤਿਗੁਰ ਆਪ ਕਹਿੰਦੇ ਨੇ ਕਿ ਕਈ ਜਨਮ ਭਏ ਕੀਟ ਪਤੇ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਵਰ ਬ੍ਰਿਖ ਹੋਇਓ। ਉਹ ਸਤਿਗੁਰ ਕਹਿੰਦੇ ਜਦੋਂ ਤੂੰ ਅਰਦਾਸ ਕੀਤੀ ਕਿ ਮਿਲ ਜਗਦੀਸ਼ ਮਿਲਨ ਕੀ ਭਾਈ, ਫਿਰ ਸਤਿਗੁਰ ਕਹਿੰਦੇ ਚਿਰੰਕਾਰ ਇਹ ਦੇਸ਼ ਹੈ। मेरा मतलब है कि सतगुरु जो कह रहे हैं, गुरु जो कह रहे हैं कि दुर्लभ मानुष जन्म है होए ना वार है बार, हुण इस जन्म की दुर्लभता मैं इत्थे भी कह देवां, जिहड़े शहीद हुंदे ने देश लई कौम लई, वो जान जांदे ने कि मौका यही है, जिंदगी इक्को ही है, वेड़ा सानू मिलिया सी, वेड़ा गवाउणा नहीं, अपने जीवन नूं सफल करना है। आखो सतनाम वाहिगुरू। गुरु प्यारी साध संगत, सुखा पिछे का जग भजया फिरदा है, लेकिन सतगुर पिछे और सतगुर की बनाई कायनात पिछे कोई कोई जाता है कि मैं अपने वजूद नूं, मैं अपनी समाज नूं, मैं अपने देश नूं, मैं अपने पंजाब नूं उजड़न नहीं देना, मैं वसदा ते हसदा रखना है। और जदों एक ख्याल आ जाते हैं बंदे के मन के विच, सच जाने हो वो बंदा कदे कुराही नहीं करेगा। उस बंदे का एक एक कदम सुनहरी अखरां विच लिखिया जाता है, उसका एक एक कदम सोने के अखरां च लिखिया जाता है। ते सच जानो सोने के अखरां च जग ते लिखिया जाता है। साडे वड्डे महापुरुष जलाल वाले महापुरुष ब्रह्मलीन ब्रह्म ज्ञानी महापुरुष धन धन संत बाबा करनैल दास जी महाराज अक्सर कहते हैं, क्योंकि वो भी फौजी रहे, फौज में चले गए, कहते पुत्र सानू कहते हैं क्योंकि उन्होंने ब्रदर, उन्होंने छोटे भरा शहीद नायब सिंह जी जो 1971 की लड़ाई में शहीद हुए सन। तो बाबा जी महाराज सानू कदे कदे गल्लां सुणाते सुणाते कहते होंदे सी, कहते पुत्र जदों शहीद मरदा है ते दुनिया ते धरती ते ओदा इतिहास सोने के अखरां च लिखिया जाता है, ते जदों रब वध जांदा है ते ओदा जिहड़ा राह है रब सोने दा बनांदा है। आखो सतनाम श्री वाहिगुरू। गुरु प्यारे संगत, कोई वो लोग नहीं, उन्हां लोकां दीयां गल्लां ने जिहड़े लोग उस ध्यान विच टिके हुए ने, उस सिमरन विच टिके हुए ने, उस बंदगी विच टिके हुए ने। तो ये जन्म ये शरीर दुर्लभ है, इसकी दुर्लभता को जानना पड़ेगा, इन्हें समझना पड़ेगा कि दुर्लभ मानव जन्म है होए ना वार है वार, लेकिन मौत मौत विच फर्क है। इस जग के दो ही मौतां मैं फिर कह देना, वही नहीं, एक गुरु का भगत जाता है तो दुनिया भुलती नहीं, एक देश का भगत जाता है तो दुनिया उन्हें कदे भुलती नहीं। तो जो रब का भगत है वो किवें अपने आप को मिटा देता, वो एक छोटी जी साखी साहिब श्री गुरु अमरदास जी महाराज तीजे पातशाह गोविंदवाल साहब की धरती और सतगुरां देखो
चौथे पातशाह साहिब श्री गुरु रामदास जी महाराज जिन्हों का पहला नाम भाई जेठा जी सतगुरां कोल रहिंदे ने लगभग 21 साल रहे और गुरु को रहिंदे ने। गुरु च प्रीत है, मन गुरु च लग्या होया, मन सिमरन च लग्या होया, मन भटकदा नहीं, मन भजदा नहीं, मन इधर उधर जाना कोई संकल्प ही नहीं करता। जिसको कबीर साहब कहते कबीर मेरा मुझ में किछ नहीं जो कुछ है सो है और तेरा तुझको सौंप दे क्या लग गया वो लोग जो सिमरन करने वाले ने तो कहते हैं कबीर सबसे हम बुरे हम तज भलो सब सोए जिन ऐसा कर बूझे नींद हमारा सोए। वो लोग क्योंकि उन्होंने ख्याल कितने होर जा ही नहीं रहा। हुण वो मौत कैसी मौत है जिन्हें अपने आप को टिकाया होया, अपने आप को रोकया होया। गुरु प्यारी संगत मैं एक बार होर कह देवां कि मौत शब्द वो है जो घर घर दे विच वड़ के घर हर घर दे दरवाजे खड़का रहा है। जिन्हों सतगुर कहते संबत साहा लिखिया मिलकर पाओ ते देव सजना सीसड़ियां जो हुआ साहिब स्यों मेल घर घर एक पहुंचा। ये जो शब्द है हर घर दे विच पहुंचया होया है, हर घर दे दरवाजे खड़काई जांदा है। कोई जाग लैंदा है ते किसी नूं जाग नहीं होंदी। जिहड़े जाग लैंदे ने जिहड़े जाग लैंदे ने उन्हां दे बोल ने कबीर सुता क्या करे उठ की न जपे मोरा एक दिन सोवन होए गो लांबे मोड़ पासा। एक दिन सोवन होए गुरु एक दिन सोवन होए लांगे गोड़ पासा।
सच्चे पिता हाजर नाजर प्रकाशवान शब्द गुरु साहब श्री गुरु ग्रंथ साहब जी महाराज आप जी के पास समूह संगतां की अरदास बेनती जोदरी है जी। आप जी ने भाई सुखमंਦਰ ਸਿੰਘ ਧੂੜਕੋਟ ਨੂੰ जिन्नी भी ਸਵਾਸਾਂ की पूंजी बख्शी सी भोग के आप ही चरणों में जा बराजे हैं जी। साडे वास्ते माण वाली गल है किसानी भोग के संघर्ष में शहीद होए हैं। आप जी ने कृपा करनी चरणों में निवास बख्शना। पिछों परिवार ने श्री सहज पाठ प्रकाश करवा करके अमृत वेले भोग पाए गए। अंतम अरदास वास्ते खुले पंडाल में संगतां आप जी दे सन्मुख सजियां हैं जी। आप जी ने कृपा करनी समूचियां संगतां की अरदास बेनती प्रवान करनी जी। पिछली रूह आत्मा की शांति बख्शनी। अंग संग रह के सारे कार्य आप फतेह कराने जी। होर अरदास बेनती जोदरी है जी। आप जी सब हालातों तो जानी जान हो कृपा करे जो भी किसानी संघर्ष वास्ते संगतां दिल्ली बार्डर से बैठियां हैं सब की फतेह होवे। फतेह हो करके अपने नगर खेड़ियां का जवाब सौं अंग संग रह के सारे कार्यों फतेह आप बख्शो जी। समागम में मुख रख के जिन्हें भी समूचे सेवादारों ने समूची सेवा निभाई है आप जी ने संग रह के जो भी भुल आप जी तो हुई है आप जी ने कृपा करनी। आप जी ने सिखा तो जो भी भुल हुई है आप जी ने अनजान बच्चे हैं अनजान सेवक हैं सब दियां भुलों ना चुकारे गलतियों ना चुकारे समर्थ बख्शो। सब नूं पानी पाना बख्श के निहाल करो जी। अंग संग रह के सारे कार्य आप फतेह बख्शो जी। समागम मुख रख के आप जी हजूर तिहार कड़ाह प्रसाद की देख सके हाजिर है जी। आज घर प्रवान होवे प्रवान होया प्रसाद संग में बनाने की समर्था बख्शो। जो भी छके सतनाम श्री वाहिगुरू जपे। परिवार ने अगल सुंदर पातशाह कहना जी आप जी अंगीकार करो लोक प्रलोक करते कजो सारे खजाने आप जी दे आप जी ने भरपूर करने बख्शो इलाही हुक्म असर करिए असी सही प्यारे मेल जिन्ना मिलिया तेरा नाम चित्ते आवे नानक नाम चढ़ती कला तेरे भाने सरबत दा वाहिगुरू जी का खालसा वाहिगुरू जी की फतेह। जय सरी माला पंजवा घर तीजा एक ओंकार सतगुर प्रसाद। कोई जाने कवन यहाँ जग मीत जैसा होए कृपाल सोई बद बुझे ताकि निर्मल रीत। कोई जाने कवन यहाँ जग मीत जैसा होए कृपाल सोई बद बुझे ताकि निर्मल रीत। मात पिता बनता सत बांधप अष्ट मीत और भाई
मगध माल कनक लाल हीरा मनोरंजन की माया हा हा करत बयानी अवद ताम संतोख न पाया हासत रात अस पवन तेज धनी घूमन चतुरंगा संग न चलियो इनमें कछु ऊट सदायो नगा हर के संत प्रीतम प्रभ के ताक हर हर गया नानक इहाँ सुख आगे मुख उज्जवल संग सातन के पाया हर के संत प्रीतम प्रभ के ताक हर हर गया नानक इहाँ सुख आगे मुख उज्जवल संग सातन के पाया वाहिगुरू जी का खालसा वाहिगुरू जी की फतेह। सरदार सुखमंदर सिंह जी ਬਲਾਕ ਪ੍ਰਧਾਨ ਨਿਆਂ ਸਿੰਘ ਵਾਲਾ ਭਾਰਤੀ ਸੰਘ ਕਾਦੀਆਂ ਉਹਨਾਂ ਦੇ ਅੰਤਮ ਅਰਦਾਸ 'ਚ ਸ਼ਾਮਲ ਪਹੁੰਚੇ ਹੋਏ ਸਮੂਹ ਗੁਰਸੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਰਮੇ ਸਿੰਘ ਮਾਨੂ ਦੇ ਸਟੇਜ ਤੇ ਨਗਰ ਕਰਦਾ ਖੂਸਾ ਸਾਹਿਬ ਦੀ ਡਿਊਟੀ ਇਸ ਪਾਸੇ ਲਾਈ ਸੀ ਗ੍ਰੰਥੀ ਸਿੰਘ ਨੇ ਦੱਸਿਆ। ਸਰਦਾਰ ਸੁਖਮੰਦਰ ਸਿੰਘ ਜੀ ਜਿਹੜੇ ਠੀਕਰੀ ਬਾਰਡਰ ਤੇ ਸ਼ਾਂਤਮਈ ਅੰਦੋਲਨ ਤੇ ਚੱਲਦਿਆਂ ਲਗਾਤਾਰ ਘਰੋਂ 25 ਨਵੰਬਰ ਨੂੰ ਇੱਥੋਂ ਅਸੀਂ ਟਰਾਲੀਆਂ ਦੇ ਵਿੱਚ ਤਲਵੰਡੀ ਸਾਬੋ ਗੁਰਦੁਆਰਾ ਦਮਦਮਾ ਸਾਹਿਬ ਉੱਥੇ ਪਹੁੰਚੇ। ਉਸ ਤੋਂ ਅਰਦਾਸ ਕਰਕੇ ਅੱਗੇ ਅਸੀਂ ਦਿੱਲੀ ਨੂੰ ਰਵਾਨਾ ਹੋਏ ਔਰ ਲਗਾਤਾਰ ਉੱਥੇ ਸ਼ਾਂਤਮਈ ਅੰਦੋਲਨ ਵਿੱਚ ਬੈਠਿਆਂ ਸਾਡੇ ਜਿਹੜੇ ਸਾਥੀ ਹੈ ਉਹਨਾਂ ਨੂੰ ਇਹ ਪ੍ਰੋਬਲਮ ਆਈ ਸੁਬਾਹ 8 ਵਜੇ ਔਰ ਚਾਹ ਪੀ ਕੇ ਪਹਿਲਾਂ ਉਸ ਤੋਂ ਸੈਰ ਕਰਨ ਗਏ। ਸੈਰ ਕਰਨ ਉਪਰੰਤ ਜਦ ਬਾਅਦ 'ਚ ਆਏ ਤੇ ਦੁਬਾਰਾ ਚਾਹ ਦਾ ਕੱਪ ਸਾਥੀਆਂ ਨੇ ਆਖਿਆ ਪ੍ਰਧਾਨ ਜੀ ਚਾਹ ਦਾ ਕੱਪ ਲਓ ਤੇ ਚਾਹ ਦਾ ਕੱਪ ਡਾਲੇ ਤੇ ਟਰਾਲੀ ਦੇ ਉੱਤੇ ਰੱਖ ਕੇ ਤੇ ਇੱਕ ਪੈਰ ਤਾਂ ਰੱਖਿਆ ਤੇ ਗੋਡਾ ਲਾ ਕੇ ਉੱਥੇ ਹੀ ਸਵਾਸਾਂ ਦੀ ਪੂੰਜੀ ਨੂੰ ਉਹਨਾਂ ਦੀ ਪੂਰੀ ਹੋ ਗਈ। ਔਰ ਜਦੋਂ ਅਸੀਂ ਕੋਸ਼ਿਸ਼ ਕੀਤੀ ਹਸਪਤਾਲ ਜਾ ਕੇ ਸਾਰਾ ਕੁਝ ਪਰ ਸਾਡੀ ਜਿਹੜੀ ਉਹ ਇਸ ਗੱਲ 'ਚ ਅਸੀਂ ਸਫਲ ਨਹੀਂ ਹੋ ਸਕੇ ਤੇ ਸਾਡੇ ਸਾਥੀ ਸਾਨੂੰ ਸਦਾ ਵਾਸਤੇ ਵਿਛੋੜਾ ਦੇ ਗਏ। ਕਿਸਾਨ ਆਗੂ ਪ੍ਰਧਾਨ ਸੁਖਮੰਦਰ ਸਿੰਘ ਜੀ ਦਾ ਜਨਮ 3 ਜੁਲਾਈ 1963 ਨੂੰ ਮਾਤਾ ਗਿਆਨਪੁਰ ਦੀ ਕੁੱਖੋਂ ਪਿਤਾ ਦਲੀਪ ਸਿੰਘ ਦੇ ਗ੍ਰਹਿ ਪਿੰਡ ਮਹਿਣਾ ਮੋਗਾ ਵਿਖੇ ਹੋਇਆ। ਆਪ ਨੇ ਮੁੱਢਲੀ ਪੜ੍ਹਾਈ ਕਰਨ ਉਪਰੰਤ 1980 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਤੋਂ 10ਵੀਂ ਪਾਸ ਕੀਤੀ। ਉਪਰੰਤ ਆਪ ਨੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਦੇ ਧੰਦੇ ਨੂੰ ਅਪਣਾ ਕੇ ਪਰਿਵਾਰ ਨਾਲ ਖੇਤੀਬਾੜੀ ਕਰਨ ਲੱਗੇ। ਆਪ ਕੁਝ ਸਮੇਂ ਬਾਅਦ ਆਪਣੇ ਪਿਤਾ ਦੇ ਨਾਨਕੇ ਮਾਸਟਰ ਜੀਤ ਸਿੰਘ ਦੇ ਗ੍ਰਹਿ ਪਿੰਡ ਧੂਰ ਕੋਟਣ ਸਿੰਘ ਮੋਗਾ ਵਿਖੇ ਰਹਿਣ ਲੱਗ ਪਏ। ਇੱਥੇ ਮੈਂ ਤੁਹਾਡੀ ਜਾਣਕਾਰੀ ਕਰਦਾ ਸਰਦਾਰ ਜੀਤ ਸਿੰਘ ਜੀ ਸਾਡੇ ਪਹਿਲਾਂ ਬਲਾਕ ਪ੍ਰਧਾਨ ਭਾਰਤੀ ਕਿਸਾਨ ਦੇ ਰਹੇ ਸੀ। ਉਹਨਾਂ ਨੇ ਇਹਨਾਂ ਨੂੰ ਬੇਟਾ ਕਰਕੇ ਬਣਾਇਆ ਸੀ। ਇਹ ਇੱਥੇ ਉਹਨਾਂ ਦੇ ਪਾਸ ਰਹੇ ਸੀ ਔਰ ਆਪ ਦਾ ਵਿਆਹ ਬਾਬਾ ਸਿੰਘ ਦੀ ਸਪੁੱਤਰੀ ਬੀਬੀ ਮਨਦੀਪ ਕੌਰ ਵਾਸੀ ਕੋਰ ਸਿੰਘ ਵਾਲਾ ਬਠਿੰਡਾ ਨਾਲ ਹੋਇਆ। ਆਪ ਦੇ ਗ੍ਰਹਿ ਵਿੱਚ ਇੱਕ ਬੇਟਾ 2 ਬੇਟੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਬੜੀ ਚੰਗੀ ਤਲੀਮ ਔਰ ਸਮਾਜ ਵਿੱਚ ਵਿਚਰਨਾ ਸਿਖਾਇਆ।
ਸਾਡੇ ਇੱਥੇ ਮੰਡੀ ਦੇ ਵਿੱਚ ਜਾਂ ਆਲੇ ਦੁਆਲੇ ਇੱਕ ਬਹੁਤ ਸਾਊ ਮਨੁੱਖ ਵਜੋਂ ਜਾਣੇ ਜਾਂਦੇ ਸਨ। ਨਹੀਂ ਤਾਂ ਕਿਸਾਨ ਜੂਨ ਦੇ ਆਮ ਕਰਕੇ ਲੱਗਦੇ ਕਿਸਾਨ ਜੂਨ ਵਾਲੇ ਖਣੀ ਕਿਤੇ ਨਾ ਕਿਤੇ ਬਹਿਸ ਨੇ ਝਗੜਾ ਕਰਦੇ, ਪਰ ਇਹਨਾਂ ਦਾ ਐਡਾ ਉੱਚਾ ਦਿਸਦਾ ਚੱਲ ਵੀ ਗੱਲਬਾਤ ਕਰਨ ਦਾ ਲਹਿਜਾ ਇੰਨਾ ਚੰਗਾ ਸੀ ਕਿ ਗੱਲਬਾਤ ਕਰਦੇ ਅੱਧੀਆਂ ਗੱਲਾਂ ਸਾਲਵ ਕਰਨ ਦੀ ਦ੍ਰਿੜਤਾ ਰੱਖਦੇ ਸੀ। ਮੈਂ ਹੁਣ ਬੁਲਾਰੇ ਮੇਰੇ ਪਾਸ ਬਹੁਤ ਹੈ, ਮੈਂ ਸਾਰਿਆਂ ਨੂੰ ਥੋੜਾ ਥੋੜਾ ਸਮਾਂ ਦੇ ਕੇ ਕੋਸ਼ਿਸ਼ ਕਰੂੰਗਾ ਕਿ ਜੇ ਸਾਨੂੰ ਪੇਸ਼ ਕਰਨ ਦੀ। ਗੁਰਦਰਸ਼ਨ ਸਿੰਘ ਕਾਲੇ ਜੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਾਡੇ ਬਾਘਾ ਪਿੰਡ ਦੇ ਬਲਾਕ ਪ੍ਰਧਾਨ ਹਨ ਔਰ ਸਾਡੇ ਨਾਲ ਆਏ ਸਾਥੀਆਂ ਨਾਲ ਮੁੱਢ ਤੋਂ ਚੱਲੇ ਆ। ਮੈਂ ਇਹਨੂੰ ਆਖੂੰਗਾ ਕਿ 2 ਮਿੰਟ ਹੋ ਆ ਕੇ ਆਪਣੇ ਵਿਚਾਰਾਂ ਨੂੰ ਸਾਂਝ ਪਾਓ। ਸ਼ਹੀਦ ਜਰਨੈਲ ਸਰਦਾਰ ਸੁਖਮੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਪਹੁੰਚੇ ਦੂਰੋਂ ਨੇੜਿਓਂ ਸਾਥ ਸੰਬੰਧੀ ਰਿਸ਼ਤੇਦਾਰ, ਪੰਚ ਸਰਪੰਚ, ਕਿਸਾਨ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਕਾਦੀਆਂ, ਪੰਜਾਬ ਦੀ ਟੀਮ, ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਜ਼ਿਲ੍ਹਿਆਂ ਦੀ ਟੀਮ, ਬਲਾਕਾਂ ਦੇ ਪ੍ਰਧਾਨ, ਬਲਾਕਾਂ ਦੀ ਟੀਮਾਂ, ਸਾਰੇ ਪਿੰਡਾਂ ਤੋਂ ਵੱਖ-ਵੱਖ ਪਹੁੰਚੇ ਬਜ਼ੁਰਗ, ਨੌਜਵਾਨ, ਬੱਚੇ, ਮਾਤਾਵਾਂ, ਭੈਣਾਂ, ਬੀਬੀਆਂ, ਬੱਚੇ, ਬੱਚੀਆਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ। ਜੇ ਜਨਨੀ ਜਨੇ ਤਾਂ ਭਗਤ ਜਨੇ ਜਾਂ ਸੂਰਮਾ ਜਨੇ ਸੁਖਮੰਦਰ ਸਿੰਘ ਜੀ ਦਾ। ਅਸੀਂ 25 ਨਵੰਬਰ ਨੂੰ ਇੱਥੋਂ ਤੁਰੇ ਸੀਗੇ ਤੇ 26 ਨਵੰਬਰ ਨੂੰ ਸਾਬੋ ਤਲਵੰਡੀ ਤੋਂ 3 ਜ਼ਿਲ੍ਹੇ ਇਕੱਠੇ ਹੋ ਕੇ ਅਸੀਂ ਤੁਰੇ ਸੀਗੇ ਸਰਦੂਲਗੜ੍ਹ ਦੇ ਰਾਸਤੇ। ਜਿੰਨੇ ਰਾਸਤੇ ਦੇ ਵਿੱਚ ਬੈਰੀਗੇਟ ਆਏ ਆ, 7-8 ਬੈਰੀਗੇਟ ਆਏ ਆ, ਅਸੀਂ ਸਰਦਾਰ ਨਰਮਲ ਸਿੰਘ ਤੇ ਮੈਂ ਤੇ ਚੰਨੂ ਵਾਲਾ ਗੁਰਬਚਨ ਸਿੰਘ 3 ਬੰਦੇ ਮੂਹਰੇ ਹੁੰਦੇ ਗੱਡੀ ਤੇ, ਮੈਂ ਜਾ ਕੇ ਦੱਸਦੇ ਬੈਰੀਗੇਟ ਲੱਗੇ ਆ। ਸਾਰੇ ਬੈਰੀਗੇਟ ਤੋੜ ਕੇ ਜਾਂਦੇ ਸੀਗੇ ਤੇ ਉਹਨਾਂ ਦੇ ਵਿੱਚ ਸਰਦਾਰ ਸੁਖਮੰਦਰ ਸਿੰਘ ਮੂਹਰੇ ਹੁੰਦਾ ਸੀ ਤੇ ਮੈਨੂੰ ਤੇ ਨਰਮਲ ਸਿੰਘ ਕਹਿ ਦਿੰਦੇ, ਬਾਪੂ ਤੁਸੀਂ ਖੜੇ ਰਹੋ, ਹੱਥ ਨਾ ਲਾਓ, ਤੋੜਨਾ ਸਾਡਾ ਕੰਮ ਆ, ਅਸੀਂ ਆਪੇ ਕਰਾਂਗੇ। ਇੱਥੋਂ ਤੱਕ ਸੀਗਾ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਸੀਗਾ ਕਿ ਮੈਂ ਸਰੀਰ ਤੋਂ ਮੈਨੂੰ ਹਾਰਟ ਦੀ ਪ੍ਰੋਬਲਮ ਹੈ, ਇਸ ਚੀਜ਼ ਦੀ ਪ੍ਰੋਬਲਮ ਨਹੀਂ ਕੀਤੀ। ਸਾਰੇ ਕੰਮ ਜੋਰ ਜਬਤੇ ਨਾਲ, ਜਿੱਥੇ ਧੱਕੇ ਮੁੱਕੀ ਵਾਲਾ ਕੰਮ ਸੀ ਸਾਰੇ ਕਰਦਾ ਗਿਆ। ਟਿਕਰੀ ਬਾਰਡਰ ਤੇ ਜਾ ਕੇ ਧੱਕੇ ਮੁੱਕੀ ਵਾਲੇ ਤੋਂ ਮੂਹਰੇ ਸੀਗੇ, ਜਿਹਦੇ ਵਿੱਚ ਸਾਡੇ 1-2 ਜਵਾਨਾਂ ਦੀਆਂ ਅੱਖਾਂ ਵੀ ਖਰਾਬ ਹੋਈਆਂ, ਸੱਟਾਂ ਫਿੱਟਾਂ ਵੀ ਲੱਗੀਆਂ, ਉੱਥੇ ਮੂਹਰੇ ਸੀਗੇ। ਜਦੋਂ ਤੋਂ ਜਾਪਦੇ ਮੋਰਚੇ ਦੇ ਵਿੱਚ ਉਹ ਮੈਨੂੰ ਪਤਾ ਵੀ ਉਹਨਾਂ ਦੀ ਮਦਨ ਲਾ ਚੜਾਈ ਕਰਕੇ ਸੀ, ਉਦੋਂ ਹੀ ਆਏ ਆ 1-2 ਦਿਨ ਵਾਸਤੇ ਤੇ ਉਦੋਂ ਕੋਟਕਪੂਰੋਂ ਜਾ ਰਹੇ ਸੀ। ਮੈਨੂੰ ਫੇਰ ਫੋਨ ਲਾਇਆ, ਕਹਿੰਦਾ ਬਾਪੂ ਮੈਂ ਕੋਟਕਪੂਰੋਂ ਚੜ੍ਹ ਜਾ ਗੱਡੀ। ਮੈਂ ਕਿਹਾ ਯਾਰ 2-4 ਦਿਨ ਅਟਕਦਾ ਜਾਂਦਾ, ਤੁਹਾਡੇ ਮਾਤਾ ਸਵਰਗਵਾਸ ਹੋਏ ਆ, 2-4 ਦਿਨ ਅਟਕ ਕੇ ਜਾਣਾ ਸੀ। ਕਹਿੰਦਾ ਨਹੀਂ ਉੱਥੇ ਨਹੀਂ ਮੈਂ ਜਾਊਂਗਾ, ਮੈਂ ਮੋਰਚੇ ਤੋਂ ਪਿੱਛੇ ਨਹੀਂ ਰਹਿਣਾ। ਦੂਜਾ ਇਹਨਾਂ ਦੇ ਪਿਤਾ ਸਰਦਾਰ ਅਜੀਤ ਸਿੰਘ, ਉਹਨਾਂ ਦੇ ਨਾਲ ਵੀ ਮੈਂ ਕੰਮ ਕੀਤਾ। ਉਦੋਂ ਮੈਂ ਜਿਹਦੇ ਦਾ ਮੀਤ ਪ੍ਰਧਾਨ ਹੁੰਦਾ ਸੀ, ਸਰਦਾਰ ਅਜੀਤ ਸਿੰਘ ਨੂੰ ਬਲਾਕ ਪ੍ਰਧਾਨ ਬਣਾ ਕੇ ਅਸੀਂ ਗਏ ਸੀਗੇ। ਸਰਦਾਰ ਅਜੀਤ ਸਿੰਘ ਦੇ ਨਾਲ ਮੇਰੀ ਡਿਊਟੀ ਲੱਗੀ ਸੀ ਬਾਘਾ ਪੁਰਾਣਾ ਤੇ ਨਿਹਾਲੇ ਵਾਲੇ ਦੇ ਵਿੱਚ। ਮੈਂ ਇਹਨਾਂ ਦੇ ਨਾਲ ਬਹੁਤ ਕੰਮ ਕੀਤਾ। ਉਦੋਂ ਸਰਦਾਰ ਸੁਖਮੰਦਰ ਸਿੰਘ ਛੋਟੇ ਸੀ, ਛੋਟੀ ਉਮਰ ਸੀਗੇ, ਜ਼ਿਆਦਾ ਜੰਗ ਸੀਗੇ ਪਰ ਛੋਟੀ ਸੀ, ਕਾਲੀ ਦਾੜੀ, ਛੋਟੇ ਸੀਗੇ। ਸਾਡੇ ਨਾਲ ਹੀ ਉਦੋਂ ਤੋਂ ਚੱਲੇ। ਮਾਸਟਰ ਅਜੀਤ ਸਿੰਘ ਦੇ ਨਾਲ ਹੀ ਉਦੋਂ ਤੋਂ ਹੀ ਆਉਂਦੇ ਹੁੰਦੇ ਸੀਗੇ। ਇਹਨਾਂ ਦੇ ਨਾਲ ਆਉਣਾ ਸਾਡੀ ਪੁਰਾਣੀ ਵਾਕਫੀਅਤ ਸੀਗੀ, ਉਦੋਂ ਤੋਂ ਆਉਂਦੇ ਸੀ। ਮੁੜ ਕੇ ਇਹਨਾਂ ਨੂੰ ਬਲਾਕ ਪ੍ਰਧਾਨ ਦੀ ਸੇਵਾ ਦਿੱਤੀ। ਇਹਨਾਂ ਨੇ ਬਲਾਕ ਪ੍ਰਧਾਨ ਦੀ ਸੇਵਾ ਬਹੁਤ ਬੇਖੂਬੀ ਨਿਭਾਈ। ਤਾਂ ਉਹ ਜੀ ਗੱਲ ਨਹੀਂ, ਕਿਸੇ ਕਮੀ ਵਿੱਚ ਕਮੀ ਨਹੀਂ ਆਈ। ਕੋਈ ਵੀ ਨਿਹਾਲ ਸਿੰਘ ਵਾਲਾ ਬਲਾਕ ਜਾਂ ਬਾਘੇ ਪੁਰਾਣੇ ਦਾ ਬਲਾਕ ਮੋਗੇ ਜ਼ਿਲ੍ਹੇ ਦੇ ਵਿੱਚੋਂ ਕੋਈ ਇੱਥੇ ਉਂਗਲੀ ਨਹੀਂ ਕਰ ਸਕਦਾ ਕਿ ਸੁਖਮੰਦਰ ਸਿੰਘ 'ਚ ਆਹ ਕਮੀ ਸੀ। ਸੰਪੂਰਨ ਸੀਗਾ, ਸਾਰੇ ਉਹਨਾਂ ਦਾ ਸੀਗਾ। ਸੂਰਾ ਸੀ, ਬਚਨ ਦਾ ਸੂਰਮਾ ਸੀ, ਬਚਨ ਕਰਦਾ ਹੁੰਦਾ ਸੀ। ਉੱਥੇ ਵੀ ਕਹਿੰਦਾ ਹੁੰਦਾ ਸੀ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ, ਨਹੀਂ ਲਾਸ਼ ਚ। ਪੂਰਾ ਸੂਰਮਾ ਸੀ, ਆਪਣੇ ਬਚਨ ਨਿਭਾ ਗਿਆ, ਆਪਣੀ ਗੱਲ ਕਹੀ ਪੂਰੀ ਕਰ ਗਿਆ।
मैं परमात्मा अगे ਉਹੀ अरदास करदा ਵੀ सतगुरु ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਪਿੱਛੇ ਸਾਡੀ ਬੇਟੀ ਬੱਚੀਆਂ ਤੇ ਬੱਚੇ ਨੂੰ ਸਾਥ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਬਣਨ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਦੇ MP ਸ੍ਰੀ ਮੁਹੰਮਦ ਸਦੀਕ ਜੀ ਹਾਜ਼ਰੀ ਲਵਾ ਕੇ ਗਏ ਹੈ। ਜਥੇਦਾਰ ਤੋਤਾ ਸਿੰਘ ਜੀ, ਸਰਦਾਰ ਮਹੀਰ ਚੰਦਰ ਸਿੰਘ ਜੀ, ਨਿਹਾਲ ਸਿੰਘ ਵਾਲਾ, ਸਰਦਾਰ ਮਨਜੀਤ ਸਿੰਘ ਬਲਾਸਪੁਰ MLA ਉਹ ਵੀ ਸਾਡੇ ਵਿੱਚ ਹਾਜ਼ਰ ਨੇ। ਜਗਰੂਪ ਸਿੰਘ ਧਰਤੂਪੁਰਾ ਸਾਬਕਾ ਚੇਅਰਮੈਨ ਉਹ ਵੀ ਹਾਜ਼ਰ ਨੇ। ਪਰਮਪਾਲ ਸਿੰਘ ਧਰਤੂਪੁਰਾ ਦੇ ਚੇਅਰਮੈਨ ਮਾਰਕੀਟ ਕਮੇਟੀ ਇਹ ਵੀ ਸਾਡੇ 'ਚ ਹਾਜ਼ਰ ਹੈ। ਹਰੀ ਸਿੰਘ ਖਾਈ। ਹੁਣ ਉਸ ਤੋਂ ਬਾਅਦ ਮੈਂ ਬੇਨਤੀ ਕਰੂੰ ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ ਵਿੱਤ ਸਕੱਤਰ ਪੰਜਾਬ, ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ। ਭਾਈ ਸਾਹਿਬ ਭਾਈ ਸੁਖਮੰਦਰ ਸਿੰਘ ਜੀ ਜਿਹੜੇ ਕਿ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਕਰਕੇ ਇੱਥੇ ਨਗਰ ਦੇ ਵਿੱਚ ਨਹੀਂ, ਇਲਾਕੇ ਦੇ ਵਿੱਚ ਨਹੀਂ, ਸਾਡੇ ਵਰਲਡ ਦੇ ਵਿੱਚ ਇੱਕ ਨਾਂ ਰੋਸ਼ਨ ਕਰਕੇ ਗਏ ਨੇ ਔਰ ਸ਼ਹੀਦਾਂ ਦੀ ਕਤਾਰ ਦੇ ਵਿੱਚ ਨਾਂ ਰੋਸ਼ਨ ਕਰਕੇ ਗਏ ਨੇ। ਜੇ ਮੈਂ ਇਸ ਪਰਿਵਾਰ ਦੀ ਗੱਲ ਕਰਾਂ, ਸਾਡੀ ਭੈਣ ਮਨਦੀਪ ਕੌਰ ਤੇ ਕਾਕਾ ਰਾਜਵੀਰ ਸਿੰਘ ਜਿੰਦਾ, ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਸੀ ਕਿ ਅੱਜ ਸਾਡੇ ਕੋਲੇ ਟਾਈਮ ਨਹੀਂ। ਜਿੱਥੇ ਵੀ ਲੋੜ ਪੈਂਦੀ ਸੀ ਸਰਦਾਰ ਸੁਖਮੰਦਰ ਸਿੰਘ ਜੀ ਮੂਹਰੇ ਚੜ੍ਹ ਕੇ ਅਗਵਾਈ ਦਿੰਦੇ ਸਨ। ਜਿੰਨਾ ਵੀ ਅਭੀ ਐਜੂਕੇਸ਼ਨਾਂ ਲੜਨਾ 12-13 ਸਾਲ ਹੋ ਗਏ। ਇਹਨਾਂ ਦੇ ਪਿਤਾ ਸਵਰਗੀਆ ਸਰਦਾਰ ਅਜੀਤ ਸਿੰਘ ਜੀ ਸਵਰਗਵਾਸ ਹੋਏ ਨੂੰ, ਉਸ ਤੋਂ ਬਾਅਦ ਇਹਨਾਂ ਨੂੰ ਪੱਗ ਦਿੱਤੀ ਔਰ ਇਸ ਪੱਗ ਨੂੰ ਇਹਨਾਂ ਨੇ ਇੱਕ ਦਿਨ ਧੱਬਾ ਨਹੀਂ ਲੱਗਣ ਦਿੱਤਾ ਕਿ ਇਸ ਕਿਸਾਨੀ ਦੀ ਵਾਂਗ ਨੂੰ ਇਹਨਾਂ ਨੇ ਆਪਣੇ ਹੱਥ ਸੰਭਾਲੀ। ਮੈਂ ਪਰਿਵਾਰ ਪ੍ਰਤੀ, ਕਿਉਂਕਿ ਇਹ ਪਰਿਵਾਰ ਆ ਜਿਹੜਾ ਪਹਿਲਾਂ ਹੀ 2 ਨਵੰਬਰ 1984 ਨੂੰ ਜਦੋਂ ਧਰਮਯੁੱਧ ਮੋਰਚਾ ਲੱਗਾ, ਇਹਨਾਂ ਦੇ ਵੱਡੇ ਭਰਾ ਸਰਦਾਰ ਅਕਬਾਲ ਸਿੰਘ ਨੇ ਵੀ ਸ਼ਹੀਦੀ ਦਿੱਤੀ ਆ। ਜੇ ਮੈਂ ਇਸ ਪਰਿਵਾਰ ਦੀ ਗੱਲ ਕਰਾਂ, ਇਲਾਕੇ ਦੇ ਵਿੱਚ ਮੰਨਿਆ ਤੰਨਿਆ ਪਰਿਵਾਰ ਹੈ। ਸੋ ਬੁਲਾਰੇ ਬਹੁਤ ਜ਼ਿਆਦਾ ਨੇ, ਕਿਉਂਕਿ ਸੰਤ ਬਾਬਾ ਜੀ ਜਲਾਲ ਵਾਲਿਆਂ ਨੇ ਆਪਾਂ ਨੂੰ 1.5 ਘੰਟਾ ਰਾਗਮਈ ਕੀਰਤਨ ਕਰਕੇ ਉਸ ਵਿਸਰੀ ਹੋਈ ਰੂਹ ਦੇ ਪਰਸਾਏ ਤਰ੍ਹਾਂ ਤਰ੍ਹਾਂ ਦੇ ਸਟਾਰਟ ਦੇ ਕੇ ਬਾਣੀ ਰਾਹੀਂ ਸਮਝਾਉਣਾ ਕੀਤਾ ਹੈ। ਦੇ ਅਨਿਤ ਨਾ ਨਿਤ ਰਹੇ। ਆਪਾਂ ਨੂੰ ਪਤਾ ਆਪਣਾ ਸਰੀਰ ਵੀ ਇੱਕ ਦਿਨ ਕੇਵਲ ਤੇ ਕੇਵਲ ਚਲੇ ਜਾਣਾ, ਪਰ ਜਾਣ ਜਾਣ ਦੇ ਵਿੱਚ ਫਰਕ ਹੁੰਦਾ। ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਸ਼ਹੀਦ ਭਾਈ ਸੁਖਮੰਦਰ ਸਿੰਘ ਜੀ ਨੇ ਕੁਰਬਾਨੀ ਦਿੱਤੀ ਆ, ਇਹ ਇੱਕ ਮਿਸਾਲ ਜਾਗਦੀ ਜਿਉਂਦੀ, ਜਿੰਨਾ ਚਿਰ ਜਾਗਰੂਗਾ ਉਹਨਾਂ ਚਿਰ ਜਿਉਂਦੀ ਰਹੂਗੀ। ਦਾਸ ਇਹਨਾਂ ਬੇਨਤਾਂ ਕਰਦਾ ਖਿਮਾ ਦਾ ਜਾਚਕਾ। ਅੰਤ ਦੇ ਵਿੱਚ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿ ਸੋ ਮੇਲ। ਪਰਮਾਤਮਾ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਿੱਛੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਪਰਿਵਾਰ ਨੂੰ, ਨਗਰ ਨਿਵਾਸੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਸੁਖਮੰਦਰ ਸਿੰਘ ਜੀ ਕਿਸਾਨ ਆਗੂ ਉਹ ਕੇ ਉਹ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸ਼ੋਕ ਸਮਾਗਮ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹਰ ਇੱਕ ਜਥੇਬੰਦੀ ਸਾਡੇ ਇਲਾਕੇ ਦੇ ਔਰ ਸਾਡੇ ਪੰਜਾਬ ਦੇ ਕੋਨੇ-ਕੋਨੇ ਤੇ ਪਹੁੰਚੇ। ਮੇਰੇ ਜਿੰਨੇ ਵੀ ਸਤਿਕਾਰਯੋਗ ਭੈਣ ਭਰਾ ਵੀਰ ਮਾਵਾਂ ਸਾਰਿਆਂ ਦਾ ਅਸੀਂ ਇੱਥੇ ਆਏ ਤੇ ਧੰਨਵਾਦ ਕਰਦੇ ਹਾਂ। ਇਹ ਜੀ ਸ਼ਹਾਦਤ ਠੀਕ ਆ, ਸਾਡਾ ਵੀਰ ਸਾਥੋਂ ਵਿਛੜ ਗਿਆ, ਉਹਦਾ ਘਾਟਾ ਪੂਰਾ ਹੋਣ ਵਾਲਾ ਨਹੀਂ, ਪਰ ਇਹ ਜੀ ਸ਼ਹਾਦਤ ਕਿਸੇ ਕਰਮ ਵਾਲੇ ਪਰਿਵਾਰ ਦੇ ਪੱਲੇ ਪੈਂਦੀ ਹੈ। ਨਹੀਂ ਤਾਂ ਦੁਨੀਆ ਤੋਂ ਜਦੋਂ ਬੰਦਾ ਜਾਂਦਾ ਹੈ, ਦੇਖੋ ਕਿਤੇ ਇੰਨਾ ਇਕੱਠ, ਕਿਤੇ ਇੰਨਾ ਲੋਕਾਂ ਨੇ, ਜਿੱਦੇ ਬਾਈ ਜੀ ਦੀ ਮਿੰਤਕ ਦੇ ਨੂੰ ਅਸੀਂ ਲੈ ਕੇ ਆ ਰਹੇ ਸੀ, ਕਿੱਡੇ ਕਿੱਡੇ ਕਾਫਲੇ, ਕਿੰਨੇ ਲੋਕ ਗਮ ਦੇ ਨਾਲ ਹੰਝੂ ਪੇ ਰਹੇ ਸੀ। ਮਨ ਸਾਡਾ ਬਹੁਤ ਭਰਦਾ ਸੀ, ਪਰ ਇੱਥੇ ਕੋਈ ਜ਼ੋਰ ਨਹੀਂ ਚੱਲਦਾ। ਸਾਡੇ ਵੀਰ ਦੀ ਸ਼ਹਾਦਤ ਨੂੰ ਅਸੀਂ ਹਰ ਵੇਲੇ ਯਾਦ ਰੱਖਾਂਗੇ ਅਤੇ ਪ੍ਰਮਾਤਮਾ ਅੱਗੇ ਇਹ ਬੇਨਤੀ ਕਰਾਂਗੇ ਕਿ ਸੱਚੇ ਪਾਤਸ਼ਾਹ ਇਹ ਸ਼ਹਾਦਤਾਂ ਦੇ ਕੇ ਵੀ ਸਾਡੇ ਮੋਰਚੇ ਨੂੰ ਜ਼ਬਤ ਕਰੀ। ਇੰਨਾ ਕਿ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਜ ਕਾ, ਕਿਉਂਕਿ ਬੁਲਾਰੇ ਬਹੁਤ ਜ਼ਿਆਦਾ ਹੈ।
ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਵਿੱਤਰ ਹਜ਼ੂਰੀ ਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦ ਸੁਖਮੰਦਰ ਸਿੰਘ ਜੀ ਦੇ ਸ਼ਰਧਾਂਜਲੀ ਸਮਾਗਮ ਤੇ ਜੁੜੇ ਹਾਂ ਤੇ ਦੋ ਗੱਲਾਂ ਮੈਂ ਕਰਨੀਆਂ, ਟਾਈਮ ਥੋੜਾ। ਪਹਿਲੀ ਗੱਲ ਇਹ ਆ ਕਿ ਆਪਣੇ ਤੋਂ ਜਿਹੜੇ ਇੱਥੇ ਬੈਠੇ ਹੋ ਬਹੁਤ ਘੱਟ ਜਾਣਦੇ ਹੋਣਗੇ ਵੀ ਉਹਨਾਂ ਦੀ ਜ਼ਮੀਨ ਕਿੰਨੀ ਹੈ, ਬਹੁਤ ਘੱਟ ਜਾਣਦੇ ਹੋਣਗੇ ਕਿ ਉਹਨਾਂ ਦਾ ਘਰ ਕਿਹੋ ਜਿਹਾ, ਬਹੁਤ ਘੱਟ ਆ ਜਿਹੜੇ ਜਾਣਦੇ ਹੋਣਗੇ ਕਿ ਉਹਨਾਂ ਦੀ ਜਾਇਦਾਦ ਕਿੰਨੀ ਹੈ। ਪਰ ਜਿਹੜੇ ਅੱਜ ਪੰਜਾਬ ਦੇ ਵਿੱਚ, ਦੇਸ਼ ਚ, ਦੁਨੀਆ 'ਚ ਸਮਾਗਮ ਨੂੰ ਦੇਖ ਰਹੇ ਆ, ਉਹ ਸਭ ਲੋਕ ਜਾਣਦੇ ਆ ਕਿ ਉਹਨਾਂ ਦੀ ਅਸਲ ਕਮਾਈ ਆ ਜਿਹੜੀ ਅੱਜ ਇਸ ਸ਼ਰਧਾਂਜਲੀ ਸਮਾਗਮ ਤੇ ਦਿਖ ਰਹੀ ਆ। ਇਹ ਹਰ ਇੱਕ ਮਨੁੱਖ ਨੂੰ ਦੇ ਲਈ ਸਬਕ ਆ ਕਿ ਇਦੋਂ ਵੱਡੀ ਕਮਾਈ ਕੋਈ ਹੋ ਨਹੀਂ ਸਕਦੀ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਬੈਠੇ ਤੇ ਇਹਦੇ ਜੋ ਆਪਾਂ ਨੂੰ ਸਬਕ ਮਿਲਦੇ ਆ। ਸਭ ਦੀ ਗੁਰਬਾਣੀ ਦੇ ਵਿੱਚ ਦਰਜ ਆ ਕਿ ਰਾਣਾ ਰਾਉ ਨਾ ਕੋ ਰਹੇ, ਰੰਗ ਨਾ ਤੰਦ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਮੈਂ ਇਹਦੇ ਜੋ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਸਾਂਝੀ ਇਹ ਕਰਨੀ ਹੈ ਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਇੱਥੇ ਜਿਹੜਾ ਆਇਆ ਉਹਨੇ ਚਲੇ ਜਾਣਾ, ਪਰ ਨਾਲ ਦੀ ਨਾਲ ਜਦੋਂ ਗੁਰਬਾਣੀ 'ਚ ਸ਼ਬਦ ਆਉਂਦੇ ਵਾਰੀ ਆਪੋ ਆਪਣੀ, ਇਹਦਾ ਮਤਲਬ, ਇਹਦਾ ਅਰਥ ਹੈ ਕੋਈ ਕਿ ਅਸੀਂ ਫਸਲ ਬੀਜਦੇ, ਬੀਜ ਪੁੰਗਰਦੇ ਆ, ਉਹ ਫਸਲ ਪੱਕਦੀ ਆ, ਪੱਕੀ ਹੋਈ ਫਸਲ ਨੂੰ ਅਸੀਂ ਸਾਂਭਦੇ ਆ ਤੇ ਅੱਗੇ ਨਸਲਾਂ ਅੱਗੇ ਉਹ ਚੱਲਦੀਆਂ। ਪਰ ਜੇ ਉਹ ਫਸਲ ਅੱਧ ਵਿਚਾਲਿਓ ਉਹਨੂੰ ਕੱਟ ਲਿਆ ਜਾਵੇ ਤੇ ਅੱਗੇ ਬੀਜ ਨਹੀਂ ਪੁੰਗਰਦੇ, ਦਾ ਮਤਲਬ ਕੀ ਆ ਕਿ ਉਹਦੀ ਵਾਰੀ ਤੋਂ ਪਹਿਲਾਂ ਜੇ ਕੱਟ ਲਿਆ ਜਾਵੇ, ਜੇ ਕੋਈ ਬੱਚਾ ਉਹ ਸਿੱਧਾ ਯੂਨੀਵਰਸਿਟੀ 'ਚ ਨਹੀਂ ਜਾਂਦਾ, ਉਹ ਸਿੱਧਾ ਕਾਲਜ ਹਾਈ ਸਕੂਲ 'ਚ ਨਹੀਂ ਜਾਂਦਾ, ਉਹ ਪਹਿਲਾਂ ਪ੍ਰਾਇਮਰੀ ਸਕੂਲ 'ਚ ਜਾਂਦਾ, ਪਹਿਲਾਂ ਪ੍ਰਾਇਮਰੀ ਫਿਰ ਹਾਈ ਫਿਰ ਕਾਲਜ ਫਿਰ ਯੂਨੀਵਰਸਿਟੀ। ਇਹ ਵਾਰੀ ਹੈ। ਗੁਰਬਾਣੀ ਸਾਨੂੰ ਫਰਮਾਨ ਕਰਦੀ ਹੈ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਇਹ ਅਣਹੋਣੀਆਂ ਜਿਨ੍ਹਾਂ ਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਆ। ਮੈਂ ਫਿਰ ਗੁਰਬਾਣੀ ਦੇ ਹਵਾਲੇ ਦੇ ਨਾਲ ਕਹਿਣਾ ਚਾਹੂੰਗਾ ਕਿ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ, ਗੁਰੂ ਨਾਨਕ ਸਾਹਿਬ ਸਾਨੂੰ ਸਿੱਖਿਆ ਦਿੰਦੇ ਆ। ਉਹ ਕੀ ਕਹਿੰਦੇ ਆ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਮੈਂ ਆਪਦੀ ਗੱਲ ਇੱਥੇ ਸਮਾਪਤ ਕਰਦਾ ਕਿ ਪਾਣੀ, ਹਵਾ ਤੇ ਧਰਤੀ, ਜਦੋਂ ਮਹੱਤ ਦੀ ਗੱਲ ਕਰਦੇ ਦਾ ਮਤਲਬ ਇਹ ਹੈ ਕਿ ਧਰਤੀ ਸਾਡੀ ਵੱਡੀ ਮਾਂ ਹੈ। ਅੱਜ ਸਾਡੀ ਤੇ ਰਾਜ ਕਰਦੀ ਹਕੂਮਤ ਨੇ ਸਾਡੇ ਹਵਾ ਤੇ ਧਰਤੀ ਤੇ ਸਾਡੀ ਵੱਡੀ ਮਾਂ ਤੇ ਹਮਲਾ ਕੀਤਾ। ਸਰਦਾਰ ਸੁਖਮੰਦਰ ਸਿੰਘ ਜਿਨ੍ਹਾਂ ਦੀ ਇਹ ਸ਼ਹਾਦਤ ਹੋਈ ਹੈ, ਉਹਨਾਂ ਨੇ ਰੱਖਿਆ ਕੀਤੀ ਹੈ ਗੁਰੂ ਸਾਹਿਬਾਨਾਂ ਦੇ, ਜਿਹੜੀ ਹਦਾਇਤ ਕਰਕੇ ਗਏ ਸੀ ਕਿ ਧਰਤੀ ਸਾਡੀ ਵੱਡੀ ਮਾਂ ਹੈ। ਸੋ ਇਸ ਕਰਕੇ ਸਾਨੂੰ ਸਬਕ ਲੈਣ ਦੀ ਲੋੜ ਹੈ ਕਿ ਸਾਡੇ ਹਵਾ ਤੇ ਸਾਡੇ ਪਾਣੀ ਤੇ ਸਾਡੀ ਵੱਡੀ ਮਾਂ ਤੇ ਜਦੋਂ ਅਸੀਂ ਇੱਥੇ ਮੱਥਾ ਟੇਕਦੇ ਤੇ ਗੁਰਬਾਣੀ ਸਾਨੂੰ ਹਦਾਇਤ ਕਰਦੀ ਹੈ ਕਿ ਇਹਦੀ ਰੱਖਿਆ ਕਰਨੀ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਦੀ ਸਿੱਖਿਆ ਨੂੰ ਅਸੀਂ ਆਪਣੇ ਅਮਲ ਦੇ ਵਿੱਚ ਜ਼ਿੰਦਗੀ 'ਚ ਬਣਾਉਣੇ ਆ। ਸੋ ਇਸ ਕਰਕੇ ਜਿੰਨੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਉਣੇ ਆ ਤੇ ਅੱਜ ਜਿਹੜੀ ਸਾਡੀ ਸਰਕਾਰ ਦੇ ਨਾਲ ਜੰਗ ਲੱਗੀ ਆ, ਆਪਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੇਧ ਦਿੰਦੇ ਆ, ਸਾਡੇ ਗੁਰੂ ਸਾਹਿਬਾਨ ਸਾਨੂੰ ਸੇਧ ਦੇ ਕੇ ਗਏ ਆ ਕਿ ਅਸੀਂ ਇਹ ਹਵਾ ਦੀ ਬੇਅਦਬੀ ਨਹੀਂ ਹੋਣ ਦੇਵਾਂਗੇ। ਅਸੀਂ ਜਿਹੜੀ ਸਾਡੀ ਧਰਤੀ ਸਰਬੱਤ ਲਈ ਅੰਨ ਲਾਉਂਦੀ ਆ, ਕੋਈ ਇੱਕ ਇਹਦਾ ਮਾਲਕ ਬਣੇ ਅਸੀਂ ਇਹ ਪ੍ਰਵਾਨ ਨਹੀਂ ਕਰਾਂਗੇ। ਕੋਈ ਸਾਡਾ ਪਾਣੀ ਜਿਹੜੇ ਦਰਿਆ ਇਸ ਧਰਤੀ ਦੇ ਵਗਦੇ ਆ, ਕੋਈ ਇਹਦਾ ਮਾਲਕ ਬਣ ਨੂੰ ਫਿਰੇ, ਅਸੀਂ ਇਹ ਪ੍ਰਵਾਨ ਨਹੀਂ ਕਰਾਂਗੇ। ਅੱਜ ਦੇ ਦਿਨ ਤੇ ਜਦੋਂ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਜੁੜੇ ਆ ਤੇ ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਆ ਕਿ ਜਿਹੜੇ ਰਾਹ ਤੁਰੇ ਇਸ ਧਰਤੀ ਨੂੰ, ਇਸ ਅਨਾਜ ਨੂੰ ਬਚਾਉਣ ਲਈ ਅਸੀਂ ਵੀ ਆਪਣੇ ਜਿਹੜੇ ਸਵਾਸ ਆ ਉਹ ਸੰਘਰਸ਼ ਦੇ ਲੇਖੇ ਲਾਵਾਂਗੇ ਔਰ ਜਿੱਤ ਕੇ ਮੁੜਾਂਗੇ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਮੈਂ ਆਪਣੀ ਗੱਲ ਸਮਾਪਤ ਕਰਦਾ ਹੋਇਆ ਉਹਨਾਂ ਨੂੰ ਫਿਰ ਸ਼ਰਧਾ ਦੇ ਫੁੱਲ ਭੇਂਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਸਾਡੇ ਵੱਡੇ ਵੀ ਸ਼ਹੀਦ ਸੁਖਮੰਦਰ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਜੁੜ ਬੈਠੇ ਸਮੂਹ ਸਾਧ ਸੰਗਤ ਜੀਓ,
ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬੜਾ ਕੁਝ ਸਰਦਾਰ ਸੁਖਮੰਦਰ ਸਿੰਘ ਜੀ ਬਾਰੇ, ਸ਼ਹੀਦ ਸੁਖਮੰਦਰ ਸਿੰਘ ਜੀ ਬਾਰੇ ਦੱਸਿਆ ਔਰ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਸੁਖਜਿੰਦਰ ਮਹੇਸ਼ਰੀ ਜੀ ਗੁਰੂ ਸਾਹਿਬ ਦਾ ਹਵਾਲਾ ਦੇ ਕੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਗਏ ਆ। ਸੋ ਉਹਨਾਂ ਗੱਲਾਂ ਨੂੰ ਰਿਪੀਟ ਨਹੀਂ ਕਰਾਂਗੇ। ਮੈਂ ਸਿਰਫ ਆਪਣੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਮੋਗਾ ਉਹਦੇ ਵੱਲੋਂ ਹਾਜ਼ਰ ਹੋਇਆ ਔਰ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਦੀ ਹਾਜ਼ਰੀ ਲਗਾਉਣ ਵਾਸਤੇ ਖੜਾ ਹੋਇਆ। ਸੋ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਕੰਮਾਂ ਰਾਹੀਂ ਸਿੱਖ ਧਰਮ ਦਾ ਫਲਸਫਾ ਜਿਹੜਾ ਉਹਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਚਾਰਿਤ ਕੀਤਾ ਹੈ। ਔਰ ਮੈਨੂੰ ਯਾਦ ਹੈ ਕਿ 14 ਦਸੰਬਰ ਨੂੰ ਜਦੋਂ ਅਸੀਂ ਉਹਨਾਂ ਦੇ ਨਾਲ ਸਿੰਘੂ ਬਾਰਡਰ ਤੇ ਹਾਜ਼ਰ ਸੀ ਤਾਂ ਉਹਨਾਂ ਨੇ ਸਟੇਜ ਦੇ ਉੱਤੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਵੀ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਰਹੇ ਆ ਉਹਨਾਂ ਸਾਰੇ ਕਿਸਾਨਾਂ ਨੂੰ ਦੇ ਪਰਿਵਾਰਾਂ ਨੂੰ 10,000 ਰੁਪਇਆ ਮਹੀਨਾ ਪੈਨਸ਼ਨ ਜਿਹੜੀ ਹੈ ਉਹ ਦਿੱਤੀ ਜਾਊਗੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ। ਸੋ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ 4 ਕਿਸਾਨ ਸਾਡੇ ਕੋਲ ਸਾਡੇ ਰਿਕਾਰਡ ਦੇ ਮੁਤਾਬਕ ਸ਼ਹੀਦ ਹੋ ਚੁੱਕੇ ਆ। ਸੋ ਉਹਨਾਂ ਦੇ ਵਿੱਚੋਂ 2 ਪਰਿਵਾਰਾਂ ਦੇ ਅਸੀਂ ਪੈਨਸ਼ਨਾਂ ਦੇ ਫਾਰਮ ਭਰਵਾ ਕੇ ਭੇਜ ਚੁੱਕੇ ਹਾਂ ਜਿਨ੍ਹਾਂ ਦੀ ਅਗਲੇ ਮਹੀਨੇ ਤੋਂ ਪੈਨਸ਼ਨ ਸ਼ੁਰੂ ਹੋ ਰਹੀ ਹੈ। ਔਰ ਸਰਦਾਰ ਸੁਖਮੰਦਰ ਸਿੰਘ ਜੀ ਦੇ ਪਰਿਵਾਰ ਉਹਨਾਂ ਦਾ ਅਸੀਂ ਪੈਨਸ਼ਨ ਫਾਰਮ ਅੱਜ ਲੈ ਕੇ ਆਏ ਹਾਂ ਔਰ ਦੇ ਕੇ ਜਾ ਰਹੇ ਹਾਂ। 1-2 ਦਿਨਾਂ ਦੇ ਵਿੱਚ ਉਹ ਕੰਪਲੀਟ ਕਰਕੇ ਸਾਡੇ ਕੋਲ ਪਹੁੰਚਦਾ ਕਰਨਗੇ ਤੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਏਗੀ। ਸੋ ਇਹੀ ਸੁਨੇਹਾ ਉਹਨਾਂ ਨੇ ਮੈਨੂੰ ਦੇਣ ਲਈ ਕਿਹਾ ਕਿ ਕਿਸਾਨ ਅੰਦੋਲਨ ਦੀ ਇੱਕ ਸਭ ਤੋਂ ਵੱਡੀਆ ਖੂਬਸੂਰਤੀ ਜਿਹੜੀ ਦੇਖਣ ਨੂੰ ਮਿਲੀ ਹੈ ਉਹ ਇਹ ਕਿ ਸਾਡੇ ਵਿੱਚੋਂ ਭੇਦਭਾਵ ਖਤਮ ਹੋਇਆ, ਸਾਡੀ ਭਾਈਚਾਰਕ ਸਾਂਝ ਵਧੀ ਹੈ। ਅਸੀਂ ਇੱਕ ਦੂਸਰੇ ਦੇ ਦੁੱਖਾਂ ਸੁੱਖਾਂ ਦੇ ਵਿੱਚ ਪਹਿਲਾਂ ਸਿਰਫ ਅਸੀਂ ਲੋਕ ਲੱਜੋਂ ਸ਼ਾਮਲ ਹੁੰਦੇ ਸੀ ਪਰ ਹੁਣ ਜਿਹੜਾ ਅਸੀਂ ਹਰ ਇੱਕ ਦੇ ਦੁੱਖ ਸੁੱਖ ਨੂੰ ਆਪਣਾ ਸਮਝ ਕੇ ਚੱਲ ਰਹੇ ਹਾਂ। ਇੱਕ ਬਹੁਤ ਹੀ ਵਧੀਆ ਗੱਲ ਹੋਈ ਹੈ। ਔਰ ਦੂਸਰੀ ਗੱਲ ਹੈ ਕਿ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਇਹਨਾਂ ਸਟੇਟਾਂ ਦੀ ਜਿਹੜੀ ਆਪਸ ਦੇ ਵਿੱਚ ਭਾਈਚਾਰਕ ਸਾਂਝ ਵਧੀ ਹੈ ਉਹ ਵੀ ਬਹੁਤ ਹੀ ਸਲਾਹੁਣਯੋਗ ਹੈ। ਸੋ ਇਸ ਅੰਦੋਲਨ ਦੇ ਦੌਰਾਨ ਜਿੱਥੇ ਕਿਸਾਨ ਜਥੇਬੰਦੀਆਂ ਨੇ 1991-92 ਤੋਂ ਲੈ ਕੇ ਲੋਕਾਂ ਨੂੰ ਲਾਮਬੰਦ ਕੀਤਾ ਔਰ ਅੱਜ ਐਡਾ ਵੱਡਾ ਅੰਦੋਲਨ ਸ਼ੁਰੂ ਹੋਇਆ ਉਹਦੇ ਨਾਲ ਨਾਲ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਬਹੁਤ ਸੋਹਣਾ ਰੋਲ ਪਲੇ ਕੀਤਾ ਹੈ। ਉੱਥੇ ਲੰਗਰ ਦੀ ਸੇਵਾ, ਰਹਿਣ ਦਾ ਇੰਤਜ਼ਾਮ ਔਰ ਉੱਥੋਂ ਦੇ ਜਿਹੜੇ ਦਿੱਲੀ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਵੀ ਲੰਗਰ ਜਿਹੜਾ ਛਕਾਇਆ ਜਾ ਰਿਹਾ ਹੈ। ਔਰ ਪੂਰੀ ਦੁਨੀਆ ਦੇ ਵਿੱਚ ਸਿੱਖ ਧਰਮ ਦਾ ਬਹੁਤ ਸੋਹਣਾ ਪ੍ਰਚਾਰ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੋਇਆ ਹੈ। ਸਿੱਖ ਧਰਮ ਦਾ ਫਲਸਫਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ ਹੈ। ਸੋ ਡਾਕਟਰ ਅਬਰਾਏ ਜੀ ਨੇ ਇੱਕੋ ਹੀ ਗੱਲ ਕਹੀ ਕਿ ਮੇਰਾ ਸੰਦੇਸ਼ ਉੱਥੇ ਦੇਣਾ ਕਿ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਕੁਝ ਧਾਰਮਿਕ ਕੱਟੜ ਲੋਕ ਤੇ ਕੁਝ ਜਥੇਬੰਦੀਆਂ ਦੇ ਕੱਚ ਘਰੜ ਨੇਤਾ, ਕੱਚ ਘਰੜੀ ਕਹਿ ਸਕਦੇ ਕਿਉਂਕਿ ਸੂਝਵਾਨ ਲੋਕ ਜਿਹੜੇ ਤੁਹਾਡੇ ਦਰਮਿਆਨ ਬੈਠੇ ਦੇਖੋ ਕਿੰਨੀਆਂ ਵਧੀਆ ਵਧੀਆ ਗੱਲਾਂ ਕਰ ਰਹੇ ਆ ਔਰ ਕੋਈ ਵੀ ਇੱਕ ਦੂਜੇ ਦੇ ਨਾਲ ਫਰਕ ਪਾਉਣ ਵਾਲੀ ਗੱਲ ਨਹੀਂ ਕੀਤੀ ਜਾ ਰਹੀ। ਸੋ ਇਸ ਏਕਤਾ ਨੂੰ ਬਣਾ ਕੇ ਰੱਖਣ ਦੀ ਲੋੜ ਹੈ, ਹੋਰ ਗੂੜਾ ਕਰਨ ਦੀ ਲੋੜ ਹੈ ਔਰ ਸਾਡੀ ਜਿੱਤ ਇਸ ਏਕਤਾ ਦੇ ਵਿੱਚ ਹੀ ਛੁਪੀ ਹੋਈ ਹੈ। ਸੋ ਇਸ ਬੇਨਤੀ ਨੂੰ ਰਾਏ ਸਾਹਿਬ ਵੱਲੋਂ ਜੋ ਕੀਤੀ ਗਈ ਉਹਨੂੰ ਪ੍ਰਵਾਨ ਕਰਨਾ ਔਰ ਆਪਸ ਦੇ ਵਿੱਚ ਫਰਕ ਪਾਉਣ ਦਾ ਸਮਾਂ ਨਹੀਂ ਹੋਣਾ। ਸਗਾਂ ਦੀ ਜਿਹੜੇ ਮਾੜੇ ਮੋਟੇ ਫਰਕ ਆ ਉਹਨਾਂ ਨੂੰ ਮਿਟਾ ਕੇ ਅੱਗੇ ਵਧਣ ਦਾ ਸਮਾਂ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਸਾਰਿਆਂ ਨੂੰ ਵੀ ਸੋਚਣ ਤੇ ਸਮਝਣ ਦੀ ਲੋੜ ਆ ਹੁਣ ਜਿਹੜੇ ਹਾਲਾਤ ਚੱਲੀ ਜਾਂਦੇ ਆ, ਕਿਤੇ ਐਸਾ ਸਬੱਬ ਬਣ ਜੇ ਵਾਹਿਗੁਰੂ ਕਿਤੇ ਐਸੀ ਸੁਲੱਖਣੀ ਘੜੀ ਲਿਆ ਦੇ ਵੀ
ਹਜੇ ਵੀ ਜਿਹੜੇ ਝੰਡੇ ਵੱਖੋ ਵੱਖਰੇ ਇੱਕ ਹੋ ਜਾਣ, ਹਜੇ ਵੀ ਕਿਤੇ ਐਸੀ ਘੜੀ ਆ ਜੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਡਾ ਚ ਬਹਿ ਕੇ ਮੰਗ ਰਹੇ ਹਾਂ, ਅਰਦਾਸ ਹੀ ਕਰ ਰਹੇ ਹਾਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਮਹਾਰਾਜ ਦੇ ਚਰਨਾਂ 'ਚ ਵੀ ਹਜੇ ਵੀ ਜਿਹੜੇ ਵੱਖੋ ਵੱਖਰੇ ਝੰਡੇ ਕਿ ਉਹ ਇੱਕ ਹੋ ਜਾਣ, ਆਪਣੀ ਜਿੱਤ ਪੱਕੀ। ਸਰਦਾਰ ਸੁਖਮੰਦਰ ਸਿੰਘ ਦੇ ਸੰਘਰਸ਼ ਬਾਰੇ ਜਿੰਨੀ ਆਪਾਂ ਗੱਲ ਕਰੀ ਆ ਇੱਥੋਂ ਸਟੇਜ ਤੋਂ ਜਾਂ ਜਿੰਨੀ ਸੁਣੀ ਆ, ਉਹਨਾਂ ਦੇ ਸੰਘਰਸ਼ ਨੂੰ ਇੰਨੇ ਥੋੜ੍ਹੇ ਸਮੇਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਕਿ ਮੈਨੂੰ ਮੌਕਾ। ਇੱਕ ਉਹਨਾਂ ਦੇ ਕੀਤੀ ਘਾਲਣਾ ਨੂੰ ਆਪਾਂ ਯਾਦ ਕਰ ਸਕਦੇ ਹਾਂ ਵੀ ਹਾਂ ਉਹਨਾਂ ਘਾਲਣਾ ਘਾਲੀ ਆ, ਇੱਥੋਂ ਬਿਆਨ ਕਰਨਾ ਬਹੁਤ ਔਖਾ, ਬੁਲਾਰੇ ਤੁਹਾਡੇ ਕੋਲ ਜ਼ਿਆਦੇ ਆ। ਸਭ ਦਾ ਤੁਹਾਡਾ ਧੰਨਵਾਦ, ਤੁਸੀਂ ਇੱਥੇ ਚੱਲ ਕੇ ਆਏ, ਤੁਹਾਡਾ ਕੱਲਾ ਕੱਲਾ ਕਰਨ ਪਰਿਵਾਰ ਦੇ ਸਿਰ ਮੱਥੇ ਸੰਗ ਸੰਗੇ ਸੰਤਾਂ ਸਿਰ ਗੱਜ ਬੱਜ ਕੇ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਜੋਤ ਸਿੰਘ ਚੀਮਾ ਜਨੇਰ, ਮਾਸਟਰ ਗੁਰਸੇਵ ਸਿੰਘ ਜੀ ਜਨੇਰ, ਇਹਨਾਂ ਨੇ ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਅਗਵਾਈ 'ਚ 25 ਟਰੈਕਟਰਾਂ ਦੀ ਵੱਡੀ ਸੰਗਤ, ਤੇ ਕੱਲ੍ਹ ਵੀ ਬੀਬੀਆਂ ਦਾ ਜਥਾ ਉੱਥੇ ਰਵਾਨਾ ਹੋਇਆ ਸਾਡੇ ਸਿੰਘੂ ਬਾਗ ਤੇ। ਅੱਗੇ ਮੈਂ ਮਾਫੀ ਚਾਹੂੰਗਾ ਦਰਸ਼ਨ ਸਿੰਘ ਰੌਲੀ, ਗੁਰਜੀਤ ਸਿੰਘ ਦੱਲੂਵਾਲਾ, ਰਵਿੰਦਰ ਸਿੰਘ ਪ੍ਰਧਾਨ ਕੰਜੀ ਗੁਲਾਬ ਸਿੰਘ ਵਾਲਾ, ਦਲਜੀਤ ਸਿੰਘ ਚੰਨੂਵਾਲਾ, ਕੁਲਵੰਤ ਸਿੰਘ ਜੋਗੀਵਾਲਾ, ਬੂਟਾ ਸਿੰਘ ਪੰਡੋਰੀ, ਜਸਵੀਰ ਸਿੰਘ ਭਲੂ, ਸਰਪੰਚ ਇਕਬਾਲ ਸਿੰਘ ਭਲੋਟੀ, ਜਸਵਿੰਦਰ ਸਿੰਘ ਚਗਾਵਾਂ, ਲਵਦੀਪ ਸਿੰਘ ਸਰਪੰਚ ਸਰੀਆਂ, ਬਲਵਾਨ ਸਿੰਘ ਚਿਰਕ, ਰਛਪਾਲ ਸਿੰਘ ਤਵਾਰੀ ਕਪੂਰੇ, ਗੁਰਬਚਨ ਸਿੰਘ ਚੰਨੂਵਾਲਾ, ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਦਾਦਾ, ਗੁਰਸੇਵਕ ਸਿੰਘ ਲੋਂਗੋ ਦੀ। ਹੁਣ ਮੈਂ ਬੇਨਤੀ ਕਰੂੰਗਾ ਮਾਸਟਰ ਰਵਿੰਦਰਪਾਲ ਸਿੰਘ ਧੂੜਕੋਟ, ਉਹ ਆਉਣ ਤੇ ਆ ਕੇ ਆਪਣੇ ਵਿਚਾਰ ਸਾਂਝ। ਸ਼ਹੀਦ ਸੁਖਮੰਦਰ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਬੈਠੀ ਸਾਧ ਸੰਗਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦ ਡੋਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀ ਨਾਲ ਖੋਪੜ ਲੈ ਜਾਂਦੇ ਤਾਂ ਤਸਵੀਰ ਬਦਲਦੀ ਕੌਮਾਂ ਦੀ। ਇਹ ਪਰਿਵਾਰ ਦੇ ਮੇਰਾ ਵੱਡਾ ਵੀਰ ਪਹਿਲਾਂ ਇਕਬਾਲ ਵੀ ਇਸ ਪਰਿਵਾਰ ਦੇ ਵਿੱਚੋਂ ਸ਼ਹੀਦ ਹੋਇਆ, ਉਹ 84 ਦੇ ਦੰਗਿਆਂ ਦੇ ਵਿੱਚ। ਤੇ ਅੱਜ 7 ਤਰੀਕ ਨੂੰ ਉੱਥੇ ਮੇਰਾ ਛੋਟਾ ਵੀਰ ਟਿਕਰੀ ਬਾਰਡਰ ਤੇ ਸਾਡੇ ਕਿਸਾਨੀ ਮੋਰਚੇ ਦੇ ਵਿੱਚ ਸਾਨੂੰ ਬਦੇ ਵਿਛੜ ਗਿਆ ਸਾਥੋਂ। ਮੇਰੇ ਵੀਰ ਦੀ ਕੋਈ ਤਮੰਨਾ ਸੀ, ਮੈਂ ਕੋਈ ਗੱਲ ਕਰਦੀ ਆ ਵੀ ਮਾਸਟਰ ਜੀ ਤੁਸੀਂ ਮੇਰੇ ਵਾਲੀ ਟਰਾਲੀ ਦੇ ਵਿੱਚ ਰਹਿਣਾ ਹੈ। ਜਦੋਂ 25 ਨੂੰ ਵੀ ਗਏ ਆ, 25 ਤੋਂ ਜਾਣ ਤੋਂ ਵੀ ਇਹ ਕਹਿੰਦਾ ਸੀ ਮਾਸਟਰ ਜੀ ਆਪਾਂ ਇਕੱਠੇ ਚੱਲਾਂਗੇ, ਇੱਕੋ ਟਰਾਲੀ ਦੇ ਵਿੱਚ ਜਾਣਾ ਹੈ। ਭਾਵੇਂ ਸਾਡੇ ਜਥੇਬੰਦੀਆਂ ਵੱਖਰੀਆਂ ਸੀਗੀਆਂ, ਸਾਡਾ ਇੰਨਾ ਪਿਆਰ ਸੀ ਦੋਹਾਂ ਦਾ, ਪਰ ਕੁਦਰਤ ਨੇ ਉਦਣ ਵੀ ਟਾਈਮ ਨਹੀਂ ਦਿੱਤਾ। ਫਿਰ 23 ਨੂੰ ਅਸੀਂ ਇੱਥੋਂ ਟਰਾਲੀ ਲੈ ਕੇ ਸਿੰਘੂ ਬਾਰਡਰ ਤੇ ਗਏ। ਉਦੋਂ ਵੀ ਮੈਨੂੰ ਫੋਨ ਕੀਤਾ, ਮਾਸਟਰ ਜੀ ਮੇਰੇ ਕੋਲੇ 1-2 ਰਾਤਾਂ ਲਾ ਕੇ ਜਾਣੀਆਂ, ਪਰ ਕੁਦਰਤ ਨੇ ਉੱਥੇ ਵੀ ਸਾਨੂੰ ਅਸੀਂ 28 ਨੂੰ ਸਿੰਘੂ ਬਾਰਡਰ ਤੋਂ ਵਾਪਸ ਆ ਗਏ। ਤੇ ਹੁਣ ਸਾਰ ਅਸੀਂ ਫੇਰ ਦੁਬਾਰੇ 30 ਤਰੀਕ ਨੂੰ ਜਦੋਂ ਦੁਬਾਰੇ ਟਿੱਕੀ ਬਾਰਡਰ ਤੇ ਗਏ ਤਾਂ ਚਾਹ ਚੜ ਗਿਆ ਮੇਰੇ ਵੀਰ ਨੂੰ। ਮੈਂ ਮੈਡਮ ਨੂੰ ਵੀ ਮੈਂ ਕਿਹਾ ਮੈਂ ਚੱਲਿਆ ਹੁਣ ਟਿੱਕੀ ਬਾਰਡਰ ਤੇ। ਅਸੀਂ 30 ਨੂੰ ਅਸੀਂ ਆਪਦੇ ਟਰਾਲੀ ਦੇ ਵਿੱਚ ਧੁਰਕੁਟਾਏ ਅੱਡੇ ਤੇ ਰਹੇ। ਤੇ ਜਦੋਂ 31 ਨੂੰ ਮੈਂ ਉੱਥੇ ਪਹੁੰਚਿਆ, ਕਿਉਂਕਿ ਵੀਰ ਨੂੰ ਪਹਿਲਾਂ ਅਸੀਂ ਸਾਂਝੇ ਮੋਰਚੇ ਦੀ ਸਟੇਜ ਤੇ ਜੋ ਅਸੀਂ ਗਏ, ਇਹਨੂੰ ਚਾਹ ਚੜ ਗਿਆ ਮੇਰੇ ਵੀਰ ਨੂੰ, ਕਹਿੰਦਾ ਮਾਸਟਰ ਜੀ ਸਟੇਜ ਤੇ ਆਪਾਂ ਬੋਲਣਾ ਹੈ। ਮੇਰੇ ਨਾਲ ਗਏ, ਮੇਰਾ ਨਾਂ ਲਿਖਵਾਇਆ, ਮੈਨੂੰ ਮੌਕਾ ਮਿਲਿਆ ਸਟੇਜ ਤੋਂ ਬੋਲਿਆ ਮੈਂ ਸਾਂਝੇ ਮੋਰਚੇ ਦੀ। ਤੇ ਜਦੋਂ ਉਸੇ ਟਾਈਮ ਹੀ ਅਸੀਂ 4 ਵਜੇ ਇਹਨਾਂ ਦੀ ਟਰਾਲੀ ਦੇ ਵਿੱਚ ਆ ਗਏ ਤਾਂ ਕਹਿੰਦਾ ਵੀਰ ਮੇਰੇ ਕੋਲ ਰਹੇਗਾ। ਮੈਂ ਕਿਹਾ ਮੈਂ ਦੇਣਾ ਹੈ। ਤੇ ਸਾਡਾ ਮੇਜਰ ਪ੍ਰਧਾਨ ਜੋ ਇੱਥੇ ਇਕਾਈ ਦਾ ਕਹਿੰਦਾ ਨਹੀਂ ਮਾਸਟਰ ਜੀ ਬਿਨਾਂ ਮੇਰਾ ਜੀ ਨਹੀਂ ਲੱਗਣਾ। ਤੇ ਮੈਂ ਉਸ ਵੀਰ ਨੂੰ ਕਿਹਾ ਅਗਲੀ ਵਾਰੀ ਦੇ ਵਿੱਚ ਮੈਂ ਤੇਰੀ ਟਰਾਲੀ ਦੇ ਵਿੱਚ ਰਹੂੰਗਾ, ਪਰ ਉਹ ਟਾਈਮ ਨਹੀਂ ਆਇਆ। ਮੈਂ ਅਗਰਾਹਾਂ ਵਾਲੀ ਸਟੇਜ ਤੇ ਸਪੀਚ ਕੀਤੀ। ਇੱਥੇ ਵੀ ਜਦੋਂ ਇੱਕੋ ਹੀ ਅਦਾ ਸੀਗਾ ਵੀ ਜਦੋਂ ਤੂੰ ਬੋਲਦਾ ਹੈ
मेरा सिर उच्चा हो जाता, मेरे पिंड का सिर उच्चा हो जाता है। साथियों, ये भी जो सुखविंदर शहीद होया है, किसान मोर्चे का जो इतिहास लिखा जाना है, तो मेरे वीर का, साडे शहीदों का सुनहरी अखरां दे विच इन्हां दे नाम लिखे जाने आ। सुखविंदर दा करके साडे पिंड का भी नाम सुनहरी अखरां दे विच लिखे जाए। सलाम है मेरे वीर नूं। तो मैं इन्नियां ही बेनतियां करूँगा, वो परमात्मा अगे आपके चरणों में निवास देवी परिवार को भाना मनण का बल बख्शे। मैं अपने वालों साडी पेंशनर यूनियन मोगा वालों उस वीर को सर्व दे फल भेंट करता है। वाहिगुरू जी का खालसा, श्री वाहिगुरू जी की फतेह। ਸਾਡੇ ਇਹ ਬਾਈ ਜੀ ਆਤਮਾ ਨੂੰ ਪਹਿਲਾਂ ਹੀ ਦੱਸ ਚੁੱਕੇ ਆ ਸਾਡੇ ਵੀਰ ਕਿ ਪਹਿਲਾਂ ਤੋਂ ਹੀ ਉਹ ਸੰਘਰਸ਼ ਨਾਲ ਜੁੜੇ ਹੋਏ ਸੀ ਤੇ ਸਭ ਤੋਂ ਪਹਿਲਾਂ ਜਿਹੜਾ ਜਥਾ ਗਿਆ ਸੀ ਦਿੱਲੀ, ਉਸ ਵਿੱਚ ਸ਼ਾਮਲ ਹੋਏ ਸੀ। ਤੋ ਉਸੇ ਦਿਨ ਤੋਂ ਹੀ ਇਹਨਾਂ ਨੇ ਬਹੁਤ ਹੀ ਘੱਟ ਸਮਾਂ ਸੀ ਜਿਹੜਾ ਉਹ ਘਰੇ ਬਤੀਤ ਕੀਤਾ ਤੇ ਜ਼ਿਆਦਾ ਸਮਾਂ ਇਹ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਰਹੇ। ਇਹਨਾਂ ਨੇ ਆਪਣੀ ਉਸ ਬਿਮਾਰੀ ਦੀ ਵੀ ਪਰਵਾਹ ਨਹੀਂ ਕੀਤੀ ਤੇ ਆਪਣਾ ਜਿਹੜਾ ਜੀਵਨ ਸੀ ਉਹ ਆਪਣੇ ਹੱਕਾਂ ਦੇ ਲੈਣ ਲਈ, ਇਸ ਧਰਤੀ ਨੂੰ, ਇਸ ਹੋਂਦ ਨੂੰ ਬਚਾਉਣ ਦੇ ਲਈ ਆਪਣੀ ਇਹ ਜੀਵਨ ਆ ਜਿਹੜਾ ਇਸ ਧਰਤੀ ਮਾਂ ਦੇ ਲੇਖੇ ਲਾ ਦਿੱਤਾ, ਇਸ ਨੂੰ ਸਪੁਰਦ ਕਰ ਦਿੱਤਾ। ਸੋ ਸਾਨੂੰ ਮਾਣ ਹੈ, ਪਰ ਜਿੱਥੇ ਅਸੀਂ ਸੋਚਦੇ ਹਾਂ ਕਿ ਹਰ ਇੱਕ ਮਾਂ-ਬਾਪ ਦੇ ਮਨ 'ਚ ਇਹ ਹੁੰਦਾ ਕਿ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਆਪਣੇ ਹੱਥੀਂ ਪੂਰੀਆਂ ਕਰੇ, ਪਰ ਉਹ ਆਪਣੇ ਉਸ ਪੁੱਤਰ ਦੀਆਂ ਖੁਸ਼ੀਆਂ ਆਪਣੇ ਦਿਲਾਂ ਵਿੱਚ ਲੈ ਗਏ ਤੇ ਸਾਡੇ ਬਹੁਤ ਹੀ ਨਰਮ ਦਿਲ ਜਿਹੜੇ ਸਤਿਕਾਰਯੋਗ ਭੈਣ ਜੀ ਆਪਣੇ ਜੀਵਨ ਸਾਥੀ ਦੇ ਮੋਢੇ ਤੇ ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਗਏ। ਸੋ ਸਾਡੀ ਇਹੀ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨਾਂ ਅੱਗੇ ਤੋਂ ਵੱਧ ਚੜ੍ਹ ਕੇ ਹਿੱਸਾ ਪਾਉਣ ਅਤੇ ਸੱਚਾਈ ਦੀ ਜਿੱਤ ਕਰਾਉਣ, ਕਿਉਂਕਿ ਸਮਾਂ ਇਹਨਾਂ ਦੇ ਹੱਥ ਆ। ਇਹਨਾਂ ਨੇ ਅੱਗੇ ਆਉਣਾ ਵਾ, ਇਸ ਹੋਂਦ ਨੂੰ ਬਚਾਉਣਾ ਵਾ, ਤਾਂ ਕਿ ਅਸੀਂ ਆਉਣ ਵਾਲੀ ਹੋਂਦ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ, ਇਹਨਾਂ ਦੀਆਂ ਅਣਖਾਂ ਨੂੰ ਬਚਾ ਸਕੀਏ। ਪਰ ਜੇ ਸਾਡੇ ਕੋਲੋਂ ਇਹ ਸਮਾਂ ਨਿਕਲ ਗਿਆ, ਵਾਪਸ ਨਹੀਂ ਆਉਣਾ। ਜਿੰਨਾ ਅਸੀਂ ਜ਼ੋਰ ਲਾ ਸਕੀਏ ਸੱਚਾਈ ਤੇ ਬੋਲੀਏ, ਤਾਂ ਹੀ ਅਸੀਂ ਇਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਸ਼ਾਂਤੀ ਦਵਾ ਸਕਾਂਗੇ ਤੇ ਇਹਨਾਂ ਦੀ ਵਿਛੜੀ ਹੋਈ ਰੂਹ ਨੂੰ ਸ਼ਾਂਤੀ ਮਿਲੂਗੀ। ਤੇ ਮੈਂ ਥੋੜੀਆਂ ਜਿਹੀਆਂ ਲੈਣਾ, ਕੁਝ ਜ਼ਿਆਦਾ ਟਾਈਮ ਹੈ ਨਹੀਂ ਕਰਨਾ, ਮੈਂ ਥੋੜੀਆਂ ਜਿਹੀਆਂ ਲੈਣਾ ਇਹਨਾਂ ਨੂੰ ਸਪੋਰਟ ਕਰਦੀ ਹਾਂ ਕਿ ਸਿੰਘ ਸੂਰਮੇ ਬਾਜੀ ਹੱਕਾਂ ਦੀ ਖਾਤਰ ਬਾਜੀ ਲਾ ਜਾਂਦੇ। ਸਿੰਘ ਸੂਰਮੇ ਸ਼ਹੀਦੀਆਂ ਆਪਣਾ ਫਰਜ਼ ਨਿਭਾ ਜਾਂਦੇ, ਹੱਕਾਂ ਦੀ ਲੜਦਿਆਂ ਸ਼ਹੀਦੀਆਂ ਪਾ ਜਾਂਦੇ, ਕੱਦ ਕੌਮ ਦਾ ਉੱਚਾ ਕਰਾ ਜਾਂਦੇ, ਸੁਨਹਿਰੀ ਅੱਖਰਾਂ 'ਚ ਨਾਮ ਲਿਖਵਾ ਜਾਂਦੇ, ਇਤਿਹਾਸ ਦੇ ਪੰਨਿਆਂ ਨੂੰ ਗਵਾਹ ਬਣਾ ਜਾਂਦੇ ਤੇ ਪੂਰੀ ਪੰਜਾਬੀਅਤ ਦਾ ਮਾਣ ਕਰਾ ਜਾਂਦੇ। ਸਾਨੂੰ ਮਾਣ ਆ ਇਹਨਾਂ ਤੇ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਉਸ ਮੋਰਚੇ ਦੇ ਲਈ ਡਟੇ ਰਹੇ ਤੇ ਅਸੀਂ ਇਹੀ ਕਹਿੰਦੇ ਆ ਕਿ ਅਸੀਂ ਹੋਰ ਆਵਾਜ਼ ਬੁਲੰਦ ਕਰੀਏ ਕਿ ਇਹਨਾਂ ਸੁੱਤੀਆਂ ਹੋਈਆਂ ਸਰਕਾਰਾਂ ਦੇ ਕੰਨਾਂ ਵਿੱਚ ਪਹੁੰਚਾਈਏ, ਤਾਂ ਕਿ ਇਹ ਸਾਡੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਵੇ। ਅਸੀਂ ਸੱਚਾਈ ਦਾ ਸਾਥ ਦਈਏ ਤੇ ਸਾਡੀ ਇਸੇ ਜਿੱਤ ਹੋਵੇ। ਇਹੀ ਇਹਨਾਂ ਨੂੰ ਇੱਕ ਵੱਡੀ ਸ਼ਰਧਾਂਜਲੀ ਹੋਵੇਗੀ, ਸੱਚੀ ਸ਼ਰਧਾਂਜਲੀ ਹੋਵੇਗੀ। ਮੈਂ ਇਹਨਾਂ ਕੁਝ ਕਹਿੰਦੀ ਹੋਈ ਖਿਮਾ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸਮੂਹ ਹਾਜ਼ਰੀਨ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਜੋ ਉਪਜਿਓ ਸੋ ਦਿਲ ਸਾਹਿਬ ਪਰਵਾਹ ਕਿਰਪਾ। ਜਨਮ ਤੋਂ ਬਾਅਦ ਮੌਤ ਇੱਕ ਅਟਲ ਸਚਾਈ, ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਮੌਤ ਕਦੋਂ, ਕਿੱਥੇ ਤੇ ਕਿਸ ਮਕਸਦ ਲਈ ਹੋਣੀ ਹੈ, ਇਹ ਇੱਕ ਬਹੁਤ ਮਹੱਤਵ ਰੱਖਦਾ। ਸ਼ਹੀਦ ਸੁਖਵਿੰਦਰ ਸਿੰਘ ਦੀ ਜਿਹੜੀ ਸ਼ਹੀਦੀ ਹੈ, ਉਹ ਉਸ ਸਮੇਂ ਤੇ ਉਸ ਕਿਸਾਨਾਂ ਲਈ ਹੋਈ ਹੈ ਜਿਹੜਾ ਕਿਸਾਨ ਸੰਘਰਸ਼ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਮਹੱਤਵਪੂਰਨ। ਇਸ ਤੋਂ ਪਹਿਲਾਂ ਬੜੇ ਅੰਦੋਲਨ ਹੋਏ ਆ, ਪਗੜੀ ਸਮਾਜ ਜੱਟਾ, ਮਜ਼ਾਰਾ ਲਹਿਰ, ਜਿਹੜੇ 9 ਮਹੀਨੇ ਲਗਾਤਾਰ ਚੱਲਦੇ ਰਹੇ। ਪਰ ਜੋ ਇਹ ਸੰਘਰਸ਼ ਹੈ, ਇਹ ਦੁਨੀਆ ਦਾ ਇੱਕ ਬਹੁਤ ਵੱਡਾ ਸੰਘਰਸ਼ ਹੈ। ਇਸ ਸੰਘਰਸ਼ ਦੇ ਵਿੱਚ ਮੇਰੇ ਵੀਰ ਸ਼ਹੀਦ ਸੁਖਵਿੰਦਰ ਸਿੰਘ ਨੇ ਜਿਹੜੀ ਸ਼ਹੀਦੀ ਦਿੱਤੀ ਹੈ, ਉਹ ਇੱਕ ਸਾਬਕਾ ਸਾਡੇ
क्योंकि हर मौत एक पिछे रह के लोगों ने स्नेहा दे के जाती है। ये मौत है जी एक उसका स्नेहा ही है कि इस संघर्ष के लिए हर घर का एक जी आप इस संघर्ष के नाल जुड़ गए, फिर ही इनू असीं सच्ची श्रद्धांजलि कह सकते। तो मैं बहुता नाम बोलता होया इन्ना ही कहूँगा कि जे शहीद सुखमंदर सिंह ने इस संघर्ष लई शहीदी दी है तो अपना दुनिया के नाम नाम रोशन करके गए हैं। शहीद सुखमंदर सिंह तेरी सोच के पहरा देंगे ठोक के वाहिगुरू जी का खालसा श्री वाहिगुरू। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਨਗਰ ਸਾਡੇ ਪਿੰਡ ਧੂੜ ਕੋਟਣ ਸੀ ਤੋਂ ਸੁਖਮੰਦਰ ਸਿੰਘ ਜਿਹਨੂੰ ਪਿੰਡ ਦੇ ਵਿੱਚ ਪਿਆਰ ਨਾਲ ਸੁਖੋ ਕਿਹਾ ਜਾਂਦਾ ਸੀ, ਉਹ ਪਿਛਲੇ ਦਿਨੀ ਟਿਕਰੀ ਬਾਰਡਰ ਦੇ ਇਸ ਅੰਦੋਲਨ ਦੇ ਵਿੱਚ ਸ਼ਹੀਦੀ ਪਾ ਗਏ ਹਨ। ਸਾਡੇ ਪਿੰਡ ਦਾ ਤੇ ਪਰਿਵਾਰ ਦਾ ਸਦਾ ਵਾਸਤੇ ਇਤਿਹਾਸ ਦੇ ਵਿੱਚ ਨਾਂ ਰੋਸ਼ਨ ਕਰ ਰਹੇ ਹਨ। ਸ਼ਹੀਦ ਸੁਖਮੰਦਰ ਸਿੰਘ ਸੁਖੋ ਦੇ ਪਹਿਲਾ ਪਿਤਾ ਜੀ ਮਾਸਟਰ ਅਜੀਤ ਸਿੰਘ ਜੀ, ਜਿਵੇਂ ਸਾਰੇ ਬੁਲਾਰੇ ਨੇ ਦੱਸਿਆ, ਉਹ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਆ। ਉਹ ਵੀ ਪਹਿਲਾਂ ਬਲਾਕ ਪ੍ਰਧਾਨ ਹੁੰਦੇ ਸਨ। ਉਹਨਾਂ ਤੋਂ ਬਾਅਦ ਇਹ ਪੱਗ ਸੁਖਮੰਦਰ ਸਿੰਘ ਸੁਖੋ ਨੂੰ ਦਿੱਤੀ ਗਈ। ਉਹਨਾਂ ਦੇ ਕਦਮਾਂ ਤੇ ਚੱਲਦਿਆਂ ਉਹਨਾਂ ਨੇ ਬਿਨਾਂ ਦਾਗ ਸੇਵਾ ਪੂਰੀ ਕੀਤੀ ਅਤੇ ਹਮੇਸ਼ਾ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਚਾਹੇ ਕਿਤੇ ਵੀ ਧੱਕਾ ਹੁੰਦਾ ਸੀ ਇਕੱਠੇ ਹੋ ਕੇ ਹਮੇਸ਼ਾ ਨਾਲ ਖੜਦੇ ਰਹੇ ਆ। ਇਸ ਕਰਕੇ ਹੀ ਉਹਨਾਂ ਦਾ ਨਾਂ ਸਦਾ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ। ਪਰਿਵਾਰ ਦਾ ਯੋਗਦਾਨ ਦਾ ਇੱਥੋਂ ਪਤਾ ਲੱਗਦਾ ਹੈ ਕਿ ਸੁਖਮੰਦਰ ਸਿੰਘ ਦਾ ਬੇਟਾ ਹਰਿੰਦਰਜੀਤ ਸਿੰਘ ਹਿੰਦਾ, ਦੋ ਪਿਓ ਪੁੱਤ ਘਰੇ, ਤੀਜੀ ਸਾਡੀ ਭੈਣ ਮਨਦੀਪ ਕੌਰ ਘਰੇ ਗਿਆ ਹੁਣ, ਤੇ ਅੰਦੋਲਨ ਦੇ ਵਿੱਚ 10-15 ਦਿਨ ਹਰਿੰਦਰ ਸਿੰਘ ਹਿੰਦਾ ਉਹ ਵੀ ਉੱਥੇ ਸ਼ਾਮਲ ਰਿਹਾ। ਦੋਨੇ ਪਿਓ ਪੁੱਤ ਅੰਦੋਲਨ ਦੇ ਵਿੱਚ ਯੋਗਦਾਨ ਪਾਉਂਦੇ ਹੋਣ ਤੇ ਉੱਥੋਂ ਪਤਾ ਲੱਗਦਾ ਕਿ ਸੱਚੀ ਤੌਰ ਤੇ ਆਪ ਦੀ ਕੌਮ ਦੀ ਕਿੰਨੀ ਚਿੰਤਾ ਸੀ ਤੇ ਕਿੰਨਾ ਉਹਨਾਂ ਦੇ ਖੂਨ ਦੇ ਵਿੱਚ ਹਮੇਸ਼ਾ ਲਈ ਕੌਮ ਦੀ ਸੇਵਾ ਕਰਨ ਦਾ ਜਜ਼ਬਾ ਸੀ। ਜਿਵੇਂ ਦੱਸਿਆ 1984 ਵਿੱਚ ਇਹਨਾਂ ਦਾ ਭਰਾ ਇਕਬਾਲ ਸਿੰਘ ਉਹਨਾਂ ਨੇ ਵੀ ਸ਼ਹੀਦੀ ਪਾਈ ਸੀ। ਅਸੀਂ ਸਮੂਹ ਨਗਰ ਨਿਵਾਸੀ, ਸਮੂਹ ਨਵੀਂ ਪੁਰਾਣੀ ਪੰਚਾਇਤ, ਜਿੰਨੇ ਵੀ ਇੱਥੇ ਧਾਰਮਿਕ, ਰਾਜਨੀਤਿਕ ਔਰ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਤੇ ਦੂਰੋਂ ਨੇੜੇ ਆਈ ਸੰਗਤ ਦਾ ਇੱਥੇ ਆਇਆਂ ਦਾ ਧੰਨਵਾਦ ਕਰਦੇ ਹਾਂ। ਅਤੇ ਨਗਰ ਵੱਲੋਂ ਜੋ ਅਸੀਂ ਫੈਸਲਾ ਕੀਤਾ ਕਿ ਸ਼ਹੀਦ ਸੁਖਮੰਦਰ ਸਿੰਘ ਨੂੰ ਯਾਦ ਰੱਖਿਆ ਜਾਣਾ ਚਾਹੀਦਾ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫੇਰ ਹੀ ਪਤਾ ਲੱਗੂਗਾ ਜੇ ਸੁਖਮੰਦਰ ਸਿੰਘ ਦਾ ਨਾਂ ਕਿਤੇ ਪਿੰਡ ਦੇ ਵਿੱਚ ਜਿਸੇ ਵੀ ਇਹ ਇਨਸਾਨ ਕੌਣ ਸੀ। ਅਸੀਂ ਸਮੁੱਚੇ ਨਗਰ ਨੇ, ਪੰਚਾਇਤਾਂ ਨੇ ਰਲ ਕੇ ਹੀ ਫੈਸਲਾ ਕੀਤਾ ਕਿ ਸ਼ਹੀਦ ਸੁਖਮੰਦਰ ਸਿੰਘ ਦੀ ਯਾਦ ਦੇ ਵਿੱਚ ਇੱਕ ਕਮਿਊਨਿਟੀ ਹਾਲ ਬਣਾਇਆ ਜਾਊਗਾ। ਉਸਦੇ ਉੱਤੇ ਬਕਾਇਦਾ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਸਮਰਪਿਤ ਕੀਤਾ ਜਾਊਗਾ। ਇਹ ਸਮੂਹ ਨਗਰ ਨੇ ਰਲ ਕੇ ਫੈਸਲਾ ਕੀਤਾ ਤਾਂ ਜੋ ਕੋਈ ਬਾਹਰੋਂ ਸਾਡੇ ਪਿੰਡ ਦੇ NRI ਜਾਂ ਬੱਚੇ ਬਾਹਰੋਂ ਚਿਰ ਬਾਅਦ ਆਉਣ ਜਾਂ ਸਾਡੇ ਕੋਲੋਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਬਾਹਰੋਂ ਸੰਗਤ ਆਵੇ, ਕਿਸੇ ਵੀ ਫੰਕਸ਼ਨ ਜਾਵੇ ਤਾਂ ਪੁੱਛਣ ਜ਼ਰੂਰ ਵੀ ਇਹ ਸ਼ਖਸ ਕੌਣ ਸੀ, ਤਾਂ ਹੀ ਪਤਾ ਲੱਗੂਗਾ ਕਿ ਸੁਖਮੰਦਰ ਸਿੰਘ ਟਿਕਰੀ ਬਾਰਡਰ ਤੇ ਅੰਦੋਲਨ ਦੇ ਵਿੱਚ ਸ਼ਹੀਦੀ ਪਾਈ ਸੀ। ਅਸੀਂ ਪਰਮਾਤਮਾ ਅੱਗੇ ਨਗਰ ਵੱਲੋਂ ਬੇਨਤੀ ਕਰਦੇ, ਅਰਦਾਸ ਕਰਦੇ ਵੀ ਹੇ ਵਾਹਿਗੁਰੂ, ਇਸ ਸ਼ਹੀਦੀ ਦੀ ਜੋ ਉਹਨੇ ਆਪਣੀ ਉੱਥੇ ਟਿਕਰੀ ਬਾਰਡਰ ਤੇ ਜਾਨ ਦਿੱਤੀ ਹੈ, ਸ਼ਹੀਦੀ ਪਾਈ ਹੈ, ਉਹਦਾ ਮੁੱਲ ਜ਼ਰੂਰ ਪਾਈ ਹੈ ਪਾਤਸ਼ਾਹ। ਜਿਹੜੇ 3 ਕਾਲੇ ਕਾਨੂੰਨ ਉਸ ਜ਼ਾਲਮ ਸਰਕਾਰ ਨੇ ਬਣਾਏ ਆ, ਉਹਨਾਂ ਦੀ ਬੁੱਧੀ ਬਦਲ ਕੇ ਉਹ ਕਾਨੂੰਨ ਰੱਦ ਹੋਣ, ਤਾਂ ਹੀ ਇਹਨਾਂ ਦੀ ਸ਼ਹੀਦੀਆਂ ਦਾ ਮੁੱਲ ਪੈਣਾ। ਅਸੀਂ ਅੱਗੇ ਤੋਂ ਵੀ ਇਹ ਨਗਰ ਦੇ ਸਾਰੇ ਧੂੜਕੋਟ ਦੇ ਆਪਦਾ ਦਿਲ ਨਹੀਂ ਛੱਡਾਂਗੇ। ਜਿਵੇਂ ਅਸੀਂ ਪਹਿਲਾਂ ਯੋਗਦਾਨ ਪਾਉਂਦੇ ਆ ਸਾਰੇ ਨਗਰ ਦੇ
ਅਸੀਂ ਰਲ ਕੇ ਉਸੇ ਤਰ੍ਹਾਂ ਹੀ ਜਿਵੇਂ ਸਾਡਾ ਫੈਸਲਾ ਹੋਇਆ ਵੀ ਹਫ਼ਤੇ ਬਾਅਦ ਬੰਦਿਆਂ ਦੀ ਟੀਮ ਜਾਂਦੀ ਰਹਿੰਦੀ ਹੈ, ਅਸੀਂ ਉਵੇਂ ਜਾਂਦੇ ਰਹਾਂਗੇ। ਅਖੀਰ ਦੇ ਵਿੱਚ ਟਾਈਮ ਬਹੁਤ ਹੋ ਗਿਆ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸੁਖਮੰਦਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਦੇਈ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਸੀਂ ਵੈਸੇ ਪਰਿਵਾਰ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਰਿੰਦਰ ਸਿੰਘ ਜੀ ਦੇ ਨਾਲ ਖੜੇ ਹਾਂ, ਹਰ ਵਕਤ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਂਦਾ ਰਹਾਂਗੇ ਅਤੇ ਪਿੰਡ ਇਸ ਯਾਦ ਨੂੰ ਕਦੇ ਵੀ ਇਸ ਸ਼ਹੀਦੀ ਨੂੰ ਨਹੀਂ ਭੁਲਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਿਸੇ ਦਾ ਮੋਹ ਪਿਆਰ ਦੇਖਣਾ ਹੋਵੇ ਨਾ, ਕਹਿੰਦੇ ਜਦੋਂ ਸ਼ਹਾਦਤ ਹੋਵੇ, ਜਿਵੇਂ ਸੁਖਮੰਦਰ ਸਿੰਘ ਦੀ ਹੋਈ ਹੈ, ਉਦੋਂ ਜਿਹੜਾ ਇਕੱਠ ਹੁੰਦਾ ਉਹ ਦੱਸਦਾ ਹੁੰਦਾ ਵੀ ਉਹਨਾਂ ਦਾ ਕੀ ਰਸੂਖ ਸੀਗਾ। ਤਾਂ ਇਹ ਚੀਜ਼ ਗਵਾਹੀ ਦੇ ਹੀ ਰਿਹਾ ਕਿ ਕਿਵੇਂ ਛੋਟੇ ਵੀਰਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਮਾਤਾਵਾਂ ਮੇਰੀਆਂ ਭੈਣਾਂ, ਹਰ ਬੰਦਾ ਇਹਨਾਂ ਨੂੰ ਸ਼ਹਾਦਤ ਦੇਣ ਲਈ ਇਸ ਸ਼ਮੂਲੀਅਤ ਹੋਇਆ ਇਸ ਅੰਤਿਮ ਅਰਦਾਸ ਵਿੱਚ। ਜਦੋਂ ਸੁਖਮੰਦਰ ਸਿੰਘ ਜੀ ਦੀ ਅਸੀਂ ਸ਼ਹਾਦਤ ਵੱਲ ਵੇਖਦੇ ਨਾ, ਦੁੱਖ ਤਾਂ ਹੁੰਦਾ, ਪਰ ਇੱਕ ਗੱਲ ਦਾ ਇਹ ਵੀ ਹੁੰਦਾ, ਦਿਲ ਨੂੰ ਧਰਵਾਸਾ ਦੇਈਦਾ ਕਿ ਇਹ ਉਹ ਬੰਦੇ ਹੋਣਗੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਣਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਸੇਧ ਦੇਣੀ ਹੈ, ਜਿਨ੍ਹਾਂ ਨੇ ਦੱਸਣਾ ਕਿ ਕਿਵੇਂ ਕਿਸਾਨੀ ਘੋਲ ਲੜੇ ਗਏ ਸੀਗੇ, ਕਿਵੇਂ ਇੱਕ ਖੂਨ ਦਾ ਕਤਰਾ ਵਹਾ ਕੇ ਆਪਦੇ ਕਿੱਤੇ ਨੂੰ ਬਚਾਉਣ ਲਈ ਸਾਡੇ ਬਜ਼ੁਰਗਾਂ ਨੇ ਅੱਗੇ ਹੋ ਕੇ ਜੰਗ ਲੜੀ ਹੈ। ਬੇਸ਼ੱਕ ਸਰਕਾਰਾਂ ਨੇ ਆਪਦਾ ਜਿੰਨਾ ਜ਼ੋਰ ਉਹਨਾਂ ਤੋਂ ਲੱਗ ਸਕਿਆ ਉਹਨਾਂ ਲਗਾਇਆ, ਪਰ ਮੈਂ ਦੱਸਣਾ ਚਾਹੁੰਦਾ, ਜਦੋਂ ਅਸੀਂ ਇਹ ਸਰਦਾਰ ਸੁਖਮੰਦਰ ਸਿੰਘ ਜੀ ਵਰਗੇ ਬਜ਼ੁਰਗ ਜਿਹੜੇ ਹੋਰ ਵੀ ਸ਼ਹੀਦ ਹੋਏ, ਇਹਨਾਂ ਦੀ ਸ਼ਹਾਦਤ ਵੱਲ ਵੇਖਦੇ ਆ ਨਾ, ਤਾਂ ਮਾਣ ਨਾਲ ਸਾਡਾ ਸਿਰ ਉੱਚਾ ਹੋ ਜਾਂਦਾ। ਸਾਨੂੰ ਫਖਰ ਹੁੰਦਾ ਕਿ ਅਸੀਂ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ, ਉਸ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੈ, ਜਿਨ੍ਹਾਂ ਨੇ ਹਮੇਸ਼ਾ ਜ਼ੁਲਮ ਅੱਗੇ ਟਾਕਰਾ ਕਰਦੇ ਹੋਏ ਆਪਦੇ ਸਾਹਿਬਜ਼ਾਦਿਆਂ ਤੱਕ ਦੀ ਸ਼ਹੀਦੀ ਦਿੱਤੀ ਸੀਗੀ। ਤਾਂ ਅਸੀਂ ਸੁਖਮੰਦਰ ਸਿੰਘ ਜੀ ਦੀ ਜਿਹੜੀ ਸ਼ਹੀਦੀ ਹੈ, ਇਹ ਹਮੇਸ਼ਾ ਸਾਡੇ ਇਤਿਹਾਸ ਵਿੱਚ ਲਿਖੀ ਜਾਊਗੀ। ਇਹ ਬੜਾ ਮਾਣ ਦੀ ਗੱਲ ਹੋਊਗੀ ਇਸ ਪਿੰਡ ਲਈ, ਧੂੜਕੋਟ ਰਸੀਆਂ ਲਈ, ਕਿ ਇੱਥੋਂ ਦੇ ਸੁਖਮੰਦਰ ਸਿੰਘ ਜੀ ਨੇ ਚੱਲ ਕੇ ਉਸ ਸੰਘਰਸ਼ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ। ਦੱਸਣਾ ਚਾਹੂੰਗਾ ਕਿ ਇਹ ਬਜ਼ੁਰਗਾਂ ਨੇ, ਇਹ ਉਹ ਬਜ਼ੁਰਗ ਹੈ ਜਿਨ੍ਹਾਂ ਨੇ ਦਿਨ ਤੋਂ ਰਾਤ ਜਾਗ ਕੇ ਕੱਲਾ ਘੰਟਾ ਦਾ ਛੱਡੋ, ਇੱਕ ਮਿੰਟ ਇਹਨਾਂ ਨੇ ਲਿਖੇ ਲਾਇਆ। ਇਹ ਉਹ ਬੰਦੇ ਆ ਜਿਹੜੇ ਆਪ ਦਾ ਕੰਮ ਆਪ ਕਰਕੇ, ਟਰਾਲੀਆਂ ਸਾਫ਼ ਕਰਕੇ, ਆਲਾ ਦੁਆਲਾ ਸਾਫ਼ ਰੱਖ ਕੇ, ਰਾਸ਼ਨ ਪਾਣੀ ਆਪ ਬਣਾ ਕੇ ਆਪ ਖਾਂਦੇ, ਨਾਲੇ ਲੋਕਾਂ ਨੂੰ ਖਵਾਉਂਦੇ, ਨਾਲੇ ਲੋਕਾਂ ਨੂੰ ਸੇਧ ਦਿੰਦੇ, ਨੌਜਵਾਨਾਂ ਨੂੰ ਸੇਧ ਦਿੰਦੇ। ਪਹਿਲੇ ਦਿਨ ਨੌਜਵਾਨ ਇੰਨਾ ਨਹੀਂ ਸੀਗਾ, ਨੌਜਵਾਨ ਤਾਂ ਬਾਅਦ ਚ ਜੁੜਿਆ। ਉਹ ਕਦੋਂ ਜੁੜਿਆ? ਜਦੋਂ ਅਸੀਂ ਵੇਖਿਆ ਵੀ ਸਾਡੇ ਬਜ਼ੁਰਗ ਤਾਂ ਅੱਗੇ ਖੜੇ ਆ, ਅਸੀਂ ਘਰਾਂ ਦੇ ਵਿੱਚ ਦਿੱਲੀਆਂ ਦੇ ਵਿੱਚ ਬੜੇ ਬੈਠੇ ਆ। ਉਦੋਂ ਇੱਕ ਸ਼ਰਮ ਆਈ ਨੌਜਵਾਨਾਂ ਨੂੰ, ਤੇ ਅਸੀਂ ਦੁਬਾਰਾ ਜਾ ਕੇ ਉੱਥੇ ਖੜੇ ਹੋਏ ਸਾਰੇ ਇਹਨਾਂ ਦੇ ਨਾਲ। ਤਾਂ ਮੈਂ ਦੱਸਣਾ ਚਾਹੂੰਗਾ, ਜਦੋਂ ਕਿਤੇ ਮੌਕਾ ਮਿਲਿਆ ਇੱਕ ਦੋ ਵਾਰੀ ਕਾਦੀਆਂ ਸਾਹਿਬ ਨਾਲ ਜਾਣ ਦਾ, ਟਿੱਕਰੀ ਬਾਰਡਰ ਤੇ ਉੱਥੇ ਜਾਈਦਾ ਸੀਗਾ, ਪਿੰਡ ਦੇ ਬੰਦੇ ਮਿਲਦੇ ਸੀਗੇ, ਤਾਂ ਅਕਸਰ ਗੱਲਾਂ ਹੁੰਦੀਆਂ ਸੀ ਵੀ ਕਈ ਬੰਦੇ ਇਹੋ ਜਿਹੇ ਜਿਹੜੇ ਨੂੰ ਅੱਜ ਜੇ 80-82 ਦਿਨ ਹੋਏ ਆ ਤੇ 70-70 ਦਿਨ ਲਾਏ ਆ। ਤਾਂ ਮੈਂ ਦੱਸਣਾ ਚਾਹੂੰਗਾ, ਸਰਦਾਰ ਸੁਖਮੰਦਰ ਸਿੰਘ ਜੀ ਸਾਡੇ ਉਹਨਾਂ ਵਿੱਚੋਂ ਇੱਕ ਸੀ। ਹੁਣ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸਾਡੇ ਨਾਲ ਲੁਧਿਆਣੇ ਤੋਂ ਵੀਰ ਆਏ ਆ ਜੀ। ਹਾਂਜੀ, ਕੋਟ ਗੰਗੂ ਰਾਏ ਪਿੰਡ ਤੋਂ ਹੈ ਜੀ, ਤੇ ਨਾਲ ਉਹਨਾਂ ਦੇ NRI ਵੀਰ ਹੈ, ਲਾਲੀ ਵੀਰ ਹੈ ਜੀ। ਵੀਰ ਆ ਜਾਓ, ਉੱਪਰ ਆ ਜਾਓ ਜੀ। ਇਹ ਵੀਰ ਪਿਛਲੇ ਵੀ ਕਾਫੀ ਜਿੰਨੀਆਂ ਕਿਸਾਨਾਂ ਸ਼ਹਾਦਤਾਂ ਹੋਈਆਂ, 31,000 ਰੁਪਇਆ, ਦੇਖੋ ਬਹੁਤ ਜ਼ਿਆਦਾ ਤਾਂ ਨਹੀਂ, ਪਰ ਜਿੰਨਾ ਕਰ ਰਹੇ ਆ ਵੀਰ, ਆਪਾਂ ਸ਼ਲਾਘਾ ਕਰਦੇ ਆ ਇਹਨਾਂ ਦੀ। ਇਹ ਇਸ ਪਰਿਵਾਰ ਨੂੰ 31,000 ਰੁਪਇਆ ਇੱਕ ਅੰਤਿਮ ਅਰਦਾਸ ਵਿੱਚ ਜੋ ਵੀ ਜਿੰਨੀ ਇਹ ਸਹਾਇਤਾ ਕਰ ਸਕਦੇ ਆ। ਹੋਰ ਵੀ ਮੈਂ ਗੁਜ਼ਾਰਿਸ਼ ਕਰੂੰਗਾ, ਜਿਹੜੇ ਵੀਰ ਕੋਈ ਹੋਰ ਵੀ ਸੁਣ ਰਹੇ ਜਾਂ NRI ਵੀਰ ਹੈ, ਜ਼ਰੂਰ ਜਿਹੜੇ ਆਪਣੇ ਸ਼ਹੀਦ ਹੋਏ ਆ ਉਹਨਾਂ ਦੀ ਜ਼ਰੂਰ ਮਦਦ ਕਰੋ। ਲਾਲੀ ਵੀਰ ਕਾਦੀਆਂ ਸਾਹਿਬ ਆਏ ਜੀ। ਬੋਲੇ ਸੋ ਨਿਹਾਲ। ਧੰਨਵਾਦ ਜੀ, ਬਹੁਤ ਬਹੁਤ। ਸਾਡੇ ਸ਼ਹੀਦ ਬਾਪੂ ਸੁਖਮੰਦਰ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਮੂਹ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਮੈਨੂੰ ਆਪ ਸਭ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਕਿ ਜਦੋਂ 25 ਨਵੰਬਰ ਤੋਂ ਲੈ ਕੇ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਹਾਂ ਤੇ ਸਾਡੇ ਬਾਪੂ ਸੁਖਮੰਦਰ ਸਿੰਘ ਉਦੋਂ ਤੋਂ ਲੈ ਕੇ ਸ਼ਹੀਦੀ ਤੱਕ ਸਾਡੇ ਨਾਲ ਰਹੇ ਆ। ਤਕਰੀਬਨ 2.5 ਮਹੀਨੇ ਦਾ ਸਮਾਂ ਜਿਹੜਾ ਬਜ਼ੁਰਗਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਅਸੀਂ ਰਾਤ ਦੇ ਪਹਿਰੇ ਜਿਹੜੇ ਰਾਤ ਨੂੰ 2-2:30 ਵਜੇ ਤੱਕ ਇਕੱਠਿਆਂ ਲਗਾਏ ਆ। ਬਹੁਤ ਸਾਰੀ ਰਾਤ ਬਹੁਤ ਗੱਲਾਂ ਕੀਤੀਆਂ। ਉਹਨਾਂ ਦੇ ਨਾਲ ਦੀਆਂ ਬਹੁਤ ਸਾਰੀਆਂ ਯਾਦਾਂ ਜੋ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਆਉਣ ਦੇ ਨਾਲ ਜੁੜੀਆਂ। ਕਾਫੀ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਅਸੀਂ ਲੜਾਈ ਲੜਨ ਗਏ ਆ, ਉਹ ਕਿਹੜੀ ਲੜਾਈ ਆ ਜਿਹੜੀ ਅਸੀਂ ਲੜਨ ਗਏ ਆ? ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਅਨੁਸਾਰ ਜੋ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ, ਜੋ ਗੁਰੂ ਨਾਨਕ ਸਾਹਿਬ ਨੇ ਖੇਤੀ ਨੂੰ ਉੱਤਮ ਕਿਹਾ ਤੇ ਅੱਜ ਇਸ ਖੇਤੀ ਤੇ ਜੋ ਖਤਰੇ ਦੇ ਬੱਦਲ ਮੰਡਰਾਏ ਆ ਉਹਨਾਂ ਦੇ ਵਿਰੁੱਧ ਜੋ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜੋ ਅਸੀਂ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਕੀਤਾ ਸੀ, ਅੱਜ ਇਸ ਅੰਦੋਲਨ ਨੂੰ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ। ਜੋ ਇਹ ਸ਼ਹੀਦ ਸਾਡੇ ਬਾਪੂ ਸੁਖਮੰਦਰ ਸਿੰਘ ਹੁਣੀ ਇਸ ਅੰਦੋਲਨ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ, ਉਹਨਾਂ ਦੀ ਸ਼ਹੀਦੀ ਸਾਡੇ ਇੱਥੇ ਸਾਰਿਆਂ ਦੇ ਪਹੁੰਚਣ ਲਈ ਇੱਕ ਵੱਡੀ ਜ਼ਿੰਮੇਵਾਰੀ ਹੈ ਜੋ ਉਹ ਸਾਨੂੰ ਅਹਿਸਾਸ ਕਰਾਉਂਦੀ ਹੈ। ਜੋ ਅੰਦੋਲਨ ਇਹ ਚੱਲ ਰਿਹਾ ਹੈ ਹੁਣ ਇਹ ਸ਼ਹੀਦਾਂ ਦੇ ਸ਼ਹੀਦੀ ਨੂੰ ਸੋਚ ਕੇ ਅਸੀਂ ਅੰਦੋਲਨ ਦੇ ਵਿੱਚ ਹਿੱਸਾ ਪਾਉਣਾ ਹੈ। ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਜੋ ਵੀ ਮੇਰੇ ਵੀਰ ਬਜ਼ੁਰਗ ਜਾਂ ਅਜੇ ਇਸ ਅੰਦੋਲਨ ਨਾਲ ਨਹੀਂ ਜੁੜੇ, ਕਿਰਪਾ ਕਰਕੇ ਇਸ ਅੰਦੋਲਨ ਨਾਲ ਜੁੜੋ। ਜੋ ਇਹ ਸਾਡੇ ਸ਼ਹੀਦ ਹੈ ਉਹਨਾਂ ਦੀਆਂ ਸ਼ਹੀਦੀਆਂ ਨੂੰ ਅਸੀਂ ਯਾਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਹਿੰਦੁਸਤਾਨ ਦੀ ਭਲਾਈ ਲਈ ਚੱਲ ਰਹੀ ਇਸ ਕਿਸਾਨ ਐਜੂਕੇਸ਼ਨ ਵਿੱਚ ਇਸ ਲਸਾਨੀ ਸ਼ਹਾਦਤ ਪ੍ਰਾਪਤ ਕੀਤੀ ਬਾਪੂ ਸੁਖਮੰਦਰ ਸਿੰਘ ਜੀ ਨੇ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਸਮੂਹ ਸਾਧ ਸੰਗਤ ਜੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਇਹ ਕੇਂਦਰ ਸਰਕਾਰ ਵਾਸਤੇ ਸ਼ਰਮ ਦੀ ਗੱਲ ਹੈ ਕਿ ਇਸ ਉਮਰ ਦੇ ਸਾਡੇ ਬਜ਼ੁਰਗ ਔਰ ਇਹਨਾਂ ਤੋਂ ਇਲਾਵਾ ਉੱਥੇ ਨੌਜਵਾਨ ਵੀ ਹੋਰ ਵੀ ਕਿਸਾਨ ਭਰਾ ਜਿਹੜੇ ਦਿਨੋਂ ਦਿਨ ਉੱਥੇ ਸ਼ਹਾਦਤ ਦਾ ਜਾਮ ਪੀ ਰਹੇ ਨੇ, ਪਰ ਸਰਕਾਰ ਨੂੰ ਬਿਲਕੁਲ ਸ਼ਰਮ ਨਹੀਂ ਆ ਰਹੀ। ਮੈਂ ਸਮਝਦਾ ਕਿ ਜੇ ਇਹੋ ਜਿਹੀ ਸਰਕਾਰ ਇਹਦੇ ਵਿੱਚ ਰਾਜ ਕਰਦੀ ਹੈ ਸਾਡੇ ਦੇਸ਼ ਦੇ ਵਿੱਚ, ਤੇ ਉਹਨੂੰ ਰਹਿਣ ਦਾ ਕੋਈ ਹੱਕ ਨਹੀਂ। ਮੈਂ ਸਦਕੇ ਜਾਣਾ ਸਾਡੇ ਬਾਪੂ ਸੁਖਮੰਦਰ ਸਿੰਘ ਜੀ ਦੀ ਕੁਰਬਾਨੀ ਦੇ ਔਰ ਹੋਰ ਜਿਹੜੇ ਉੱਥੇ ਮੈਂ ਕਹੂੰਗਾ ਕਿ ਮਰਜੀਬ ਲਈ ਹੈ ਸਾਥੀ ਜਿਹੜੇ ਉੱਥੇ ਦਿਨ ਰਾਤ ਪਹਿਰਾ ਦੇ ਰਹੇ ਆ। ਇਹ ਜਿਹੜੀ ਲੜਾਈ ਸੀ, ਕਿਉਂਕਿ ਅਸੀਂ ਹਸਪਤਾਲ ਦਾ ਕੰਮ ਕਰਦੇ ਹਾਂ, ਡਾਕਟਰ ਲੋਕ ਆ, ਪਰ ਮੈਂ ਸਮਝਦਾ ਕਿ ਇਹ ਲੜਾਈ ਸਿਰਫ ਕਿਸਾਨੀ ਦੀ ਲੜਾਈ ਨਹੀਂ ਰਹੀ, ਇਹ ਲੜਾਈ ਸਮੁੱਚੇ ਹਿੰਦੁਸਤਾਨ ਵਾਸੀਆਂ ਦੀ ਲੜਾਈ ਬਣ ਗਈ ਹੈ। ਕਿਉਂਕਿ ਜੇ ਅੰਨਦਾਤਾ ਭੁੱਖਾ ਮਰਦਾ ਹੈ ਤਾਂ ਫਿਰ ਮੈਂ ਨਹੀਂ ਸਮਝਦਾ ਕਿ ਚਾਹੇ ਕੋਈ ਮਜ਼ਦੂਰ ਹੈ, ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਵਪਾਰੀ ਹੈ, ਕਿ ਉਹ ਆਪਦੇ ਘਰ ਵਿੱਚ ਸ਼ਾਂਤੀ ਨਾਲ ਬੈਠ ਸਕਦਾ ਹੈ। ਕਿਉਂਕਿ ਜੇ ਅਸੀਂ ਆਪਣੀ ਜ਼ਿੰਮੇਵਾਰੀ ਹੁਣ ਨਹੀਂ ਸਮਝਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ। ਅਸੀਂ ਮੈਡੀਸਿਟੀ ਹਸਪਤਾਲ ਮੋਗਾ ਵੱਲੋਂ ਇੱਕ ਐਲਾਨ ਕੀਤਾ ਸੀ ਕਿ ਜੇ ਕੋਈ ਵੀ ਉੱਥੇ ਕਿਸਾਨ ਸਾਥੀ ਸ਼ਹੀਦ ਹੁੰਦਾ ਹੈ ਤਾਂ ਅਸੀਂ ਜਿਹੜੀ ਹੈ ਉਹਨੂੰ ਤੁੱਛ ਦੀ ਭੇਟਾ 50,000 ਰੁਪਏ ਦੀ ਉਹ ਆਪਣੇ ਹਸਪਤਾਲ ਵੱਲੋਂ ਭੇਟ ਕਰਾਂਗੇ। ਇਹ ਉਹਨਾਂ ਦੇ ਪ੍ਰਤੀ ਇੱਕ ਸਨਮਾਨ ਦਾ ਹੀ ਚਿੰਨ੍ਹ ਹੈ। ਅਸੀਂ ਇਸ ਚੀਜ਼ ਦਾ ਮੁੱਲ ਤਾਂ ਨਹੀਂ ਦੇ ਸਕਦੇ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਜਿਹੇ ਪਰਿਵਾਰਾਂ ਦੇ ਨਾਲ ਖੜਿਆ ਜਾ ਸਕੇ ਤਾਂ ਕਿ ਜਿਹੜਾ ਪੰਜਾਬ ਦੀ ਮੁੱਛ ਦਾ ਸਵਾਲ ਬਣਿਆ, ਸਾਡੀ ਪੰਜਾਬ ਦੀ ਅਣਖ ਦਾ ਸਵਾਲ ਬਣਿਆ, ਉਹਨੂੰ ਅਸੀਂ ਜਿਹੜਾ ਹੈ ਉਹ ਗੱਲ ਨੂੰ ਸਿਰੇ ਲਾ ਸਕੀਏ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਉਹਨਾਂ ਦੀ ਇਹ ਵੀ ਅਰਦਾਸ ਕਰਦਾ ਕਿ ਇਹ ਜਿਹੜੀ ਸ਼ਹਾਦਤ ਹੈ ਇਹ ਅਜਾਈ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਕਦੇ ਅੱਜ ਤੱਕ ਬੋਲਿਆ ਨਹੀਂ ਸਟੇਜ ਤੇ, ਜੇ ਕੁਛ ਮੈਥੋਂ ਵੱਧ ਘੱਟ ਜਾਂ ਕਿਸੇ ਨੂੰ ਉੱਚਾ ਨੀਵਾਂ ਕਿਹਾ ਜਾਵੇ ਜਾਂ ਵੱਧ ਟਾਈਮ ਬੋਲਿਆ ਜਾਵੇ ਤਾਂ ਮੈਂ ਪਹਿਲਾਂ ਹੀ ਮਾਫੀ ਮੰਗਦਾ। ਮੇਰੇ ਦਾਦਾ ਜੀ ਨੇ 1998 ਚ ਜੁਆਇਨ ਕੀਤੀ ਯੂਨੀਅਨ, ਤੇ ਮੈਂ ਉਦੋਂ 3-4 ਸਾਲਾਂ ਦਾ ਸੀਗਾ ਤੇ ਮੈਂ ਨਿੱਕਾ ਹੁੰਦੇ ਘਰੇ ਸੁਣਦਾ ਹੁੰਦਾ ਸੀ ਦਾਦਾ ਜੀ ਕਿਤੇ ਕਹਿੰਦੇ ਦਿੱਲੀ ਚੱਲੇ ਆ, ਜੇ ਉਹਨੇ ਦਾਦੀ ਨੂੰ ਕਹਿ ਕਰਨਾ ਵੀ ਰੋਟੀਆਂ ਬਣਾ ਦੇ ਵੀ ਅਸੀਂ ਦਿੱਲੀ ਜਾਣਾ, ਤੇ ਮੈਂ ਉਹ ਦਾਦੀ ਨੂੰ ਪੁੱਛਦਾ ਸੀ ਚੱਲੇ ਕਿੱਥੇ ਆਏ, ਤਾਂ ਉਹ ਕਹਿੰਦੇ ਹੁੰਦੇ ਸੀ ਵੀ ਢਾਬੇ ਦੇ ਚੱਲੇ।
ਦਿੱਲੀ ਚਲੇ ਜਾਂਦੇ ਤਾਂ ਮੇਰੇ ਸ਼ਬਦ ਪੱਕੇ ਹੋਇਆ ਵੀ ਦਿੱਲੀ ਤੇ ਧਰਨਾ। ਇਹ ਸ਼ਬਦ ਮੈਂ ਨਿੱਕੇ ਹੁੰਦੇ ਸੁਣਦਾ ਹਾਂ, ਕਈ ਲੋਕਾਂ ਨੇ ਤਾਂ ਪਹਿਲੀ ਵਾਰ ਸੁਣਿਆ ਹੋਊਗਾ ਵੀ ਦਿੱਲੀ ਚੱਲੇ ਆ, ਧਰਨੇ ਚੱਲੇ ਆ, ਪਰ ਮੈਂ ਬਹੁਤ ਵਾਰ ਸੁਣਿਆ ਨੇ। ਤੇ ਮੇਰੇ ਨਾਲ ਦੇ ਕਈ ਮੁੰਡਿਆਂ ਨੇ ਪੁੱਛਿਆ, ਕਹਿੰਦਾ ਅਸੀਂ ਤੁਹਾਡਾ ਡਾਕਟਰ ਨਾ ਜੁਨੀਅਰ ਪੂਰਾ ਕਰਦਾ, ਇਹਦੇ ਕਰਦੇ ਕੀ ਆ, ਤੇ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਕੀ ਕਰਦੇ ਆ। ਪਰ ਹੁਣ ਜਦੋਂ ਮੈਂ ਸੋਚਦਾ ਵੀ ਆਪਣੇ ਦੇਸ਼ 'ਚ ਕਿੱਡੇ ਵੱਡੇ ਵੱਡੇ ਸੂਬੇ ਆ, ਉਹਨਾਂ ਨੂੰ ਐਮਐਸਪੀ ਨਹੀਂ ਮਿਲਦੀ। ਆਪਣਾ ਇੱਕ ਨਿੱਕਾ ਜਿਹਾ ਸੂਬਾ ਤੇ ਆਪਣੀ ਕੋਈ ਵੋਟ ਵਾਲੀ ਨਹੀਂ, ਆਪਣੇ ਆਪ ਐਮਪੀ ਦੀਆਂ ਸੀਟਾਂ ਬਣੀਆਂ ਨੇ, ਪਰ ਆਪਣੇ ਸੂਬੇ ਨਹੀਂ ਪਤਾ ਐਮਐਸਪੀ ਮਿਲਦੀ ਆ। ਆਪਣੇ ਕਿਹੜਾ ਕਿ ਬਾਹਲੀ ਮੂਲੀ ਕਿੱਲੀ ਦੇ ਆ। ਤਾਂ ਹੁਣ ਪਤਾ ਲੱਗਦਾ ਵੀ ਦੁਨੀਆ ਨੇ ਜਿੰਨੀਆਂ ਨੇ ਸੀਗੀਆਂ, ਜਿੰਨੀ ਕਿ ਇਹਨਾਂ ਦੀ ਪਾਵਰ ਸੀਗੀ, ਤਾਂ ਇਹਨਾਂ ਨੇ ਆਪਾਂ ਨੂੰ ਐਮਐਸਪੀ ਦਾ ਹਜੇ ਤੱਕ ਆਪਣੇ ਕੋਲ ਇਹਨਾਂ ਨੇ ਰੱਖੀ ਹੈ। ਚਲੋ ਹੋਰ ਇਹ ਗੱਲ ਨਹੀਂ, ਕਈ ਉਹਨਾਂ ਦੇ ਬੰਦੇ ਪਰ ਥੋੜਾ ਬਹੁਤ ਧੋਖਾ ਕਰਕੇ 2015-16 'ਚ ਉਹਨਾਂ ਦਾ ਉਹ ਖਮਿਆਜਾ ਹੁਣ ਭੁਗਤ ਵੀ ਰਹੇ ਆ। ਤੇ ਇਸ ਤੋਂ ਬਿਨਾਂ ਮੈਂ ਦੋ ਬੇਨਤੀਆਂ ਕਰਨੀਆਂ ਹੈਗੀਆਂ। ਅੰਗਰੇਜ਼ੀ ਦੀ ਇੱਕ ਬਹੁਤ ਵੱਡਾ ਇੰਟੈਲੈਕਚੁਅਲ ਆ ਤੇ ਪੋਲੀਟੀਸ਼ੀਅਨ ਆ, ਉਹਨੇ ਕਿਹਾ ਸੀਗਾ, ਇਫ ਯੂ ਵਾਂਟ ਟੂ ਮੇਕ ਐਵਰੀਵਨ ਹੈਪੀ ਦੈਨ ਡੋਂਟ ਬੀ ਅ ਲੀਡਰ, ਸੈਲ ਆਈਸਕ੍ਰੀਮ। ਇਹਦਾ ਮਤਲਬ ਹੁੰਦਾ ਵੀ ਜੇ ਤੁਸੀਂ ਹਰ ਇੱਕ ਨੂੰ ਖੁਸ਼ ਰੱਖਣਾ ਚਾਹੁੰਦੇ ਆ ਨਾ, ਤਾਂ ਤੁਸੀਂ ਲੀਡਰ ਨਾ ਬਣੋ, ਤੁਸੀਂ ਆਈਸਕ੍ਰੀਮ ਵੇਚ ਲਓ, ਉਹਨੂੰ ਹਰ ਕੋਈ ਖੁਸ਼ ਹੋ ਕੇ ਖਾ ਲੂਗਾ। ਹੁਣ ਕਈ ਬੰਦੇ ਆ ਜਿਹੜੇ ਸੰਯੁਕਤ ਕਿਸਾਨ ਮੋਰਚੇ ਤੋਂ ਉਂਗਲਾਂ ਚੱਕਦੇ ਆ, ਨਹੀਂ ਯਾਰ ਇਹ ਆਏ ਨਹੀਂ ਕਰਦੇ, ਨਹੀਂ ਯਾਰ ਆਏ ਨਹੀਂ ਕਰਦੇ। ਪਰ ਤੁਸੀਂ ਸੋਚ ਕੇ ਦੇਖੋ, ਦੇਸ਼ ਦੀ ਜਿੰਨੀ ਇੰਟੈਲੀਜੈਂਸੀ ਆ, NIA, ਰੌ, ਜਿੰਨੀਆਂ ਵੀ ਇੰਟੈਲੀਜੈਂਸ ਆ, ਉਹ ਪਿਛਲੇ 3 ਮਹੀਨਿਆਂ ਤੋਂ ਜਿੰਨੇ ਲੀਡਰ ਆ, ਇਹਨਾਂ ਪਿੱਛੇ ਹੱਥ ਧੋ ਕੇ ਪੰਜਾਂ ਵੀ ਇਹਨਾਂ ਦੀ ਇੰਨੀ ਕੁ ਕਮੀ ਮਿਲ ਜੇ, ਇੰਨੀ ਕੁ ਮਿਲ ਜੇ ਤਾਂ ਆਪਾਂ ਇਹਨੂੰ ਉਹਦੀ ਬਦਨਾਮ ਕਰਾਂਗੇ, ਤਾਂ ਆਪਾਂ ਉਹਦੀ ਇਹਨਾਂ ਨੂੰ ਦੇਖ ਸਕਾਂਗੇ। ਪਰ ਤੁਸੀਂ ਆਪ ਦੇਖੋ ਵੀ ਪਿਛਲੇ 3 ਮਹੀਨਿਆਂ ਤੋਂ ਦੇਸ਼ ਦੀ ਸਾਰੀ ਪਾਵਰ ਇਹਨਾਂ ਪਿੱਛੇ ਲੱਗੀ ਹੋਈ ਆ, ਪਰ ਅਜੇ ਤੱਕ ਇਹਨਾਂ ਨੂੰ ਉਹ ਦਾਗ ਨਹੀਂ ਲਾ ਸਕੇ। ਤਾਂ ਇਹ ਕਿੰਨੇ ਸੋਚ ਆਪਣੇ ਆਪ ਨੂੰ ਸੋਚ ਸਕਦੇ ਆ। ਤੇ ਬਾਕੀ ਮੈਂ ਜਿਹੜੇ ਥੋੜੇ ਬਹੁਤੇ ਹੈਗੇ ਆ, ਉਹਨਾਂ ਨੂੰ ਬੇਨਤੀ ਕਰਦਾ ਵੀ ਆਪ ਨੂੰ ਥੋੜਾ ਬਹੁਤਾ ਉਹਦੇ ਹੱਥ ਮਾਰੋ। ਸਾਰੀ ਦੁਨੀਆ ਦੇਖ ਰਹੀ ਆ ਵੀ ਇੱਡਾ ਵੱਡਾ ਪ੍ਰੋਟੈਸਟ ਚੱਲ ਰਿਹਾ, ਤੇ ਉਹਨੂੰ ਲੀਡ ਜਿਹੜੇ ਬੰਦੇ ਕਰ ਰਹੇ ਆ, ਸਾਰੀ ਦੁਨੀਆ ਦੇਖੀ ਜਾਂਦੀ ਆ। ਸੋ ਜੇ ਤੁਹਾਡਾ ਵੀ ਆਪ ਦੀ ਰੰਜਿਸ਼ ਹੈਗੀ ਨਾ, ਤੁਸੀਂ ਪੰਜਾਬ ਆ ਕੇ ਕੱਢ ਲਓ। ਜਿਹੜੇ ਉੱਥੇ ਲੀਡਰ ਬੈਠੇ ਆ, ਆਪਣਾ ਹੱਕ ਬਣਦਾ ਵੀ ਆਪਾਂ ਸਾਰਾ ਉਹਨਾਂ ਦਾ ਸਾਥ ਦੇਈਏ। ਕੋਈ ਚਲੋ ਜੇ ਬੰਦੇ ਆ, ਉਹ ਵੀ ਅਕਸਰ ਬੰਦੇ ਆ ਜਿਹੜੇ ਲੀਡਰ ਆ, ਜੇ ਥੋੜਾ ਬਹੁਤਾ ਉਹ ਕੋਈ ਜਾਣੇ ਜਾਣੇ ਉਹਨਾਂ ਦਾ ਗਲਤੀਆਂ ਹੁੰਦੀਆਂ, ਤਾਂ ਯਾਰ ਇੰਨਾ ਤਾਂ ਆਪਣਾ ਹੱਕ ਬਣਦਾ ਵੀ ਆਪਾਂ ਉਹਨੂੰ ਅੱਖੋਂ ਉਹਲੇ ਕਰ ਸਕਦੇ, ਪਰੋਖੇ ਕਰ ਸਕਦੇ ਹਾਂ। ਇਸ ਤੋਂ ਬਿਨਾਂ ਮੇਰੀ ਜਿਹੜੀ ਦੂਜੀ ਬੇਨਤੀ ਆ, ਉਹ ਸਾਰੀ ਸੰਗਤ ਨੂੰ ਆ ਜਾਂ ਸਾਰੇ ਲੀਡਰਾਂ ਨੂੰ ਆ ਕਿ ਆਪਣਾ ਇਤਿਹਾਸ ਰੱਖ ਕੇ ਦੇਖ ਲਓ। ਪਿਛਲੇ 500-550 ਸਾਲਾਂ ਤੋਂ ਆਪਾਂ ਵੱਡੇ ਮਹਾਰਾਜਾ ਨਾਲ, ਵੱਡੇ ਤਾਨਾਸ਼ਾਹ ਸਾਰਿਆਂ ਨਾਲ ਮੱਥਾ ਲਾਇਆ, ਕਿਉਂਕਿ ਆਪਣੇ ਖੂਨ 'ਚ ਜਿਹੜਾ ਆਪਣਾ ਬਾਪੂ ਸੀ ਬਾਜਾ ਵਾਲਾ, ਉਹ ਆਪਾਂ ਨੂੰ ਖੂਨ 'ਚ ਦੇ ਕੇ ਗਿਆ। ਨਾ ਆਪਾਂ ਨੂੰ ਕੋਈ ਸਿੱਖਣ ਦੀ ਲੋੜ ਆ, ਨਾ ਆਪਾਂ ਨੂੰ ਕੋਈ ਕਲਾਸ ਲੈਣ ਦੀ ਲੋੜ ਆ, ਇਹ ਆਪਣੇ ਖੂਨ 'ਚ ਹੀ ਹੈ। ਤੇ ਹੁਣ ਵੀ ਆਪਣੇ ਇੱਕ ਤਾਨਾਸ਼ਾਹ ਨਾਲ ਮੱਥਾ ਲੱਗਿਆ ਹੋਇਆ, ਤੇ ਅੱਗੇ ਵੀ ਆਪਾਂ ਜਿਹਨਾਂ ਦਾ ਮੱਥਾ ਆਪਾਂ ਲਾਇਆ, ਆਪਾਂ ਮੂੰਹ ਕਰਕੇ ਸਿੱਟੇ ਆ। ਸਿੱਟ ਆਪਾਂ ਇੱਕ ਵਾਰ ਵੀ ਲੈਣੇ ਆ ਜੇ ਆਪਾਂ ਇੱਕ ਬਣਾਈ ਰੱਖਾਂਗੇ। ਪਰ ਜਿਹੜੀ ਮੇਰਾ ਚਿੰਤਾ ਦਾ ਵਿਸ਼ਾ ਇਹ ਆ ਵੀ ਇਸ ਵਾਰ ਨਾ ਆਪਾਂ ਪਿਛਲੇ 20 ਸਾਲਾਂ ਤੋਂ ਆਪਾਂ ਕੁਦਰਤ ਨਾਲ ਮੱਥਾ ਬਹੁਤ ਲਾਈ ਬੈਠੇ ਆ। ਉਹ ਕਿਵੇਂ ਲਾਈ ਬੈਠੇ ਆ ਵੀ ਆਪਾਂ ਕੁਦਰਤ ਦਾ ਬਹੁਤ ਘਾਣ ਕਰ ਰਹੇ ਆ, ਆਪਾਂ ਉਹਦੀ ਸਾਂਭ ਸੰਭਾਲ ਨਹੀਂ ਕਰ ਰਹੇ। ਜਿਹੜਾ ਪਿਛਲੇ ਦਿਨੀ ਉੱਤਰਾਖੰਡ ਵਿੱਚ ਹੋਇਆ, ਜੋ ਫਲੱਡ ਹੈ ਜਾਂ ਗਲੇਸ਼ੀਅਰ ਪਿਘਲੇ ਆ, ਜਾਂ ਪਹਿਲਾਂ ਭੁਚਾਲ ਥੋੜ੍ਹੇ ਦਿਨ ਪਹਿਲਾਂ ਆਇਆ, ਇਹ ਵੀ ਰੱਬ ਨੇ ਨਹੀਂ ਕੀਤਾ, ਇਹ ਮੈਨ ਮੇਡ ਡਿਜ਼ਾਸਟਰ ਆ, ਜਿਹੜਾ ਮਤਲਬ ਇਹ ਮਨੁੱਖ ਦੇ ਬਣਾਏ। ਕਿਉਂਕਿ ਜਿਹੜਾ ਉੱਤਰਾਖੰਡ ਆ, ਉੱਥੇ ਤੁਸੀਂ ਇੰਟਰਵਿਊ ਦੇਖੋ ਕਦੇ, ਉੱਥੇ ਪਹਾੜਾਂ ਤੋਂ ਉਹਨਾਂ ਨੇ ਇੰਨੇ ਦਰਖਤ ਕੱਟੇ ਆ, ਜਿਹੜੇ ਉੱਥੇ ਦੇ ਲੋਕਲ ਬੰਦੇ ਸੋਹਣੇ ਪ੍ਰੋਟੈਸਟ ਕੀਤੇ, ਪਰ ਸਰਕਾਰਾਂ ਨਹੀਂ ਮੰਨੀਆਂ। ਉੱਥੇ ਇਲੀਗਲ ਗੈਰ ਕਾਨੂੰਨੀ ਉਹਨਾਂ ਨੇ ਡੈਮ ਬਣਾਏ, ਜਿਹਦੇ ਕਰਕੇ ਕੁਦਰਤ ਨੂੰ ਉਹ ਅੱਖਾਂ ਦਿਖਾ ਰਹੇ ਸੀ, ਪਰ ਆਪਾਂ ਨੂੰ ਪਤਾ ਵੀ ਕੁਦਰਤ ਤੋਂ ਵੱਡਾ ਕੋਈ ਹੈ ਨਹੀਂ ਗਾ। ਆਪਾਂ ਸਰਕਾਰਾਂ ਨਾਲ ਮੱਥਾ ਲਾ ਸਕਦੇ ਹਾਂ, ਪਰ ਆਪਾਂ ਕੁਦਰਤ ਨਾਲ ਮੱਥਾ ਨਹੀਂ ਲਾ ਸਕਦੇ। ਇਸ ਕਰਕੇ ਪੰਜਾਬ 'ਚ ਵੀ ਆਪਾਂ ਦੇਖੀ ਜਾਂਦੇ ਵੀ ਆਪਣਾ ਪਾਣੀ ਬਹੁਤ ਥੱਲੇ ਜਾ ਰਿਹਾ, ਤੇ ਆਪਣੇ ਪੰਜਾਬ 'ਚ ਜਿਹੜਾ ਜੰਗਲ ਦਾ ਰਕਬਾ, ਦਰਖਤਾਂ ਦਾ ਰਕਬਾ ਬਹੁਤ ਘੱਟ ਆ। ਸੋ ਇਸ ਕਰਕੇ ਮੇਰੀ ਬੇਨਤੀ ਆ ਸਰਕਾਰਾਂ ਨੂੰ ਵੀ ਤੇ ਲੀਡਰਾਂ ਨੂੰ ਵੀ, ਜਿਹੜੀਆਂ ਆਪਣੇ ਪੰਜਾਬ ਦੀਆਂ ਇੱਕ ਦੋ ਫਸਲਾਂ ਜਿਹੜੀਆਂ ਸਭ ਤੋਂ ਵੱਧ ਪਾਣੀ ਦਾ ਯੂਜ਼ ਜਿਨ੍ਹਾਂ ਤੇ ਹੁੰਦਾ, ਕਿ ਜੋ ਇਦਾਂ ਦਾ ਹੱਲ ਕੱਢਣਾ ਵੀ ਆਪਣਾ ਪਾਣੀ ਵੀ ਬਚ ਜਾਏ ਤੇ ਆਪਣੇ ਕਿਸਾਨਾਂ ਦਾ ਵੀ ਆਰਥਿਕ ਨੁਕਸਾਨ ਵੀ ਨਾ ਹੋਵੇ। ਪਿਛਲਾ ਕਿਦਾਂ ਕੱਢਣ। ਉਸ ਤੋਂ ਬਿਨਾਂ ਦਰਖਤਾਂ ਦੀ ਸਭ ਤੋਂ ਵੱਧ ਲੋੜ ਹੈ ਦੁਨੀਆ 'ਚ। ਇਸ ਵਾਰ ਜਿਹੜਾ ਸਭ ਤੋਂ ਵੱਡਾ ਖਤਰਾ ਉਹ ਕਲਾਈਮੇਟ ਚੇਂਜ ਦਾ। ਕਲਾਈਮੇਟ ਚੇਂਜ ਮਤਲਬ ਵੀ ਆਪਣੇ ਜਿਹੜਾ ਸਾਰੀ ਦੁਨੀਆ ਦਾ ਜਿਹੜਾ ਵਾਤਾਵਰਨ ਬਦਲ ਰਿਹਾ। ਹੁਣ ਆਹ ਦਿਨਾਂ ਜਿਹੜੀ ਧੁੰਦ ਪੈ ਰਹੀ ਹੈ, ਆਪਾਂ ਮੈਂ ਸੁਣਿਆ ਨਹੀਂ ਕਦੇ ਵੀ ਆਹ ਧੁੰਦ ਪੈਂਦੀ ਨੂੰ, ਇਹ ਤਾਂ ਹੀ ਪੈ ਰਹੀ ਹੈ ਜਿਹੜਾ ਵਾਤਾਵਰਨ ਬਹੁਤ ਗਰਮ ਹੋ ਰਿਹਾ। ਉਹਦਾ ਇੱਕ ਹੀ ਹੱਲ ਆ, ਦਰਖਤ ਲਾਉਣੇ ਪੈਣਗੇ, ਵੱਧ ਤੋਂ ਵੱਧ ਪਾਣੀ ਬਚਾਉਣਾ, ਕਿਉਂਕਿ ਆਪਣੇ ਜਿਹੜਾ CO2 ਆ, ਕਾਰਬਨ ਡਾਈਆਕਸਾਈਡ, ਉਹ ਬਹੁਤ ਜ਼ਿਆਦਾ ਹੋ ਰਹੀ ਆ, ਤੇ ਉਹਨੂੰ ਇੱਕ ਚੀਜ਼ ਦੀ ਸੋਖਦੀ ਆ, ਦਰਖਤ। ਸੋ ਉਸੇ ਤਹਿਤ ਮੈਂ ਆਪਣੇ ਬਾਪ ਦੀ ਯਾਦ ਇੱਕ ਛੋਟੀ ਆਰਗੇਨਾਈਜੇਸ਼ਨ ਬਣਾਉਂਗਾ ਅੱਗੇ ਸਮੇਂ ਆ ਕੇ, ਤੇ ਉਹਦਾ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਤੇ ਪੇਜ ਬਣਾਉਂਗਾ, ਤੇ ਬੈਕ ਟੂ ਨੇਚਰ ਇਹਦਾ ਮੇਜੀ ਬਣਾ ਵੀ ਵਾਪਸੀ ਕੁਦਰਤ ਵੱਲ, ਕਿਉਂਕਿ ਆਪਾਂ ਕੁਦਰਤ ਤੋਂ ਬਹੁਤ ਜ਼ਿਆਦਾ ਦੂਰ ਜਾ ਰਹੇ ਹਾਂ। ਆਪਣੀ ਜਿਹੜੀ ਪਦਾਰਥਵਾਦੀ ਦੀਆਂ ਲੋੜਾਂ ਗਈਆਂ, ਉਹਨਾਂ ਨੂੰ ਪੂਰੇ ਕਰਦੇ ਆਪਾਂ ਕੁਦਰਤ ਤੋਂ ਬਾਹਲੀ ਉਹਨੂੰ ਪਾਸੇ ਕਰੀ ਜਾਂਦੇ ਹਾਂ।
ਸੋ ਉਹਦੇ ਤਹਿਤ ਸਾਂਝੀ ਥਾਵਾਂ ਤੇ ਦਰਖਤ ਅਸੀਂ ਬਹੁਤ ਲਾਉਣੇ ਆ। ਮੈਂ 2009 ਤੋਂ ਸਾਡੇ ਪਿੰਡ ਦੀ ਸਪੋਰਟਸ ਕਲੱਬ ਅਸੀਂ ਵਿਕਾਸ ਸਿੰਘ ਸਪੋਰਟਸ ਕਲੱਬ ਉਹਦਾ ਮੈਂ ਮੈਂਬਰ ਰਿਹਾ ਹਾਂ। ਅਸੀਂ ਸਾਂਝੇ ਕੰਮ ਬਹੁਤ ਕੀਤੇ ਆ। 2017 ਚ ਅਸੀਂ ਸਾਡੇ ਤਖਤਪੁਰਾ ਸਾਹਿਬ ਰੋਡ ਤੇ ਅਸੀਂ ਦਰਖਤ ਬਹੁਤ ਵੀ ਲਾਏ ਆ। ਮੇਰੇ ਦੋਸਤ ਸੀਗੇ, ਹਰਸ਼ ਸੀਗਾ, ਸੁੱਖੀ ਸੀ, ਕੈਨੇਡਾ ਦਾ, ਮੈਨੂੰ ਹੋਰ ਬਹੁਤ ਸੀ। ਤੋ ਹੁਣ ਜਦੋਂ ਰੋਡ ਤੇ ਜਾਂਦੇ ਆ ਤਾਂ ਮਨ ਨੂੰ ਖੁਸ਼ੀ ਨਹੀਂ ਹੁੰਦੀ ਆ ਵੀ ਅਸੀਂ ਲਾਈ ਸੀ, ਚਾਹੀਦਾ ਕੰਮ ਕੀਤਾ ਸੀ। ਸੋ ਅਸੀਂ ਤਾਂ ਸਾਂਝੀ ਜਗ੍ਹਾ ਤੇ ਸਾਡੇ ਬਹੁਤ ਦਰਖਤ ਲੱਗੇ ਆ। ਪਰ ਮੈਂ ਇਹ ਚਾਹੁੰਦਾ, ਮੈਂ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਵੀ ਕਰਦਾ, ਮੈਂ ਕਿ ਨਿੱਕੀ ਨਵੀਂ ਪਹਿਲ ਕਰਨਾ ਚਾਹੁੰਦਾ ਕਿ ਮੈਂ ਆਪਣੇ ਖੇਤ ਸਾਡੀ ਆਪਣੀ ਪਰਸਨਲ ਪ੍ਰਾਪਰਟੀ ਦੇ 1 ਕਿੱਲੇ ਹਿਸਾਬ ਨਾਲ 5 ਦਰਖਤ ਟੋਟਲ ਸਾਡੇ 50 ਕੁ ਬਣਨਗੇ। ਮੈਂ ਆਪਣੇ ਖੇਤ 50 ਬੂਟੇ ਜਾਂ 50 ਦਰਖਤ ਲਾਉਂਗਾ। ਉਹਦੇ 2 ਫਾਇਦੇ ਹੋਣਗੇ। ਚਲੋ ਦਰਖਤ ਤਾਂ ਲੱਗਣਗੇ। ਇਹਦੇ ਬਿਨਾਂ ਜਿੰਨੇ ਥਾਂ ਤੋਂ ਲੱਗਣਗੇ ਉਹ ਕੁਦਰਤੀ ਜਿਹੜੀ ਉਹਦੀ ਉਪਜਾਊ ਸ਼ਕਤੀ ਹੁੰਦੀ ਆ ਜ਼ਮੀਨ ਦੀ ਉਹ ਵੀ ਵਧੂ, ਕਿਉਂਕਿ 5 ਸਾਲਾਂ ਚ ਵੀ ਰੇਹ ਸਪਰੇ ਨਹੀਂ ਪੈਣੀ। ਤੇ ਮੈਂ ਸਾਰੇ ਐਨਆਰਆਈ ਜਿੰਨੇ ਵੀ ਹੈਗੇ ਜਾਂ ਐਨਆਰਆਈ ਜਿਹੜੇ ਰੋਟੀ ਸੌਖੀ ਖਾਂਦੇ ਆ ਜਾਂ ਜਿਹੜੇ ਇੰਡੀਆ ਦੀਆਂ ਪੰਜਾਬ 'ਚ ਬੈਠੇ ਆ ਜਿਨ੍ਹਾਂ ਨੂੰ ਰੱਬ ਸੌਖੀ ਰੋਟੀ ਦਿੰਦਾ, ਵੀ ਤੁਸੀਂ ਆਪਦੀ ਖੇਤ 'ਚ ਜਿੰਨੇ ਜੋਗੇ ਹੈਗੇ ਆ ਘੱਟੋ ਘੱਟ 1 ਕਿੱਲੇ ਹਿਸਾਬ ਨਾਲ 5 ਦਰਖਤ ਤਾਂ ਜ਼ਰੂਰ ਲਾਓ। ਤੇ ਉਹਦੀ ਸਾਂਭ ਸੰਭਾਲ ਕਰੋ ਤੇ ਜਿੰਨਾ ਕੁ ਮੰਨ ਲਓ ਤੁਸੀਂ 50 ਦਰਖਤ ਮੈਂ ਕਹਿੰਦਾ ਵੀ 1 ਕਨਾਲ ਤੇ ਆਰਾਮ ਨਾਲ ਲੱਗ ਜਾਣਗੇ। ਤੇ ਕੋਈ ਜ਼ਿਆਦਾ ਤਾਂ ਨਹੀਂ ਗਏ ਤੇ ਦਰਖਤ ਵੀ ਉਦਾਂ ਦੇ ਲਾਓ ਜਿਹੜਾ ਫਸਲ ਨੂੰ ਨੁਕਸਾਨ ਵੀ ਨਾ ਕਰਨ ਤੇ ਜ਼ਮੀਨ ਦਾ ਸੈੱਟ ਵਧੀਆ ਰਹੇ। ਇਹ ਮੈਨੂੰ ਬੇਨਤੀ ਸਾਰੇ ਐਨਆਰਆਈ ਵੀਰਾਂ ਨੂੰ ਜਾਂ ਜਿਹੜੇ ਆਪਣੇ ਇੰਡੀਆ 'ਚ ਵੀ ਆ ਜਿਹੜੇ ਵਧੀਆ ਰੋਟੀ ਖਾਂਦੇ ਆ, ਘਰੋਂ ਚੰਗੇ ਆ, ਉਹਨਾਂ ਸਭ ਨੂੰ ਬੇਨਤੀ ਆ। ਤੇ ਐਂਡ ਵਿੱਚ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਮੇਰਾ ਬਾਪ ਜਿਹੜੀ ਜਗ੍ਹਾ ਤੇ ਸ਼ਹੀਦ ਹੋਇਆ ਸੀ ਪਿਲਰ ਨੰਬਰ 775 ਟਿਕਰੀ ਦਾ ਉਹ ਚਲਾ ਗਿਆ। ਜਿਹੜਾ ਉਹਦਾ ਮਕਸਦ ਸੀਗਾ ਉਹ ਮੈਂ ਪੂਰਾ ਕਰੂੰਗਾ। ਮੈਂ ਉੱਥੇ ਜਾਊਂਗਾ ਵੀ, ਉੱਥੇ ਰਹਿ ਕੇ ਵੀ ਆਊਂਗਾ, ਜਿੰਨਾ ਜੋਗਾ ਹੋਇਆ ਉਦੋਂ ਵੱਧ ਹੀ ਕਰੂੰਗਾ। ਸੋ ਐਂਡ ਵਿੱਚ ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਕਿ ਦਿੱਲੀ ਨਾ ਜਾਣਗੇ ਤੁਹਾਡੇ ਕੋਲ ਹਜ਼ਾਰਾਂ ਬਹਾਨੇ ਹੋਣਗੇ, ਪਰ ਤੁਹਾਨੂੰ ਜਾਣ ਲਈ ਸਿਰਫ 2 ਚੀਜ਼ਾਂ ਜ਼ਰੂਰਤ ਆ, ਜਾਗਦੀ ਜ਼ਿੰਦਗੀ। ਧੰਨਵਾਦ। ਸੁਖਮੰਦਰ ਤੇਰੀ ਸੋਚ ਤੇ ਹੁਣ ਮੇਰੇ ਵੀਰ ਹਰਿੰਦਰ ਨੂੰ ਜਥੇਬੰਦੀਆਂ ਨੂੰ ਪੱਗ ਦਿੱਤੀ ਜਾਂਦੀ ਹੈ। ਮੈਂ ਵੀ ਤੁਹਾਡੇ ਵੀਰ ਦੇ ਨਾਲ ਇਸ ਟਾਲੀ ਵਿੱਚ ਰਹੋ। ਬੋਲੇ ਸੋ ਨਿਹਾਲ, ਸੁਖਮੰਦਰ ਤੇਰੀ ਸੋਚ ਤੇ, ਸੁਖਮੰਦਰ ਤੇਰੀ ਸੋਚ ਤੇ, ਸੁਖਮੰਦਰ ਨੂੰ ਲਾਲ ਸਲਾਮ, ਸ਼ਹੀਦ ਸੁਖਮੰਦਰ ਨੂੰ ਲਾਲ ਸਲਾਮ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਸਾਰੇ ਸਾਡੇ ਕਿਸਾਨ ਵੀਰ ਭਾਈਆਂ ਭਾਈਆਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਸਮੇਂ ਤੋਂ ਆਪਣੀ ਧਰਤੀ ਦੇ ਯੋਧੇ ਹੋਏ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਇੱਥੋਂ ਗਏ ਆ ਤੇ ਸਾਨੂੰ ਇਤਿਹਾਸ ਦੇ ਵਿੱਚ ਉਹ ਬਹੁਤ ਕੁਝ ਸਿਖਾ ਕੇ ਗਏ। ਉਹਨਾਂ ਚੋਂ ਇੱਕ ਇਹ ਪਰਿਵਾਰ ਤੇ ਇਹ ਸੁਖਮਿੰਦਰ ਸਿੰਘ ਸਾਡੇ ਪ੍ਰਧਾਨ ਸਾਨੂੰ ਅੱਜ ਮਾਣ ਵੱਡਾ ਇੱਕ ਸੰਦੇਸ਼ ਦੇ ਕੇ ਗਏ ਆ ਵੀ ਲੜਦੇ ਹੋਏ ਜੇ ਉਹ ਉੱਥੇ ਸ਼ਹੀਦ ਵੀ ਹੋ ਗਏ ਤਾਂ ਵੀ ਆਪਣੀ ਔਲਾਦ ਕਿਹੋ ਜਿਹੀ ਤਿਆਰ ਕਰਕੇ ਗਏ ਆ, ਤੁਹਾਡੇ ਸਾਹਮਣੇ ਉਹਦਾ ਪ੍ਰੂਫ। ਤੇ ਇਹ ਪਰਿਵਾਰ ਪਿਛਲੇ 23 ਸਾਲ ਤੋਂ ਸਾਡੀ ਜਥੇਬੰਦੀ ਨਾਲ ਸਮਰਪਿਤ ਤੇ ਪੱਕੇ ਤੌਰ ਤੇ ਕਿਸਾਨੀ ਨਾਲ ਸਮਰਪਿਤ ਰਿਹਾ। ਇਸ ਪਰਿਵਾਰ ਦੀ ਦੇਣ ਅਸੀਂ ਨਾ ਜਥੇਬੰਦੀ ਤੌਰ ਤੇ ਦੇ ਸਕਦੇ ਹਾਂ ਤੇ ਨਾ ਜੋ ਇਹਨਾਂ ਨੇ ਸਮਾਜ ਨੂੰ ਦਿੱਤਾ ਉਹ ਦੇ ਸਕਦੇ ਹਾਂ, ਪਰ ਜਿਹੜਾ ਮਾਣ ਸਤਿਕਾਰ ਇਹਨਾਂ ਦਾ ਇਸ ਟਾਈਮ ਹੋਇਆ ਇਹੋ ਜਿਹਾ ਯੋਧਿਆਂ ਦਾ ਹੋਣਾ ਵੀ ਚਾਹੀਦਾ ਸੀ। ਤੇ ਕਿਰਪਾ ਕਰਕੇ ਜਿੰਨੇ ਆਪਾਂ ਬੈਠੇ ਆ, ਕਿਉਂਕਿ ਇਹ ਅੰਤਿਮ ਅਰਦਾਸ ਇੱਕ ਯੋਧੇ ਦੀ ਆ, ਇੱਕ ਕੈਪਟਨ ਵਾਲੀ ਕੱਲੀ ਉਹ ਸੋਚ ਵਾਲੇ ਨਹੀਂ ਜਿਹੜੇ ਆਪਣਾ ਟੱਬਰ ਪਾਲਦੇ ਨੇ, ਉਹ ਸੀ ਜਿਹੜੇ ਸਮਾਜ ਨੂੰ ਵੀ ਉੱਪਰ ਲੈ ਕੇ ਜਾਣਾ ਚਾਹੁੰਦੇ ਆ, ਸਮਾਜਿਕ ਤੌਰ ਤੇ ਵੀ ਲੜਨਾ ਚਾਹੁੰਦੇ ਆ। ਤਾਂ ਕਿਰਪਾ ਕਰਕੇ ਇੱਕ ਫਤਿਹ ਜ਼ਰੂਰ ਸਾਂਝੀ ਕਰ ਦਿਓ ਤੇ ਚੰਗੀ ਤਰ੍ਹਾਂ ਬੁਲਾ ਦਈਏ ਫਤਿਹ। ਸੁਖਮਿੰਦਰ ਸਿੰਘ ਦੀ ਉੱਪਰ ਰੂਹ ਤੱਕ ਪਹੁੰਚੇ ਵੀ ਹਾਂ ਖਾਲਸੇ ਨੇ ਫਤਿਹ ਦਿੱਤੀ ਸੀ, ਬਾਬਾ ਜੀ ਨੇ ਬਖਸ਼ਿਸ਼ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਯਾਦਾਂ ਬਹੁਤ ਜੁੜੀਆਂ ਨੇ, ਜੋ ਇਨਸਾਨ ਇੱਥੇ ਬੋਲ ਕੇ ਗਏ ਨੇ, ਜਿਵੇਂ ਸੁਖਮਿੰਦਰ ਸਿੰਘ ਤੇ ਛੋਟੇ ਵੀਰ ਇਕਬਾਲ ਸਿੰਘ ਜਦੋਂ 84 ਪੂਰੇ ਹੋ ਗਏ, ਪਰਿਵਾਰ ਨੇ ਉਦੋਂ ਵੀ ਝਟਕਾ ਸੀ। ਫਿਰ ਮਾਸਟਰ ਜੀ
10 साल तक 98 तो लैके 8 तक जब तक जीवित रहे, जब तक किसानी नाल निकल रही। उस तो बाद सुखविंदर सिंह ने काम किया, उन्होंने गल नहीं करना तो जाती पड़ी। जो मैं गर्म रहा मैं जो निकली गया हर टाली आप मिलते हैं हरेक सिंह भी ठीक ठाक आ, भी किमें तुहानूं लगदा भी किमें आपां की सही चल रहे हैं या सरकार गलत चल रही है। तो इन्हां दा कुछ सुनिया हुंदा सी, कहंदा तू वड़िया नहीं असीं पक्के खड़े, पर इन्ने तरीके पक्के ना खड़ के जाऊगा इन्नी नहीं गल। सवेर की आवाज होती सी ना की आवाज भी पक्का पक्के खड़े किते दाग ना लगा लईए भी आपां ਜਿਹੜੇ ਕੰਮ ਆਏ ਆ ਆਪਾਂ ਫਤਿਹ ਕਰਕੇ ਜਾਣੇ। ਆਹ ਜਿਹੜਾ ਪੱਕਾ ਸੁਨੇਹਾ ਮੈਨੂੰ ਮਿਲਿਆ ਤੁਹਾਡੇ ਨਾਲ ਜਿੱਥੇ ਬੈਠੇ ਇਹਨਾਂ ਮਰਦਾ ਅੰਤਿਮ ਅਰਦਾਸ ਹੋ ਜਾਂਦਾ ਕਰਦੇ ਆ ਵੀ ਜਿਹੜੇ ਕੰਮ ਗਿਆ ਸੀ ਉਹ ਸਿਰੇ ਚੜ੍ਹ ਕੇ ਬਣਾ ਜਿੰਨਾ ਯੋਗਦਾਨ ਇਹਨਾਂ ਦਾ ਵਾਹਿਗੁਰੂ ਨੇ ਲਿਖਿਆ ਸੀ ਉਹ ਆਪਣਾ ਪੂਰਾ ਯੋਗਦਾਨ ਦੇ। ਆਪਾਂ ਕਹਿੰਦੇ ਆ ਕਿ ਧੰਨ ਮਨ ਨਾਲ ਤੁਹਾਡੇ ਨਾਲ ਆ, ਉਹਦਾ ਜਾਨ ਵੀ ਨਿਸ਼ਾਨ ਕਰਦਾ। ਸਾਨੂੰ ਮਾਣ ਸਾਡੇ ਚਾਹੇ ਜੇ ਸ਼ਖਸ ਵੀ ਸੀ ਜਿਹੜੇ ਉੱਥੇ ਪੱਕੇ ਤੌਰ ਤੇ ਬੈਠੇ ਰਹੇ ਤੇ ਆਪਦੀ ਸਿਹਤ ਖਰਾਬ ਹੋਣ ਦੇ ਸਾਥ ਵੀ ਜੇ ਜਾਂ ਬਿਮਾਰ ਸੀ, ਸਟਾਰਟ ਪਿਆ ਹੋਇਆ ਸੀ ਆਪ ਦਾ, ਤਾਂ ਵੀ ਕੋਈ ਬਹਾਨਾ ਨਹੀਂ ਮਾਰਿਆ ਸਾਡੇ ਕੋਲ ਤੱਕ ਉਹਨਾਂ ਨੇ ਵੀ ਕੋਈ ਸਟਾਰਟ ਪਿਆ ਹੋਇਆ ਜਾਂ ਮੈਂ ਉੱਥੇ ਨਹੀਂ ਜਾ ਸਕਦਾ ਜਾਂ ਪੱਕੇ ਤੌਰ ਤੇ ਰਹਿ ਨਹੀਂ ਸਕਦਾ। ਦੂਜਾ ਸਾਨੂੰ ਉੱਥੇ ਪੁੱਛਿਆ ਜਾਂਦਾ ਵੀ ਇੱਥੇ ਬੀਬੀਆਂ ਦੀ ਸੰਖਿਆ ਘੱਟ ਹੈ ਪੰਜਾਬ 'ਚ। ਅਸੀਂ ਕਿਹਾ ਵੀ ਜਿਵੇਂ ਸਿੰਘ ਬੈਠੇ ਆ ਨਾ ਸਾਡੀ ਕੌਰ ਵੀ ਉਦਾਂ ਡਟੇ ਹੋਏ ਆ ਤੇ ਪਰਿਵਾਰ ਤੁਹਾਡੇ ਮੂਹਰੇ ਮੈਸੇਜ ਦੇ ਕੇ ਆਇਆ ਵੀ ਕਿਵੇਂ ਸਾਡੇ ਮਗਰ ਪਰਿਵਾਰ ਆਪਦਾ ਘਰ-ਬਾਰ ਪੂਰਾ ਉਸੇ ਤਰੀਕਾ ਨਾਲ ਸਾਡੀ ਕਬੀਲਦਾਰੀ ਦੇਖ ਰਹੇ ਆ ਜਿਵੇਂ ਅਸੀਂ ਹੁੰਦੇ ਇੱਥੇ ਦੇਖਦੇ ਪਏ ਸੀ। ਮੈਂ ਕੱਲ 82 ਦਿਨ ਪਹਿਲੀ ਦਿਨ ਦਿੱਲੀੋਂ ਆਇਆ, ਜਦ ਤੱਕ ਅਸੀਂ ਪੱਕੇ ਬੈਠੇ ਸੀ ਸਿਰਫ ਇਸ ਉਹ ਖਾਤਰ ਵੀ ਇਹ ਸ਼ਖਸ ਸਾਡਾ ਗਿਆ ਤੇ ਇਹਨੂੰ ਮਾਣ ਸਨਮਾਨ ਦੇਣਾ ਇਹਦਾ ਬਣਦਾ। ਤੇ ਮੈਂ ਇੱਥੇ ਇਹਨਾਂ ਦਾ ਸੰਦੇਸ਼ਾ ਵੀ ਲੈ ਕੇ ਆਇਆ ਜਿਹੜੇ ਵੀਰ ਇੱਥੇ ਨਹੀਂ ਸਾਡੇ ਆ ਸਕੇ ਕਿਉਂਕਿ ਉਹ ਅੱਜ ਜਿਵੇਂ ਕਹਿੰਦਾ ਯੁੱਧ ਦੇ ਵਿੱਚ ਯੋਧੇ ਪੱਕੇ ਤੌਰ ਤੇ ਅੜੇ ਹੋਏ ਨੇ ਕਿਕਰੀ ਤੇ ਸੰਗੂ ਦੇ, ਉਹਨਾਂ ਸਾਰਿਆਂ ਦਾ ਮੈਸੇਜ ਵੀ ਤੁਹਾਨੂੰ ਲੱਗੇ ਸਾਰੇ ਪ੍ਰਧਾਨਾਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪੂਰੇ ਪੰਜਾਬ ਤੋਂ ਵੀ ਸਾਡੀ ਹਾਜ਼ਰੀ ਜ਼ਰੂਰ ਲਾ ਦਿਓ ਕਿਉਂਕਿ ਅਸੀਂ ਡਟੇ ਹੋਏ ਆ। ਜੇ ਇੱਥੋਂ ਪੜਦੇ ਆ ਮੋਰਚਾ ਤਾਂ ਫਿਰ ਭੈੜਾ ਅਸਰ ਜਾਊਗਾ, ਪਰ ਸਾਡੀ ਹਾਜ਼ਰੀ ਇਕੱਲੇ ਤੁਸੀਂ ਜ਼ਰੂਰ ਲਾ ਕੇ ਆਇਓ। ਇਸ ਕਰਕੇ ਉਹਨਾਂ ਸਾਰਿਆਂ ਦੀ ਹਾਜ਼ਰੀ ਵੀ ਤੁਸੀਂ ਸਾਡੇ ਵੱਲੋਂ ਭਾਰਤੀ ਕਿਸਾਨ ਦੇ ਪਰਿਵਾਰ ਵੱਲੋਂ ਉਹਨਾਂ ਦੀ ਹਾਜ਼ਰੀ ਮਨਜ਼ੂਰ ਕਰਿਓ ਵੀ ਉਹ ਤੁਹਾਡੇ ਇੱਥੇ ਪਰਿਵਾਰ ਨਾਲ, ਪਿੰਡ ਨਾਲ, ਸ਼ਹਿਰ ਨਾਲ, ਪੰਜਾਬ ਨਾਲ ਸਾਰੇ ਤੁਹਾਡੇ ਮਾਣ ਸਤਿਕਾਰ ਉੱਥੇ ਪੂਰਾ ਬਰਕਰਾਰ ਰੱਖਣਗੇ। ਤੇ ਇਸ ਨੂੰ ਮਾਣ ਨਾਲ ਅਸੀਂ ਆਪਣੇ ਸ਼ਹੀਦ ਕਰ ਰਹੇ ਤੇ ਸਾਡੇ ਜਿਹੜਾ ਯੁੱਧ ਲੱਗਦਾ ਪਿਆ ਸਰਕਾਰ ਨਾਲ ਉਹਦੇ ਸ਼ਹੀਦ ਨੇ। ਇਹ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਸਕਦਾ ਸੀ ਦੱਸ ਕੇ ਗਿਆ ਮੇਰਾ ਛੋਟਾ ਵੀਰ ਵੀ ਜਿਹੜੇ ਕਿਸਾਨ ਜਿਹਨਾਂ ਤੇ ਉਂਗਲਾ ਚੱਕਦੇ ਸੀ ਉਹਨੂੰ ਹੁਣ ਪਤਾ ਲੱਗਿਆ ਵੀ ਕਿੰਨੀਆਂ ਸਟੇਟਾਂ ਤੇ MSP ਲੱਗੀ ਆ, ਕਿੰਨਿਆਂ ਤੇ ਅੱਜ ਤੱਕ ਮੰਗ ਵੀ ਨਹੀਂ ਉੱਠ ਸਕੀ ਕਿਉਂਕਿ ਉੱਥੇ ਲੋਕ ਜਾਗਰੂਕ ਨਹੀਂ ਹੋ ਸਕੇ। ਜੇ ਯੂਨੀਅਨਾਂ ਪਿਛਲੇ 50 ਸਾਲ ਦੀਆਂ ਕੰਮ ਕਰਦੀਆਂ ਤਾਂ ਤੁਹਾਨੂੰ ਜਾਗਰੂਕ ਕੀਤਾ ਹੋਇਆ ਜਦੋਂ ਜਾ ਕੇ ਉਹਨਾਂ ਸਾਂਝ ਕੀਤੀ ਜਿਹੜੇ ਮੱਧ ਪ੍ਰਦੇਸ਼ ਵਾਲੇ ਬੈਠੇ ਆ, ਰਾਜਸਥਾਨ ਵਾਲੇ ਬੈਠੇ ਨੇ, ਯੂਪੀ ਵਾਲੇ ਬੈਠੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਇਹ ਸਾਡੀਆਂ ਫਸਲਾਂ ਕਿਵੇਂ ਸੋਹਣੇ ਤਰੀਕੇ ਨਾਲ ਵਿਕਦੀਆਂ, ਕਿਵੇਂ ਇੱਥੇ ਮੰਡੀ ਸਟਰਕਚਰ ਆ ਜਿਹੜਾ ਮੰਡੀ ਸਟਰਕਚਰ ਬਰਾਬਰ ਲੈ ਕੇ ਆਇਆ। ਕਿਉਂਕਿ ਇਹ ਗੱਲ ਕਰਨੀ ਜ਼ਰੂਰੀ ਆ ਵੀ ਆਪਣੀ ਲੜਾਈ ਕਿਸ ਗੱਲ ਤੇ ਆ, ਇਸ ਗੱਲ ਤੇ ਜਮਾ ਹੀ ਜਾਣ ਦੇਣਾ ਸੀ ਇਹਨਾਂ ਨੂੰ। ਕਹਿੰਦੇ ਤੁਹਾਡੀ ਜ਼ਮੀਨਾਂ ਅਸੀਂ ਜ਼ਬਰਦਸਤੀ ਨਹੀਂ ਤੁਹਾਡੇ ਤੇ ਕੰਟਰੈਕਟ ਫਾਰਮਿੰਗ ਕਰਦੇ, ਤੁਹਾਡੀ ਫਸਲਾਂ ਤੇ ਜ਼ਬਰਦਸਤੀ ਤੁਹਾਡੀ ਜ਼ਮੀਨਾਂ ਲੀਜ਼ ਤੇ ਕੰਟਰੈਕਟ ਤੇ ਨਹੀਂ ਲਵਾਂਗੇ। ਜਿਹੜੇ ਇਹਨੇ ਕਹਿੰਦੇ ਸੀ ਵੀ ਇਹ ਕਾਲਾ ਕੀ ਆ, ਮੈਂ ਪੁੱਛਦਾ ਵੀ ਇਹ ਚਿੱਟਾ ਕੀ ਆ ਕਾਨੂੰਨ 'ਚ। 82 ਦਿਨਾਂ ਬਾਅਦ ਵੀ ਹਾਲੇ ਕਾਨੂੰਨ ਵਾਪਸ ਨਹੀਂ ਕਰ ਰਹੇ ਤੇ ਕਿੱਲੇ 2 ਕਿੱਲੇ ਵਾਲੇ ਬੰਦੇ ਦੀ ਜ਼ਮੀਨ ਕਿੱਥੋਂ ਛੱਡ ਦੇਣਗੇ ਜਾਂ ਉਹਦੀ ਫਸਲ ਦੇ ਪੈਸੇ ਕਿੱਥੋਂ ਪੂਰੇ ਦੇ ਦੇਣਗੇ। ਇਹ ਜਿਹੜੇ ਵੀ ਸਾਡੇ ਜਥੇਬੰਦੀ ਢਾਂਚੇ 32 ਜਥੇਬੰਦੀਆਂ ਨੇ ਇਕੱਠੀਆਂ ਹੋਈਆਂ ਇਸ ਗੱਲ ਲਈ ਇਕੱਠੀਆਂ ਹੋਈਆਂ ਸੀ ਪਹਿਲੇ ਦਿਨ ਵੀ ਬਹੁਤ ਵੱਡੀ ਲੜਾਈ ਲੜਨੀ ਪੈਣੀ ਆ, ਸਾਰਿਆਂ ਨੂੰ ਏਕਾ ਕਰਨਾ ਪੈਣਾ, ਇੱਕ ਹੋ ਕੇ ਜਾਣਾ ਪੈਣਾ। ਪਰ ਮੈਂ ਸਤਿਕਾਰ ਕਰਦਾ ਸਾਰੇ ਪੰਜਾਬ ਦੇ ਵੀਰਾਂ ਦਾ ਇਸ ਯੁੱਧ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਤੁਹਾਡਾ ਬਹੁਤ ਭਰਪੂਰ ਸਾਥ ਰਿਹਾ। ਇਸ ਦਾ ਬਹਾਨਾ ਸਾਡੇ ਕੋਲ ਕੋਈ ਨਹੀਂ ਹੈ ਵੀ ਤੁਸੀਂ ਸਾਥ ਨਹੀਂ ਦਿੱਤਾ। ਜਿਵੇਂ 26 ਦਾ ਕੋਈ ਮਾੜਾ ਸਮਾਂ ਆਉਂਦਾ ਹੀ ਹੁੰਦਾ ਸੰਘਰਸ਼ ਦੇ ਵਿੱਚੋਂ ਆਇਆ,
ਪਰ 2 ਦਿਨਾਂ ਦੇ ਵਿੱਚ ਜੋ ਰਿਕਵਰੀ ਹੋਈ ਆ, ਬਾਹਰਲੇ ਚੈਨਲ ਵਾਲੇ ਬੈਠੇ ਸੀ ਸਾਡੇ ਕੋਲ, BBC ਬੈਠੇ ਸੀਗੇ, ਹੋਰ ਬਾਹਰਲੇ, ਕਹਿੰਦੇ ਕੋਈ ਸੰਘਰਸ਼ ਦੇ ਵਿੱਚ 2 ਦਿਨਾਂ ਦੇ ਵਿੱਚ ਦੁਬਾਰਾ ਰਵਾਈ, ਦੁਬਾਰਾ ਉੱਭਰਨਾ, ਇੰਨੀ ਜਲਦੀ ਉੱਭਰਨਾ ਤੇ ਇੰਨੇ ਤਰੀਕੇ ਨਾਲ ਉੱਭਰਨਾ ਵੀ ਦੁਬਾਰਾ ਪੰਚਾਇਤਾਂ ਨੇ ਇੱਥੋਂ ਮਤੇ ਪਾ ਤੇ ਉਧਰ ਹਰਿਆਣੇ ਵਿੱਚ ਖਾਪਾਂ ਨੇ ਆਪਣੀਆਂ ਪੰਚਾਇਤਾਂ ਕਰ ਲਈਆਂ ਤੇ ਦੁਬਾਰਾ ਉਹ ਅੰਦੋਲਨ ਉੱਪਰ ਲੈ ਕੇ ਚਲੇ ਗਏ। ਇਹ ਵਿਲੱਖਣਾ ਰੂਪ ਆ। ਇਸ ਕਰਕੇ ਜਿਹੜਾ ਕਹਿੰਦੇ ਹੁੰਦੇ ਸੀ ਲਾਹੌਰ ਨਹੀਂ ਦੇਖਿਆ ਕਿਹੜਾ ਜੰਮਿਆ ਨਹੀਂ, ਤੇ ਜਿਹਨੇ ਫਿਕਰੀ ਦੇ ਉੱਥੇ ਜਾ ਕੇ ਆਪਣਾ ਅੰਦੋਲਨ ਸਾਥ ਨਹੀਂ ਦਿੱਤਾ ਤੇ ਪਛਤਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਦੇ ਕਾਲੇ ਅਖਰਾਂ ਨਾਲ ਲਿਖਿਆ ਜਾਊਗਾ ਵੀ ਤੁਸੀਂ ਜਦੋਂ ਸਾਰੇ ਯੋਧੇ ਲੱਗੇ ਸੀ, ਸਾਰੀ ਲੜਾਈ ਲੜਦੇ ਪਏ ਸੀ ਤੇ ਤੁਸੀਂ ਕਿੱਥੇ ਸੀ। ਤੇ ਇਹਨਾਂ ਸੂਰਬੀਰਾਂ ਦਾ ਨਾਮ ਉੱਪਰਲੀ ਲਿਖਣਾ ਚਾਹੁੰਦਾ ਵੀ ਇਹ ਉੱਥੇ ਆਪਣੀ ਜਾਨਾਂ ਕੁਰਬਾਨ ਕਰਕੇ ਗਏ ਨੇ। ਅਸੀਂ ਪੜ੍ਹਦੇ ਹੁੰਦੇ ਸੀ ਕਿ ਸ਼ਹੀਦ ਹੁੰਦਾ, ਕਿਤਾਬਾਂ ਪੜ੍ਹਦੇ ਹੁੰਦੇ ਸੀਗੇ, ਉਹਦਾ ਮਤਲਬ ਨਹੀਂ ਪਤਾ ਲੱਗਦਾ ਸੀ। ਹੁਣ ਸਮੇਂ ਤੋਂ ਜਦੋਂ ਨਾਲ ਦਾ ਜਾਂਦਾ ਨਾ, ਫਿਰ ਇੱਕ ਜਵਾਬਦੀ ਆ ਵੀ ਹਾਂ ਇਹ ਕਿਸੇ ਨਿੱਜੀ ਕੰਮ ਲਈ ਨਹੀਂ ਉੱਥੇ ਬੈਠੇ ਸੀ, ਕੋਈ ਨਿੱਜਾ ਇਹਦਾ ਕੰਮ ਨਹੀਂ ਸੀ, ਸਾਰੇ ਆਵਾਮ ਦਾ, ਸਾਰੇ ਲੋਕਾਂ ਦਾ ਵਾਸਤੇ ਤੇ ਲੜਾਈ ਲੜ ਰਹੇ ਆ। ਤੇ ਸਾਨੂੰ ਵੀ ਹੌਸਲਾ ਲੱਗਦਾ ਵੀ ਨਹੀਂ, ਆਪਾਂ ਹੁਣ ਸਹੀ ਦਿਸ਼ਾ ਵੱਲ ਜਾ ਰਹੇ ਆ ਤੇ ਦਿਸ਼ਾ ਸਰਕਾਰ ਦੀ ਬੇਟੀ ਹੋ ਸਕਦੀ ਹੈ ਤੇ ਇੰਨੇ ਆਵਾਮ ਦੀ ਬੇਟੀ ਨਹੀਂ ਹੋ ਸਕਦੀ। ਇਹਨਾਂ ਦੀ ਜਿਹੜੀ ਕੁਰਬਾਨੀ ਆ ਉਹਨੇ ਆਪਣੀ ਜਾਊਗੀ। ਆਪਾਂ ਕਾਮਯਾਬੀ ਵਾਲੇ ਪਾਸੇ ਜਾਵਾਂਗੇ ਤੇ ਚੜ੍ਹਦੀ ਕਲਾ 'ਚ ਰਹਾਂਗੇ। ਜੋ ਆਪਾਂ ਨੂੰ ਗੁਰੂ ਮਹਾਰਾਜ ਨੇ ਦੇ ਦਿੱਤਾ ਵੀ ਕਦੀ ਸਿੰਘ, ਬੇਸ਼ੱਕ ਆਪਾਂ ਅੰਤਿਮ ਅਰਦਾਸ ਕਰੇ, ਪਰ ਆਪਣੇ ਚੜ੍ਹਦੀ ਕਲਾ ਦੀ ਜਿਹੜੀ ਬਾਬਾ ਜੀ ਨੇ ਆਪਾਂ ਨੂੰ ਆਸ਼ੀਰਵਾਦ ਦਿੱਤਾ ਹੋਇਆ, ਉਹਦੇ ਨਾਲ ਰਹਿੰਦੇ ਹੋਏ ਆਪਾਂ ਇਸ ਮੋਰਚੇ ਨੂੰ ਅਗਲੀ ਚੜ੍ਹਦੀ ਕਲਾ 'ਚ ਜਾਵਾਂਗੇ। ਜਿਵੇਂ ਛੋਟੇ ਵੀਰ ਨੇ ਮੈਨੂੰ ਹੌਸਲਾ ਦੇਤਾ, ਮਾੜਾ ਜਿਹਾ ਮਨ ਮੇਰਾ ਹਿੱਲਿਆ ਸੀ, ਪਰ ਇਹਦੇ ਹੌਸਲੇ ਨਾਲ ਜਿਹੜਾ ਹੁਣ ਸਾਨੂੰ ਜਜ਼ਬਾ ਮਿਲਿਆ, ਸਾਨੂੰ ਲੜਨ ਦੀ ਤਾਕਤ ਮਿਲੀ ਆ। ਜਿਹੜੇ ਅਫਸਰਾਂ ਦੇ, ਜਿਹੜੇ ਮੰਤਰੀਆਂ ਦੇ ਉਲਟ ਬੋਲਣ ਦੀ ਤਾਕਤ ਇਹ ਜਿਹੇ ਸ਼ਹੀਦਾਂ ਦੇ ਅੰਤਿਮ ਅਰਦਾਸਾਂ ਤੋਂ ਹੀ ਮਿਲ ਸਕਦੀ ਹੈ, ਹੋਰ ਕਿਤੋਂ ਨਹੀਂ ਮਿਲ ਸਕਦੀ। ਵੀ ਕਿਵੇਂ ਉਹਨਾਂ ਨਾਲ ਗੱਲ ਕਰਨੀ ਆ, ਖਰਾ ਲਾ ਕੇ ਵੀ ਤੁਸੀਂ ਸਾਡੇ ਨਾਲ ਕਿਵੇਂ ਧੱਕਾ ਕਰ ਰਹੇ ਹੋ, ਕਿਵੇਂ ਸਮਾਜ 'ਚ ਝੂਠ ਬੋਲ ਰਹੇ ਹੋ ਤੇ ਕਿੱਦਾਂ ਤੁਹਾਨੂੰ ਹਟਾਉਣਾ। ਬਿਲਕੁਲ ਸਰਕਾਰ ਡਿੱਗੀ ਪਈ ਆ, ਬਿਲਕੁਲ ਥੱਲੇ ਆਈ ਪਈ ਆ, ਪਰ ਆਪਣੀ ਗਿਰਾਵਟ ਜਿਹੜੀ ਉਹ ਇਸ ਟਾਈਮ ਸਰਕਾਰ ਦੇ ਰਹੀ ਆ। ਤੇ ਪਹਿਲਾਂ ਕਿਤੇ ਇਤਿਹਾਸ ਦੇ ਵਿੱਚ ਆਪਾਂ ਇੰਦਰਾ ਗਾਂਧੀ ਬਾਰੇ ਪੜ੍ਹਦੇ ਹੁੰਦੇ ਸੀ ਵੀ ਉਹਨੇ ਇਹ ਜਿਹੜੀ ਪਾਵਰ ਆ ਤੇ ਗਲਤ ਯੂਜ਼ ਉਹਨੇ ਕੀਤੇ ਜਦੋਂ ਬਾਹਲੀ ਪਾਵਰ 'ਚ ਆ ਗਈ। ਤੇ ਇਹ ਤਾਂ ਉਹਨਾਂ ਤੋਂ ਵੀ ਟੱਪ ਗਏ। ਆਪ ਦੇ ਮੈਨੂੰ ਇਹ ਕੋਈ ਸ਼ਰਮ ਨਹੀਂ ਹੋਈ ਤੇ ਕਹਿੰਦੇ ਹੋ ਵੀ ਆਪ ਦੀਆਂ ਵੋਟਾਂ ਲੈਣ ਵਾਲਿਆਂ ਦੇ ਵੀ ਉਲਟ ਚੱਲਦੀ ਪਈ ਹੈ। ਸਭ ਤੋਂ ਵੱਧ ਬੀਜੇਪੀ ਸਾਡੇ ਛੋਟੇ ਦੁਕਾਨਦਾਰ ਵੀ, ਛੋਟੇ ਕਾਰੋਬਾਰੀ ਵੋਟ ਦਿੰਦੇ ਸੀ, ਅੱਜ ਉਹਨਾਂ ਦੇ ਉੱਤੇ ਵੀ ਚੱਲ ਰਹੀ ਹੈ। ਤੇ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਸਰਕਾਰ ਸਾਡੇ ਕਿੱਥੇ ਗਈ। ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਲਿਆ ਕੇ ਸਾਡੀਆਂ ਜਿਹੜੀਆਂ ਫਸਲਾਂ ਤੇ ਕਬਜ਼ਾ ਕਰਨਾ, ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ, ਰਹਿਣੀਆਂ ਉਹਨਾਂ ਦੀ ਦੁਕਾਨਾਂ ਵੀ। ਉਹਨਾਂ ਦੇ ਉੱਤੋਂ ਵੀ ਕੁਝ ਘਰਾਣਿਆਂ ਦੇ ਉੱਤੇ 6-7 ਘਰਾਣੇ ਰਾਜ ਕਰਨਗੇ, ਜਿਵੇਂ ਅੰਗਰੇਜ਼ ਰਾਜ ਕਰਨ ਆਏ ਸੀ ਆਪਣੇ ਤੇ, ਵਪਾਰ ਦੇ ਗਾੜੇ ਅੰਦਰ ਵੜੇ ਸੀ, ਮੁੜ ਕੇ ਆ ਕੇ ਆਪਣੇ ਰਾਜ ਕਰਕੇ ਤੇ 200 ਸਾਲ ਲੱਗ ਗਏ ਤੇ ਕਿੰਨੀਆਂ ਕੁਰਬਾਨੀਆਂ ਮੁੜ ਕੇ ਕਰਨੀਆਂ ਪਈਆਂ। ਇਹ ਪੰਜਾਬ ਨੂੰ ਦੱਸਣ ਦੀ ਲੋੜ ਨਹੀਂ। ਸਭ ਤੋਂ ਮੂਹਰਲੀ ਗਿਣਤੀ 'ਚ ਆਪਣਾ ਨੰਬਰ ਉਦੋਂ ਵੀ ਸੀ, ਅੱਜ ਵੀ ਆ। ਆਪਾਂ ਨੂੰ ਇਹ ਕਿਹਾ ਗਿਆ ਵੀ ਇਹ ਪ੍ਰਾਂਤ, ਇਹੀ ਪ੍ਰਾਂਤ ਆ ਜਿਹੜਾ ਆ ਕੇ ਲੜਾਈ ਲੜ ਰਿਹਾ, ਤੇ 26 ਤੋਂ ਬਾਅਦ ਉਹਨਾਂ ਨੂੰ ਸਬੂਤ ਦਿੱਤਾ ਵੀ ਪ੍ਰਾਂਤ ਜ਼ਰੂਰ ਅਗਲਾ ਲੜਾਈ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ। ਇਹ ਪ੍ਰਾਂਤਾਂ ਤੋਂ ਸ਼ੁਰੂ ਹੁੰਦੀ ਆ ਤੇ ਇਹ ਪਰ ਜਿਵੇਂ ਆਪਾਂ ਅਰਦਾਸ ਕਹਿੰਦੇ ਆ ਸਰਬੱਤ ਦਾ ਭਲਾ, ਸਾਰੇ ਸਰਬੱਤ ਦਾ ਭਲਾ ਮੰਗਦੀ ਆ। ਤੇ ਅਸੀਂ ਲੜਾਈ ਸ਼ੁਰੂ ਕੀਤੀ ਜਿੱਦਣ ਪਹਿਲੇ ਦਿਨ ਸਾਡੀ 450 ਜਥੇਬੰਦੀਆਂ ਨਾਲ ਮੀਟਿੰਗ ਹੋਈ ਸੀ। ਅਸੀਂ ਇਹ ਕਿਹਾ ਸੀ ਵੀ 55% ਅਸੀਂ ਅੰਨ ਉਗਾਉਂਦੇ ਆ ਤੇ ਸਾਰੇ ਹਿੰਦੁਸਤਾਨ ਨੂੰ ਦਿੰਦੇ ਆ, ਪਰ ਲੜਾਈ ਆ ਕਿ ਅਸੀਂ 70% ਲੜਾਂਗੇ। ਤੇ ਤੁਹਾਡੇ ਤੇ ਮੈਂ ਮਾਣ ਕਰਦਾ ਕਿ ਅੱਜ ਮਾਣ ਕਰਕੇ ਤੇ ਮੀਟਿੰਗ 'ਚ ਬੈਠੀ ਦਾ, ਜਦੋਂ 40 ਵਿੱਚੋਂ 32 ਤੁਹਾਡੇ ਨੁਮਾਇੰਦੇ ਉੱਥੇ ਬੈਠਦੇ ਨੇ ਤੇ ਸਾਰੇ ਭਾਰਤ ਦੀਆਂ ਜਥੇਬੰਦੀਆਂ ਨੇ ਮੰਨ ਲਿਆ ਵੀ ਤੁਸੀਂ ਲੜਾਈ ਲੜੋ, ਜਿਹੜਾ ਫੈਸਲਾ ਤੁਸੀਂ ਕਰੋਗੇ ਅਸੀਂ ਉਹੀ ਮੰਨਾਂਗੇ। ਤੇ ਆਪਾਂ ਨੂੰ ਮੂਹਰੇ ਲਾ ਕੇ ਰੱਖਿਆ ਤੇ 70% ਤੋਂ ਵੱਧ ਵੀ ਆਪਾਂ ਲੜਾਈ ਲੜੀ। 30% ਮੈਂ ਕਿਹਾ ਤੁਸੀਂ ਮਦਦ ਕਰ ਦਿਓ, ਤੁਹਾਨੂੰ ਜਿੱਤ ਥੋੜੇ ਝੋਲੀ ਪਾ ਕੇ ਦੇਵਾਂਗੇ। ਆਉਂਦੇ ਸਮੇਂ ਦੇ ਵਿੱਚ ਸਰਕਾਰਾਂ ਨੇ ਮਾੜਾ ਜਿਹਾ ਛੇੜਿਆ ਸੀ, ਅਸੀਂ ਉਹਨਾਂ ਨੂੰ ਇਤਿਹਾਸ ਦਿਖਾਇਆ ਉਹਨਾਂ ਦਾ ਹੀ। ਮੈਂ ਕਿਹਾ ਜੀ ਪਾਂਡੂਆਂ ਨੇ ਇੱਕ ਪਿੰਡ ਮੰਗਿਆ ਸੀ, ਮੁੜ ਕੇ ਰਾਜ ਜਾਣਾ ਪੈ ਗਿਆ, ਮਹਾਭਾਰਤ ਹੋ ਗਈ ਸੀ, ਜੋ ਉਹਨਾਂ ਦਾ ਇਤਿਹਾਸ ਦੱਸਦੇ ਆ। ਤੇ ਉਹਦੇ ਵਿੱਚ ਮੈਂ ਅਸੀਂ ਸਿਰਫ ਉਹਨੂੰ MSP ਪੱਕੀ ਕਰਨ ਨੂੰ ਕਿਹਾ ਸੀ, ਪਰ ਅੱਜ ਅੰਦੋਲਨ ਇੰਨਾ ਪੱਕਾ ਹੋ ਗਿਆ ਵੀ ਆਪਣੀ ਤਾਂ MSP ਆਪਾਂ ਕਰਾਈ ਲੈਣੀ ਹੈ, ਕਰਾ ਕੇ ਪੂਰੇ ਭਾਰਤ ਨੂੰ ਵੀ ਦੇਵਾਂਗੇ, ਹਰ ਕਿਸਾਨ ਨੂੰ MSP ਲੈ ਕੇ ਦੇਵਾਂਗੇ, ਆਹ ਕਾਨੂੰਨਾਂ ਨੂੰ ਛੋੜਾ ਕਰਕੇ ਦੇਵਾਂਗੇ। ਇੰਨਾ ਕਹਿੰਦਾ ਹੋਇਆ ਸਮਾਂ ਨਿਰਧਾਰਤ ਇਹਦੇ ਵਿੱਚ ਆਪਾਂ ਅੰਤਿਮ ਅਰਦਾਸ ਖੜੇ ਆ। ਪਰ ਮੇਰਾ ਇਹ ਮੈਸੇਜ ਦੇਣਾ ਜ਼ਰੂਰੀ ਸੀ, ਕਿਉਂਕਿ ਸੁਖਮਿੰਦਰ ਸਿੰਘ ਨੇ ਕਿਹੜੀ ਗੱਲੋਂ ਸ਼ਹਾਦਤ ਗਈ, ਕਿੰਨੀ ਦੇ ਉੱਤੇ ਬੈਠੇ ਦੇ। ਅੱਜ ਆਪਾਂ ਕਿਸਾਨੀ ਦੀ ਗੱਲ ਨਾ ਕਰੀਏ ਤਾਂ ਫਿਰ ਆਪਾਂ ਉਹਨਾਂ ਦਾ ਮਾਣ ਸਤਿਕਾਰ ਨਹੀਂ ਕਰ ਸਕਦੇ ਜਿਹੜੇ ਉਸ ਆਪਣਾ ਜੀਵਨ ਨਿਰਭਰ ਕਰ ਗਏ ਨੇ।
ਤੇ ਮੈਂ ਸਾਰੇ ਜਥੇਬੰਦੀਆਂ ਦਾ, ਸਾਰੀਆਂ ਅਦਾਰਿਆਂ ਦਾ, ਸਾਰੇ ਪੰਚ ਸਰਪੰਚਾਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਵੱਡੇ ਵੀਰ ਸੁਖਮਿੰਦਰ ਦੀ ਅੰਤਮ ਅਰਦਾਸ ਸ਼ਾਮਲ ਹੋਏ। ਤੁਹਾਡੇ ਘਰੋਂ ਆਏ ਹੋਏ ਇੱਕ ਕਦਮ ਸਾਡੇ ਸਿਰ ਲੱਗੇ। ਇੰਨਾ ਕਹਿੰਦਾ ਹੋਇਆ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।